ਹਾਲੇਲੂਇਆ। ਪੜਾਂਗੇ ਵਚਨ ਦੇ ਵਿੱਚੋਂ ਯਹੋਨਾ ਦੀ ਅੰਜੀਲ ਯਹੋਨਾ ਦੀ ਅੰਜੀਲ 15 ਅਧਿਆਏ ਉਹਦੀ 5 ਆਇਤ। ਯਹੋਨਾ ਦੀ ਅੰਜੀਲ ਚੈਪਟਰ 15 ਵਰਸ 5। ਯਹੋਨਾ 15 ਬਾਬ ਉਹਦੀ 5 आयत। मैं दाखलता हूँ, तुम डालियाँ हो, जो मुझ में बना रहता है और मैं उसमें, वह बहुत फल फलता है, क्योंकि मुझसे अलग होकर तुम कुछ भी नहीं कर सकते। हालेलुया। साडा अज दा विषय क्योंकि मुझसे अलग होकर तुम कुछ भी नहीं कर सकते। हालेलुया। और जिमें असीं पिछले दिनों तो सीखते आ रहे हैं कि वचन जिहड़ा आ ਉਹਦੀ हर एक आयत सवाल भी है तो जवाब भी है। हालेलुया। सो प्रभु यीशु मसीह ने कहा क्योंकि मुझसे अलग होकर तुम कुछ भी नहीं कर सकते। इनू वार्निंग भी असीं समझ सकते हैं, इनू प्रभु की सलाह भी समझ सकते हैं, और अज साडे लिए एक सवाल भी है कि की असी प्रभु यीशु मसीह तो अलग हो के कुछ कर सकते हैं कि नहीं। हाँ जी, प्रभु यीशु मसीह तो बिना असी चल सकते हैं कि नहीं। बोली। हाँ जी, चल सकते हैं ना। प्रभु यीशु मसीह तो बिना भी असी चल सकते हैं। तो जे प्रभु यीशु मसीह तो बिना असी चल सकते हैं तो फिर प्रभु नूं ये गल कहण दी जरूरत क्यों पई कि तुसी मेरे तो अलग हो के कुछ नहीं कर सकते। हाँ जी, तुसी मेरे तो अलग हो के कुछ नहीं कर सकते। कुछ नहीं कर सकते दा मतलब की है। बोलो जी। असीं सीखते हैं, स्टडी है, वचन सीखते हैं। प्रभु यीशु मसीह ने कहा क्योंकि मुझसे अलग होकर तुम कुछ भी नहीं कर सकते। तो सवाल यह भी असी प्रभु यीशु मसीह तो बिना कुछ कर सकते हैं या नहीं कर सकते। बोलो अपनी अपनी राय दो, कोई गल नहीं, सीखते पे। हाँ जी। हाँ जी, होर कोई जी चल सकते हैं कि नहीं चल सकते। सोच के जवाब दे दो, कोई जल्दी नहीं। नहीं वो तो सीधे कहना मेरे तो बिना तुम नहीं चल सकते, मेरे तो वक्रे हो के नहीं चल सकते, तो मतलब सीधा ही वो तो बिना नहीं चल सकते। चल सकते हैं कि नहीं चल सकते। हाँ जी, हाँ जी। वचन समझांगे पहला कि प्रभु यीशु मसीह ये वचन किहਨਾਂ ਦੇ ਨਾਲ कर रहा है। ਯਿਸੂ ਮਸੀਹ ਉਹਨਾਂ ਦੇ ਨਾਲ ਇਹ ਵਚਨ ਕਰ ਰਿਹਾ ਹੈ ਜਿਹੜੀਆਂ ਸ਼ਾਖਾ ਉਹਦੇ ਨਾਲ ਜੁੜੀਆਂ ਹੋਈਆਂ। ਹਾਂਜੀ, ਕੀ ਕਹਿੰਦਾ, ਮੈਂ ਦਾਖਲਤਾ ਹੈ ਤਾਂ ਤੁਸੀਂ ਮੇਰੀਆਂ ਕੀ ਹੋ, ਟਹਿਣੀਆਂ ਹੋ। ਜੇ ਮੇਰੇ ਨਾਲ ਜੁੜੀਆਂ ਰਹੋਗੀਆਂ ਤੇ ਫਲ ਦਿਓਗੀਆਂ, ਤੇ ਜੇ ਮੇਰੇ ਤੋਂ ਅਲੱਗ ਹੋਗੀਆਂ ਤੇ ਫਿਰ ਸੁੱਕ ਸੜ ਜਾਓਗੀਆਂ ਤੇ ਅੱਗ ਦੇ ਵਿੱਚ ਸਾੜੀਆਂ ਜਾਓਗੀਆਂ। क्योंकि यही एक इनू दरख्त कह लो भावें बेल कह लो, यही है एक जिहदी लकड़ी किसी काम नहीं आउंदी। ना तो इहदे कोई चगाठा बना सकते हैं, हाँ जी, ना ही कोई बांस के काम आऊगी, ये काम नहीं आउंदी। इसलिए यीशु मसीह जदों तुलना करता है तो वो पिछे एक अर्थ है जिहड़ा वो सानूं समझाउण दी यतन कर रहा है। हालेलुया।
ਸੋ ਸ਼ਬਦ ਆ ਕਿ ਕੀ ਤੁਸੀਂ ਮੇਰੇ ਤੋਂ ਅਲੱਗ ਹੋ ਕੇ ਕੁਛ ਕਰ ਸਕਦੇ ਆ, ਕਿਉਂਕਿ ਉਹਨੇ ਕਿਹਾ ਕਿਉਂਕਿ ਮੁਝਸੇ ਅਲੱਗ ਹੋकर ਤੁਮ ਕੁਛ ਵੀ। ਅੱਜ ਅਸੀਂ ਇਸੇ ਚੀਜ਼ ਨੂੰ ਸਿੱਖਾਂਗੇ ਕਿ ਅਸੀਂ ਪ੍ਰਭੂ ਯਿਸੂ ਮਸੀਹ ਤੋਂ ਅਲੱਗ ਹੋ ਕੇ ਕੁਛ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਜਾਂ ਪ੍ਰਭੂ ਯਿਸੂ ਮਸੀਹ ਦੇ ਇਸ ਵਚਨ ਦੇ ਵਿੱਚ ਜਿੱਦਾਂ ਲਿਖਿਆ ਆ ਇਹ ਗੱਲ ਉਸੇ ਤਰ੍ਹਾਂ ਹੀ ਆ, ਜਾਂ ਕਿ ਜਿੱਦਾਂ ਲਿਖਿਆ ਆ ਲੱਗਦਾ ਸਾਨੂੰ ਉੱਦਾਂ ਆ ਪਰ ਭੇਤ ਕੁਛ ਹੋ ਰਿਹਾ। ਹਾਂਜੀ, ਸੋ ਉਸੇ ਚੀਜ਼ ਨੂੰ ਲੈ ਕੇ ਅਸੀਂ ਅੱਗੇ ਵੱਧਦੇ ਹਾਂ, ਦੇਖਦੇ ਹਾਂ ਆਖਿਰਕਾਰ ਪ੍ਰਭੂ ਯਿਸੂ ਮਸੀਹ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਆ। ਅਰਥ ਸਮਝਣਾ ਹੈ ਨਾ। ਵਚਨ ਨੂੰ ਅਸੀਂ ਪੜ੍ਹਦੇ ਹਾਂ, ਵਚਨ ਨੂੰ ਪ੍ਰਚਾਰ ਕਰਦੇ ਹਾਂ, ਤੇ ਇਸੇ ਲਈ ਕਰਦੇ ਹਾਂ ਵੀ ਅਸੀਂ ਉਹਦੇ ਅਰਥ ਨੂੰ ਸਮਝੀਏ। ਅਸੀਂ ਹੁਣੇ ਭਜਨ ਗਾ ਰਹੇ ਸੀ, ਲੈ ਜਾਵੀਂ ਮੈਨੂੰ ਵੀ ਆਪਣੇ ਨਾਲ ਜਦੋਂ ਤੂੰ ਸੁਰਗਾਂ ਤੋਂ ਆਵੇਂਗਾ। ਕਈ ਕਹਿੰਦੇ ਵੀ ਸ਼ਬਦ ਇਹ ਸਹੀ ਨਹੀਂਗਾ, ਸੁਰਗਾਂ ਦੇ ਵਿੱਚ ਸਰਗ ਥੋੜ੍ਹੀ ਆ, ਬਹੁ ਵਚਨ ਥੋੜ੍ਹੀ ਆ, ਇੱਕ ਵਚਨ ਹੈ। ਔਰ ਇਹ ਗੱਲਾਂ ਇਸ ਲਈ ਲੋਕੀ ਕਹਿ ਦਿੰਦੇ ਆ ਕਿਉਂਕਿ ਵਚਨ ਦੀ ਅਗਿਆਨਤਾ ਹੈ। ਜਿਸ ਵਚਨ ਨੂੰ ਅਸੀਂ ਪੜ੍ਹਦੇ ਹਾਂ ਉਹਦੇ 'ਚ ਲਿਖਿਆ 7 ਸਵਰਗ ਤੇ 7 ਨਰਕ ਆ, ਫਿਰ ਸਵਰਗ ਕਿੱਦਾਂ ਨੇ? ਹਾਂਜੀ, ਹੁਣ ਜਿਹੜਾ ਕੋਈ ਬਹਿਸ ਕਰੇ ਤੇ ਆ ਜਾਵੇ, ਸਾਡੇ ਨਾਲ ਬੈਠ ਜਾਵੇ, ਅਸੀਂ ਬਾਈਬਲ ਦੇ ਵਿੱਚੋਂ ਉਹਨੂੰ ਵਚਨ ਪੜ੍ਹ ਕੇ ਦੱਸਾਂਗੇ ਵੀ ਵਚਨ ਦੱਸਦਾ ਵੀ 7 ਸਵਰਗ ਆ ਤੇ 7 ਨਰਕ ਆ। ਫਿਰ ਜਦੋਂ ਇਹੋ ਜਿਹੇ ਭਜਨ ਲਿਖੇ ਜਾਂਦੇ ਆ, ਲਿਖਣ ਵਾਲੇ ਨੂੰ ਕਈ ਵਾਰੀ ਉਹ ਜਿਹੜਾ ਉਹ ਤਰਜ ਵਗੈਰਾ ਬਣਾਈ ਹੁੰਦੀ ਨਾ, ਉਹਦੇ ਹਿਸਾਬ ਦੇ ਨਾਲ ਸ਼ਬਦ ਪ੍ਰੋਪਰ ਨਹੀਂ ਮਿਲਦਾ, ਲੇਕਿਨ ਸਮਝਣ ਵਾਲੇ ਦੀ ਨਹੀਂ ਸਮਝ ਹੁੰਦੀ ਵੀ ਗੱਲ ਸਵਰਗਾਂ ਦੀ ਹੋ ਰਹੀ ਜਾਂ ਸਵਰਗ ਦੀ ਹੋ ਰਹੀ ਹੈ। ਅਤੇ ਜਿਹਨੇ ਸਿਰ ਉਡਾਉਣਾ ਆ ਉਹਨੂੰ ਤੁਸੀਂ ਜਿੱਦਾਂ ਮਰਜ਼ੀ ਕਹੀ ਜਾਓ, ਉਹਨੇ ਸਿਰਫ ਸਿਰ ਹੀ ਉਡਾਉਣਾ ਆ। ਜਦੋਂ ਸੁਲੇਮਾਨ ਨੇ ਮੰਦਰ ਬਣਾਉਣਾ ਸੀ, ਵਚਨ ਤੇ ਕਹਿੰਦਾ ਵੀ ਸਵਰਗ ਉਹਦਾ ਸਿਆਸਨ ਤੇ ਜ਼ਮੀਨ ਉਹਦੇ ਪੈਰ ਰੱਖਣ ਦੀ ਚੌਂਕੀ। ਹਾਂਜੀ, ਤੇ ਜਦੋਂ ਉਹ ਏਡਾ ਕੱਦ ਆਵਰ ਖੁਦਾ ਆ, ਤੇ ਫਿਰ ਕੀ ਉਹ ਜਿਹੜਾ ਮੰਦਰ ਇਸਰਾਇਲ ਦੇ ਵਿੱਚ ਬਣਿਆ ਸੀ ਉਹਦੇ ਵਿੱਚ ਰਹਿ ਸਕਦਾ ਸੀ? ਜਾਂ ਕੀ ਉਸ ਮੰਦਰ ਦੇ ਵਿੱਚ ਰਹਿੰਦਾ ਸੀ? ਕੀ ਪਰਮੇਸ਼ਵਰ ਰਹਿੰਦਾ ਸੀ ਜਾਂ ਪਰਮੇਸ਼ਵਰ ਦੀ ਹਜ਼ੂਰੀ ਰਹਿੰਦੀ ਸੀ? ਹਾਂਜੀ, ਪਰਮੇਸ਼ਵਰ ਦਾ ਜਲਾਲ ਰਹਿੰਦਾ ਸੀ ਕਿ ਪਰਮੇਸ਼ਵਰ ਰਹਿੰਦਾ ਸੀ? ਲਿਖਿਆ ਜਾਂ ਸੁਲੇਮਾਨ ਨੇ ਪ੍ਰਾਰਥਨਾ ਕੀਤੀ ਤੇ ਉਹ ਭਵਨ ਜਿਹੜਾ ਸੀਗਾ ਪਰਮੇਸ਼ਵਰ ਦੇ ਜਲਾਲ ਦੇ ਨਾਲ ਭਰ ਗਿਆ। ਕਾਹਦੇ ਨਾਲ ਭਰਿਆ ਭਲਾ? ਕਿਉਂਕਿ ਪਰਮੇਸ਼ਵਰ ਨੂੰ ਤਾਂ ਕਿਸੇ ਨੇ ਦੇਖਿਆ ਹੀ ਨਹੀਂ। ਵਚਨ ਦੱਸਦਾ ਕਿ ਪਰਮੇਸ਼ਵਰ ਨੂੰ ਕਿਸੇ ਨੇ ਨਹੀਂ ਦੇਖਿਆ, ਲੇਕਿਨ ਜਲਾਲ ਦੇ ਨਾਲ ਉਹ ਭਰ ਗਿਆ। ਉਸ ਜਗ੍ਹਾ ਤੇ ਲਿਖਿਆ ਸਵਰਗਾਂ ਦੇ ਸਵਰਗ ਤੈਨੂੰ ਸੰਭਾਲ ਨਹੀਂ ਸਕੇ। ਇਹ ਤਾਂ 7 ਦੀ ਗੱਲ ਤੇ ਛੱਡ ਦਿਓ ਤੁਸੀਂ, ਹੁਣ 1 2 3 ਦੀ ਗਿਣਤੀ ਛੱਡ ਦਿਓ। ਕੀ ਲਿਖਿਆ ਭਲਾ? ਸਵਰਗਾਂ ਦੇ ਸਵਰਗ ਤੈਨੂੰ ਸੰਭਾਲ ਨਹੀਂ ਸਕੇ। ਤੇ ਫਿਰ ਇਸ ਭਵਨ ਦੇ ਵਿੱਚ ਉਹ ਕਿੱਦਾਂ ਰਹੂਗਾ? ਹਨ, ਲੇਕਿਨ ਦੂਸਰੇ ਪਾਸੇ ਜਾਈਏ ਤੇ ਸਵਰਗ ਇੱਕੋ ਹੀ ਹੈ। ਲੇਕਿਨ ਜਦੋਂ ਸ਼ਬਦਾਂ ਦੇ ਵਿੱਚ ਜਾਣਾ ਹੈ ਤੇ ਫਿਰ ਉਹਨਾਂ ਦੀ ਗਹਿਰਾਈ ਨੂੰ ਸਮਝਣਾ ਜ਼ਰੂਰੀ ਹੈ। ਜਿਸ ਸਵਰਗ ਦੇ ਵਿੱਚ ਪਰਮੇਸ਼ਵਰ ਦਾ ਤਖਤ ਲੱਗਾ ਹੋਇਆ ਉਹ ਸਵਰਗ ਨਹੀਂ ਗੇ, ਉਹ ਸਵਰਗ ਹੀ ਆ। ਲੇਕਿਨ ਜੇ ਕਹੀਏ ਵੀ ਸਵਰਗ ਇੱਕੋ ਹੀ ਆ ਤੇ ਸਵਰਗ ਬਹੁਤ ਆ। ਉਹਨਾਂ ਨੂੰ ਸਮਝਾਂਗੇ ਕਿਸੇ ਟਾਈਮ, ਖੁਦਾ ਨੇ ਮੌਕਾ ਦਿੱਤਾ ਤੇ ਉਹਦੇ ਉੱਤੇ ਵੀ ਅਸੀਂ ਸਟੱਡੀ ਕਰਾਂਗੇ। 7 ਸਵਰਗ ਆ ਤੇ 7 ਨਰਕ ਆ। ਔਰ ਉਹ ਐਵੇਂ ਹੀ ਕਿਸੇ ਨੂੰ ਭੁਲੇਖੇ 'ਚ ਪਾਉਣ ਦੇ ਲਈ ਗੱਲਾਂ ਨਹੀਂ ਗੀਆਂ, ਉਹਦੇ ਪੂਰੇ ਵੇਰਵੇ ਆ ਬਾਈਬਲ ਦੇ ਵਿੱਚ ਕਿ ਕਿੱਦਾਂ ਕਿੱਦਾਂ ਆ। ਲੇਕਿਨ ਅਜੇ ਮੈਂ ਸਮਝਦਾ ਕਿ ਕਲੀਸਿਆ ਅਜੇ ਇੰਨੀ ਵੀ ਗੁਣਵਾਨ ਨਹੀਂ ਗੀ ਕਿ ਇਹਨਾਂ ਨੂੰ ਏਡੇ ਭੇਤ ਵੀ ਦੱਸੇ ਜਾਣ, ਕਿਉਂਕਿ ਇਹ ਤਾਂ ਥੋੜ੍ਹੀ ਛੋਟੀਆਂ ਛੋਟੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਹਾਲੇਲੂਇਆ। ਸੋ ਦੇਖਦੇ ਹਾਂ ਇਸੇ ਵਚਨ ਦੇ ਬਾਅਦ, ਸਾਡਾ ਵਿਸ਼ਾ ਉਹ ਨਹੀਂ ਸੀ, ਮੈਂ ਸਿਰਫ ਸਮਝਾਉਣ ਦੇ ਲਈ ਗੱਲ ਕੀਤੀ ਸੀ। ਆਖਿਰਕਾਰ ਪ੍ਰਭੂ ਯਿਸੂ ਮਸੀਹ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਆ? ਇਹ ਲਿਖ ਕੇ ਅਸੀਂ ਸਕਰੀਨ ਦੇ ਉੱਤੇ ਇਸ ਲਈ ਰੱਖਦੇ ਹਾਂ, ਸਾਨੂੰ ਲਿਖਣ ਦੀ ਜ਼ਰੂਰਤ ਨਹੀਂ ਹੈ, ਇਹ ਤੁਹਾਡੇ ਲਈ ਲਿਖਦੇ ਹਾਂ ਤਾਂ ਕਿ ਤੁਸੀਂ ਸਮਝ ਸਕੋ ਕਿ ਅਸੀਂ ਸਿੱਖ
ਕੀ ਰਹੇ ਹਾਂ। ਇਹਦਾ ਮਤਲਬ ਇਹ ਨਹੀਂ ਅਸੀਂ ਲਿਖਿਆ ਹੋਇਆ ਵਚਨ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿਉਂਕਿ ਜਿਹਨੇ ਲਿਖਿਆ ਉਹਨੂੰ ਪਤਾ ਸੀ ਤੇ ਲਿਖਿਆ ਨਾ, ਜਿਹਨੇ ਮਿਹਨਤ ਕੀਤੀ ਆ ਉਹਨੂੰ ਪਤਾ ਸੀ ਤੇ ਤਾਂ ਹੀ ਲਿਖਿਆ। ਇਹ ਲਿਖਿਆ ਤੁਹਾਡੇ ਲਈ ਹੈ ਤਾਂ ਕਿ ਤੁਸੀਂ ਸਰਲਤਾ ਦੇ ਨਾਲ ਇਹਨੂੰ ਸਮਝ ਸਕੋ। ਤੇ ਅਸੀਂ ਬੜੀ ਵਾਰ ਦੱਸਿਆ, ਜਿਵੇਂ ਚਰਚਾਂ ਦੇ ਵਿੱਚ ਲੋਕ ਇਬਾਦਤਾਂ ਕਰਦੇ ਆ, ਸਾਡਾ ਉਹ ਤਰੀਕਾ ਨਹੀਂ ਹੈ। ਜਿੱਦਾਂ ਉਹਨਾਂ ਨੇ ਇੱਕ ਇਹਨੂੰ ਫੈਸ਼ਨ ਜਿਹਾ ਬਣਾ ਲਿਆ ਹੋਇਆ, ਸਾਡਾ ਉਹ ਤਰੀਕਾ ਨਹੀਂ ਹੈ। ਜਿੱਦਾਂ ਉਹਨਾਂ ਨੇ ਇੱਕ ਰੀਤੀ ਰਿਵਾਜ ਜਿਹਾ ਬਣਾ ਲਿਆ ਹੈ, ਸਾਡਾ ਉਹ ਤਰੀਕਾ, ਸਾਡਾ ਉਹ ਪਹਿਲੀ ਸਦੀ ਵਾਲਾ ਤਰੀਕਾ ਆ ਕਿ ਵਚਨ ਨੂੰ ਇੱਕ ਦੂਸਰੇ ਦੇ ਨਾਲ ਕਿੱਦਾਂ ਸ਼ੇਅਰ ਕੀਤਾ ਜਾਂਦਾ ਸੀ। ਉਦੋਂ ਵਚਨ ਸੁਣਾਇਆ ਜਾਂਦਾ ਸੀ ਸਾਹਮਣੇ ਵਾਲੇ ਦੀ ਸਮਝ ਦੇ ਵਿੱਚ ਆਵੇ। ਹੁਣ ਵਚਨ ਸੁਣਾਇਆ ਜਾਂਦਾ ਸਾਹਮਣੇ ਵਾਲੇ ਨੂੰ ਪਤਾ ਲੱਗੇ ਇਕਬਾਲ ਗਿੱਲ ਗਿਆਨਵਾਨ ਕਿੰਨਾ ਹੈ। ਉਦੋਂ ਵਚਨ ਇਸ ਕਰਕੇ ਸੁਣਾਇਆ ਜਾਂਦਾ ਸੀ ਪਰਮੇਸ਼ਵਰ ਲੋਕਾਂ ਨੂੰ ਸਮਝ ਆਵੇ। ਹੁਣ ਵਚਨ ਇਸ ਲਈ ਸੁਣਾਇਆ ਜਾਂਦਾ ਮੈਂ ਲੋਕਾਂ ਨੂੰ ਸਮਝ 'ਚ ਆ ਜਾਵਾਂ। ਪਰਮੇਸ਼ਵਰ ਆਵੇ, ਭਾਵੇਂ ਇਹਨਾਂ ਦੇ ਵੈਸੇ ਵੀ ਨਹੀਂ ਆਉਣਾ, ਤੇ ਚਲੋ ਇਹ ਤਾਂ ਆਉਣਾ ਨਹੀਂ, ਤੇ ਮੈਂ ਹੀ ਆ ਜਾਵਾਂ, ਤੇ ਘੱਟੋ ਘੱਟ ਮੈਨੂੰ ਹੀ ਪਰਮੇਸ਼ਵਰ ਮੰਨ ਲੈਣ। ਸੋ ਹੁਣ ਇਸ ਤਰੀਕੇ ਦੇ ਨਾਲ ਸੁਣਾਇਆ ਜਾਂਦਾ ਹੈ। ਸੋ ਅਸੀਂ ਜਿਹੜਾ ਸੁਣਾਉਂਦੇ ਹਾਂ ਪਹਿਲੀ ਸਦੀ ਦੇ ਲੋਕਾਂ ਦੀ ਤਰ੍ਹਾਂ ਹੀ ਸੁਣਾਉਂਦੇ ਹਾਂ ਕਿ ਅਸੀਂ ਵਚਨ ਨੂੰ ਸਿੱਖਣਾ ਆ। ਸੋ ਜਦੋਂ ਸਿੱਖਣਾ ਆ ਉਦੋਂ ਸਾਨੂੰ ਕੋਈ ਕਾਹਲੀ ਨਹੀਂ ਗੀ। ਜਦੋਂ ਸਿੱਖਣਾ ਉਦੋਂ ਸਾਨੂੰ ਵਚਨ ਤੇ ਵਚਨ ਸੁੱਟਣ ਦੀ ਜ਼ਰੂਰਤ ਨਹੀਂ ਗੀ। ਜਦੋਂ ਸਿੱਖਣਾ ਆ ਉਦੋਂ ਸਾਨੂੰ ਜ਼ਿਆਦਾ ਸ਼ੋਰ ਮਚਾਉਣ ਦੀ ਵੀ ਜ਼ਰੂਰਤ ਨਹੀਂ ਹੈ। ਉਦੋਂ ਜ਼ਿਆਦਾ ਖੱਪਖਾਨੇ ਦੀ ਵੀ ਜ਼ਰੂਰਤ ਨਹੀਂ ਹੈ। ਉਦੋਂ ਅਸੀਂ ਬੜੀ ਹੀ ਸੰਜੀਦਗੀ ਦੇ ਨਾਲ ਇਸ ਵਚਨ ਨੂੰ ਸਿੱਖਾਂਗੇ ਤੇ ਸਿਖਾਵਾਂਗੇ। ਹਾਲੇਲੂਇਆ। ਸੋ ਆਖਿਰਕਾਰ ਪ੍ਰਭੂ ਯੀਸ਼ੂ ਮਸੀਹ ਦੇ ਇਹਨਾਂ ਸ਼ਬਦਾਂ ਦਾ ਕੀ ਅਰਥ ਹੈ? ਸਵਾਲ ਆ, ਉਸ ਤੋਂ ਵੱਖਰੇ ਹੋ ਕੇ ਇਨਸਾਨਾਂ ਨੇ ਕੀ ਕੁਝ ਨਹੀਂ ਕੀਤਾ। ਜੇ ਤੇ ਅਸੀਂ ਉਹਨੂੰ ਸਰੀਰਕ ਲਿਹਾਜ਼ ਦੇ ਨਾਲ ਲਈਏ ਕਿ ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਕੁਛ ਨਹੀਂ ਕਰ ਸਕਦੇ, ਤੇ ਫਿਰ ਅਸੀਂ ਅੱਜ ਦੇਖਾਂਗੇ ਕਿ ਉਸ ਤੋਂ ਵੱਖਰੇ ਹੋਏ ਇਸ ਇਨਸਾਨ ਨੇ, ਇਸ ਪਾਪ ਦੇ ਗੁਲਾਮ ਇਨਸਾਨ ਨੇ ਕੀ ਕੁਛ ਨਹੀਂ ਕੀਤਾ। ਕਿੰਨਿਆਂ ਨੂੰ ਪਤਾ ਹੈ ਕਿ ਜਿਹੜਾ ਜਾਪਾਨ ਆ ਉਹ ਕਮਿਊਨਿਸਟ ਹੈ? ਕਿੰਨੇ ਲੋਕ ਜਾਣਦੇ? ਜਾਪਾਨ ਦੇਸ਼ ਜਿਹੜਾ ਨਾਸਤਿਕ ਆ। ਦੂਜੇ ਸ਼ਬਦਾਂ 'ਚ ਸਮਝ ਲਓ ਕਿ ਜਿਹੜਾ ਮਹਾਤਮਾ ਬੁੱਧ ਸੀ ਨਾ ਉਹ ਨਾਸਤਿਕ ਸੀਗਾ। ਮਹਾਤਮਾ ਬੁੱਧ ਨਾਸਤਿਕ ਸੀਗਾ। ਉਹ ਇੱਕ ਫਿਲਾਸਫਰ ਸੀਗਾ, ਜਿੱਦਾਂ ਆਚਾਰੇ ਰਜਨੀਸ਼ ਹੋਇਆ। ਔਰ ਜਿੱਥੇ ਜਿੱਥੇ ਬੁੱਧ ਧਰਮ ਫੈਲਿਆ ਆ ਉਹ ਸਾਰੇ ਦੇ ਸਾਰੇ ਦੇਸ਼ ਜਿਹੜੇ ਆ ਉਹ ਕਮਿਊਨਿਸਟ ਦੇਸ਼ ਆ, ਬੁੱਧ ਦੀ ਵਿਚਾਰਧਾਰਾ ਨੂੰ ਲੈ ਕੇ ਚੱਲਦੇ ਆ। ਔਰ ਉਹਨਾਂ ਦਾ ਇਹ ਮੰਨਣਾ ਆ ਕਿ ਇਨਸਾਨ ਹੀ ਸਭ ਕੁਛ ਹੈ ਤੇ ਇਹ ਜੋ ਚਾਹਵੇ ਸੋ ਕਰ ਸਕਦਾ ਹੈ। ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿੱਚ ਸਭ ਤੋਂ ਲੰਬੀ ਉਮਰ ਦੇ ਅਗਰ ਲੋਕ ਕਿਤੇ ਰਹਿੰਦੇ ਆ ਤਾਂ ਕਿਹੜਾ ਦੇਸ਼ ਹੈ ਭਲਾ? ਹਾਂਜੀ, ਛੋਟੀ ਉਮਰ ਦੇ ਪਤਾ ਰੱਖਿਆ ਕਰੋ ਫਿਰ, ਕਿਉਂਕਿ ਜ਼ਰੂਰੀ ਹੈ। ਡਾਲਰ ਕਿੱਥੇ ਸਭ ਤੋਂ ਜ਼ਿਆਦਾ ਕਮਾਇਆ ਜਾਂਦਾ ਇਹ ਪਤਾ? ਜਾਪਾਨ ਦੀ ਔਸਤਨ ਉਮਰ ਜਿਹੜੀ 100 ਸਾਲ ਦੀ ਹੈ, ਜਿੱਦਾਂ ਸਾਡੇ ਇੰਡੀਆ ਦੀ 60 ਸਾਲ ਦੀ ਹੈ। ਸਾਡੇ 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਦੀ ਉਮਰ ਕਿੰਨੀ ਭਲਾ? 60 ਸਾਲ। ਤੇ ਕਮਿਊਨਿਸਟਾਂ ਦੇ ਦੇਸ਼ ਦੀ ਉਮਰ ਔਸਤਨ ਉਮਰ ਜਿਹੜੀ ਆ 100 ਸਾਲ ਦੀ ਹੈ। ਅਦਰਵਾਈਜ਼ 150 ਸਾਲ ਤੱਕ ਲੋਕ ਜਿਉਂਦੇ ਆ। ਦੁਨੀਆ ਦੇ ਵਿੱਚ ਇੱਕੋ ਇੱਕ ਦੇਸ਼ ਜਿਹਦੇ 'ਚ ਸਭ ਤੋਂ ਲੰਬਾ ਜੀਵਨ ਲੋਕੀ ਜਿਉਂਦੇ ਆ, ਉਸ ਦੇਸ਼ ਦਾ ਨਾਮ ਹੈਗਾ ਜਾਪਾਨ। ਜਿਹੜੇ ਨਾਸਤਿਕ ਆ, ਕਮਿਊਨਿਸਟ ਆ, ਲੇਕਿਨ ਉਮਰ ਲੰਬੀ ਆ, ਉਹਨਾਂ ਦੀ ਜਨਾਨੀਆਂ ਕਰਵਾ ਚੌਥ ਨਹੀਂ ਰੱਖਦੀਆਂ। ਜਿਹੜਾ ਮੈਂ ਜੇ ਕਰਵਾ ਚੌਥ ਰੱਖਾਂ ਫਿਰ ਤੇ 300 ਸਾਲ ਦੀ ਹੋ ਜਾਵੇ। ਤੇ ਸਾਡੇ ਭਾਰਤੀ ਔਰਤਾਂ ਕਰਵਾ ਚੌਥ ਰੱਖਦੇ ਤਾਂ ਵੀ ਵਿਚਾਰੇ ਜਾਂਦੇ ਲਾਦੇ 60 ਸਾਲ ਦੇ ਵਿੱਚ, ਭੁੱਖੀਆਂ ਵੀ ਮਰਦੀਆਂ ਵਿਚਾਰੀਆਂ, ਪਰ ਫਾਇਦਾ ਕੋਈ ਹੁੰਦਾ? ਫਾਇਦਾ ਨਹੀਂ ਹੁੰਦਾ। ਤੇ ਕਿਸੇ ਨੇ ਬੜਾ ਵਧੀਆ ਜਿਸੇ ਫੇਸਬੁੱਕ ਤੇ ਪਾਇਆ, ਕਹਿੰਦਾ ਭੈਣੋ ਕਰਵਾ ਚੌਥ ਦਾ ਵਰਤ ਰੱਖ ਕੇ ਬੰਦੇ ਦੀ ਉਮਰ ਵਧਾਉਣਾ ਚੰਗਾ, ਬੰਦੇ ਦੇ ਹੁਕਮ ਮੰਨ ਲਿਆ ਕਰੋ, ਉਹਦੀ ਉਮਰ ਵੈਸੇ ਹੀ ਵੱਧ ਜਾਣੀ। ਹੁਕਮ ਨਹੀਂ ਮੰਨਣਾ, ਵਰਤ ਰੱਖਣਾ ਹੈ। ਤੇ ਵਿਚਾਰੇ ਇਹ ਵੀ ਨਹੀਂ ਪਤਾ ਵੀ ਵਰਤ ਮੈਂ ਬੜੀ ਦੱਸਿਆ, ਵਰਤ ਜਦੋਂ ਕਰਵਾ ਚੌਥ ਚੱਲਿਆ ਸੀ ਉਹਦੀ ਇੱਕ ਵਜ੍ਹਾ ਸੀਗੀ, ਉਹ ਵਜ੍ਹਾ ਤਾਂ ਹੁਣ ਖਤਮ ਹੋ ਗਈ। ਹੁਣ ਕਿਸੇ ਵੀ ਭੈਣ ਨੂੰ ਕਰਵਾ ਚੌਥ ਵਰਤ ਰੱਖਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਤੀ ਪ੍ਰਥਾ ਦਾ ਕਰਕੇ ਵਰਤ ਰੱਖਿਆ ਜਾਂਦਾ ਸੀ ਕਿ ਪਤੀ ਲੰਬੀ ਜ਼ਿੰਦਗੀ ਜੀਊਗਾ ਤੇ ਮੈਂ ਵੀ ਬਚੀ ਰਹੂੰਗੀ, ਨਹੀਂ ਤੇ ਜਿੱਦਣ ਮਰ ਜਾਣਾ ਇਹ ਮਰਿਆ, ਨਾਲ ਮੈਨੂੰ ਵੀ ਬਿਠਾ ਦੇਣਾ ਚਿਤਾ ਦੇ ਉੱਤੇ ਉਹਨਾਂ ਨੇ। ਇਸ ਕਰਕੇ ਵਕਤ ਦੀ ਮਾਰੀ ਉਹ ਵਰਤ ਰੱਖਦੀ ਹੁੰਦੀ ਸੀ ਵੀ ਇਹਦੀ ਉਮਰ ਕੀ ਹੋਵੇ ਭਲਾ?
पर जे वर्त रखण दे नाल उमरां वधदियां हुंदियां फिर मरदा कोई ना, क्योंकि फिर तो मुसलमान तो 30-30 दिन जिहड़ा ना रोज़ा रखते हैं, तो तुसीं कल्पना नहीं कर सकते भी किन्नी गर्मी हुंदी है जिहदे च पानी का भी घुट पींदे, तो फिर वो तो लंबा समा जीने चाहिए। सो वर्तां दे नाल उमरां नहीं वधदियां, ये भी सानू ध्यान च रखना है। साडा विषय है भी उस तो वखरे हो के इंसान ने की कुछ नहीं किया, तो प्रभु यसु मसीह कहंदा तुसीं मेरे तो वखरे हो के कुछ कर नहीं सकते। हुण नास्तिक ने इस चीज़ नूं लैना होवे ते उहदे कोल घमंड दी एक जगह है, वो कहोगा क्यों नहीं कर सकते, की कुछ नहीं किया वो दसो। असीं कहने वचन सच्चा, अगला कहोगा वचन किद्दां सच्चा जी, तुहाडा प्रभु यसु मसीह कहंदा भी तुसीं मेरे तो वखरे हो के कुछ कर नहीं सकते, आ देखो की कुछ कीता सी। हाँ जी, आ इन्ना क फोन आ, ठीक है जी, किड्डा वड्डा कंप्यूटर हुंदा सी, वो सारा उन्हें इच पाता, सारे सिस्टम ने इच लैन दा एक चिप जी है बस, और कुछ भी नहीं। तो ये जरूरी थोड़ी है भी रब नूं मनण वाले ने बनाया। कित्थे बनदा भला चाइना दे विच, टैकनीक कित्थों दी, मोस्टली अमेरिका दे बंदा जिहड़ा कराउंदा पिया है ना। सो मतलब की है, कहण तो भाव पहला जिहड़ा फोन सीगा वो इसराइल ने बनाया, दुनिया का पहला फोन जिहड़ा दुनिया के हत्थ विच आया किहने बनाया, इसराइल ने बनाया। सो उन्हां दे बारे तो असीं जानते हैं भी जो भी हैगा बेशक अजे प्रभु यसु मसीह ने उन्होंने कबूल नहीं किया, लेकिन यहोवा परमेश्वर दे विच उन्हां दा पूरा ईमान है और शरीयत दे लिहाज दे नाल वो चलदे है। यसु मसीह कहंदा मेरे तो वखरे हो के तुसीं कुछ नहीं कर सकते, तो साडी गल हैगी है भी उस तो वखरे हो के इंसानां ने की कुछ नहीं किया। असीं विचार करांगे तो फिर एंड ते जाके उस गल नूं देखांगे भी असल विच प्रभु यसु मसीह उस वचन के द्वारा कहना की चाहुंदा है, जिन्नूं समझना साडे लई बड़ा जरूरी है, ताकि अगर कोई इस विषय के उत्ते गल करे तो असीं उन्नूं बड़े तसल्ली बख्श समझा सकीए। हालेलुया। तो देखते हैं उसका वचन आप ही फरमाउंदा है कि असीं उस तो अलग हाँ। जिहड़ा प्रभु यसु मसीह कह रहा ना कि मेरे तो वखरे हो के तुसीं कुछ नहीं कर सकते, उहदा ही वचन ये दसदा है भी तुसीं मेरे तो की है भला, तुसीं ऑलरेडी मेरे तो अलग है। तो जिहड़े अलग आ उन्होंने तो बड़ा कुछ किया, वो इस चीज़ के उत्ते जोर देंगे कि ये वचन झूठा आ, असी तो बहुत कुछ कर चुके हैं, क्योंकि वचन ही दसदा कि इंसान परमेश्वर तो की है अलग है। देखते हैं रैफरेंस बाइबल के विचों यशाया नबी की किताब ओल्ड टैस्टमेंट दे विच, पुराने नेम दे विच यशाया नबी की किताब ओदा चैप्टर 59 वर्स 2, परंतु तुम्हारे अधर्म के कामों ने, कहने भला तुम्हारे अधर्म के कामों ने तुमको तुम्हारे परमेश्वर से अलग कर दिया। किने अलग किया जी, तुहाडे धर्म के कम, अधर्म के कामां ने, तुहाडे अधर्म के कामां ने की किया तुहानूं परमेश्वर तो। वचन दसदा भी तुहाडे अधर्म के कामां ने तुहानूं परमेश्वर तो अलग कर दिता। इहदा मतलब ये तो ऑलरेडी अलग ही है। तो कदों तो अलग है, जिदन तो बागे अदन दे विच पाप ने प्रवेश किया, उस दिन जिदन इनू कढ़ के बाहर रख दिता, उस दिन तो परमेश्वर तो की है भला अलग है। तो ये तो तकरीबन 6000 साल तो अलग ही चलता आ रहा। तो फिर प्रभु यसु मसीह कहता तुसीं मेरे तो अलग होकर कुछ भी कर सकते, पर यह कहता मैं किया बड़ा कुछ है। हाँ जी, इन्हें बड़ा कुछ कर लिया, खोजां बड़ियां कीतियां, बाज जाने तो खोज की बांदर तो बंदा बनया। तो इनू जे आवाज़ मार के कहो बांदर दे पुत्रा इधर आ, फिर गल पैंदा। हाँ जी, जे तेरे पूर्वज बांदर सीगे तो फिर तेनू गुस्सा काहदा, फिर तो तू कबूल कर। लिखण लई तैयार है कि इंसान बांदर तो बनया, लेकिन बांदर का पुत्र कहिए तो फिर मनण लई तैयार, फिर मनण लई तैयार नहीं। सो इहदी समझ आ, तेरी समझ के उत्ते ही अज असीं विचार करांगे कि अपनी समझ के नाल की कुछ सोचता है, लेकिन यदि समझ के बारे च लिखा परमेश्वर के वचन दे विच, तेरी समझ ते मेरी समझ दे विच जमीन आसमान का फर्क है। जिद्दां धरती दे नालों आकाश उत्ते, पताल दे नालों आकाश उच्चे है, उस तरह मेरी सोच तेरी सोच दे नालों उच्ची है।
ਤੇ ਜਿੱਥੇ ਤੇਰੀ ਸੋਚ ਖਤਮ ਹੁੰਦੀ ਆ ਉੱਥੇ ਪਰਮੇਸ਼ਵਰ ਦੀ ਸੋਚ ਸ਼ੁਰੂ ਹੁੰਦੀ ਹੈ। ਇਸ ਲਈ ਨਾਸਤਿਕ ਕਹਿ ਦਿੰਦਾ ਕਿ ਪਰਮੇਸ਼ਵਰ ਹੈ ਹੀ ਨਹੀਂ। ਕਿਸੇ ਨੇ ਕਹਿ ਦਿੱਤਾ ਸੀ ਆਤਮਾ ਉਤਮਾ ਦਾ ਜਿਹੜਾ ਚੱਕਰ ਕੋਈ ਨਹੀਂਗਾ, ਆਤਮਾ ਹੁੰਦਾ ਹੀ ਨਹੀਂਗਾ। ਤੁਸੀਂ ਦੱਸੋ, ਕਹਿੰਦੇ ਅਸੀਂ CT ਸਕੈਨ ਕਰਾਉਣੇ ਆ, MRI ਕਰਾਉਣੇ ਆ, ਕਦੀ ਉਹ 'ਚ ਆਤਮਾ ਆਈ? ਸਿਰੜਾਓ ਨਹੀਂ, ਇਹ ਸਿਰੜਾਓ ਨਹੀਂ ਹੁੰਦੇ, ਇਹ ਅਗਿਆਨਤਾ। ਇਹਨੂੰ ਪੁੱਛਣ ਵਾਲਾ ਹੋਵੇ ਵੀ ਆਤਮਾ ਦੀ ਤੇ ਫੋਟੋ ਨਹੀਂ ਆਈ। ਹਾਂਜੀ, ਡਾਕਟਰ ਕਹਿੰਦੇ ਤੁਹਾਡਾ ਥਾਇਰਾਇਡ ਘਟ ਗਿਆ ਹੈ, ਵੱਧ ਗਿਆ, ਉਹਦੀ ਫੋਟੋ ਆਉਂਦੀ? ਸ਼ੂਗਰ ਦੀ ਫੋਟੋ ਆਈ ਕਦੀ? ਹਾਂਜੀ, ਸ਼ੂਗਰ ਦੀ ਫੋਟੋ ਤਾਂ ਨਹੀਂ ਨਾ ਉਹਦੀ, ਮਸ਼ੀਨ ਜੀ ਬਣਾਤੀ ਉਹ ਦੱਸਦੀ 200 300, ਪਹਿਲਾਂ ਉਹ ਕਹਿੰਦੇ 120 ਹੋਵੇ ਤੇ ਠੀਕ ਆ, ਉਹ ਕਹਿੰਦੇ ਨਹੀਂ ਹੁਣ 200 ਵੀ ਹੋਵੇ ਤਾਂ ਵੀ ਠੀਕ ਆ। ਹੁਣ ਜਾਂ ਮਸ਼ੀਨ ਗਲਤ ਹੈ ਜਾਂ ਬਣਾਉਣ ਵਾਲੇ ਗਲਤ ਆ। ਹੁਣ ਕਹਿੰਦੇ 200 ਵੀ ਨੋਰਮਲ ਹੁੰਦੀ ਆ, ਪਹਿਲਾਂ ਕਹਿੰਦੇ 120 ਤੋਂ ਵਧੇ ਤਾਂ ਤੁਸੀਂ ਸ਼ੂਗਰ ਦੇ ਮਰੀਜ਼ ਆ। ਸੋ ਇਹ ਇਹਨਾਂ ਦੀ ਤਾਂ ਇਹ ਜਾਣਨ, ਲੇਕਿਨ ਸਾਰਾ ਅਸੀਂ ਇਸ ਚੀਜ਼ ਨੂੰ ਸਮਝਾਂਗੇ। ਕਹਿੰਦਾ ਆਤਮਾ ਜਿਹੜੀ ਨਾ ਉਹ MRI ਦੇ ਵਿੱਚ ਜਾਂ CT ਸਕੈਨ ਦੇ ਵਿੱਚ ਆਉਂਦੀ ਨਹੀਂ ਆ। ਇਹਨੂੰ ਪੁੱਛਣ ਵਾਲਾ ਹੋਵੇ ਵੀ ਤੇਰੇ ਲਹੂ ਦੇ ਵਿੱਚ ਜਾਨ ਹੈ ਤੇ ਜਾਨ ਦੀ ਤਸਵੀਰ ਆਉਂਦੀ? MRI ਕਦੀ ਹੋਈ? ਜਾਨ ਕਿੱਥੇ, ਕਿਹੜੇ ਪੁਰਜੇ 'ਚ ਰੱਖੀ ਹੋਈ ਹੈ? ਤੇਰੇ ਅੰਦਰ ਸਮਝ ਦਾ ਪੁਰਜਾ ਆਇਆ, ਦੱਸ ਕਿੱਥੇ ਹੈ? ਕਹਿੰਦੇ ਇੱਥੇ ਹੁੰਦਾ, ਕੋਈ ਕਹਿੰਦਾ ਇੱਥੇ ਹੁੰਦਾ। ਠੀਕ ਹੈ, ਪਹਿਲਾਂ ਫੈਸਲਾ ਕਰ ਲਓ ਇੱਥੇ ਹੁੰਦਾ ਕਿ ਇੱਥੇ ਹੁੰਦਾ, ਤੇ ਫਿਰ ਦੱਸ ਨਾ ਉੱਥੇ ਕਿੱਥੇ ਪਿਆ ਉਹਦੀ CT ਸਕੈਨ ਕਰਕੇ ਦਿਖਾ ਭਲਾ। ਹੈਂ, ਆਪ ਹੀ ਡਾਕਟਰ ਕਹਿੰਦੇ ਇੱਕ ਵੱਡਾ ਦਿਮਾਗ ਹੁੰਦਾ, ਇੱਕ ਛੋਟਾ ਦਿਮਾਗ ਹੁੰਦਾ, ਇੱਕ ਭਲੇ ਤੇ ਬੁਰੇ ਨੂੰ ਪਛਾਣਨ ਵਾਲਾ ਹੁੰਦਾ, ਇੱਕ ਦੂਜਾ ਹੁੰਦਾ, ਹੈ ਨਾ। ਦੋ ਦਿਮਾਗ ਕਹਿੰਦੇ ਹੁੰਦੇ ਬੰਦੇ ਦਾ, ਇੱਕ ਛੋਟਾ ਦਿਮਾਗ ਤੇ ਇੱਕ ਵੱਡਾ ਦਿਮਾਗ। ਤੇ ਹੁੰਦਾ ਤਾਂ ਹੈਗਾ ਇਹ, ਤੇ ਕਹਿੰਦੇ ਆ, ਪਰ ਹੁੰਦਾ ਕਿੱਥੇ? ਇਹ ਲੱਭਿਆ ਨਹੀਂ। ਸੋ ਨਾਸਤਿਕ ਜਿਹੜਾ ਇਹ ਸਿਰ ਫਸਾਉਂਦਾ ਹੈ, ਲੇਕਿਨ ਪਰਮੇਸ਼ਵਰ ਨੂੰ ਚੈਲੰਜ ਕਰਨ ਵਾਲਾ ਨਾ ਕੋਈ ਪੈਦਾ ਹੋਇਆ ਤੇ ਨਾ ਹੀ ਹੋ ਸਕਦਾ। ਇਹਨਾਂ ਨੇ ਖੋਜ ਬੜੀ ਕੀਤੀ, ਪਹਿਲਾਂ ਪਤਾ ਲਾ ਲੈਂਦੇ ਜੀ ਪਰਸੋਂ ਨੂੰ ਮੀਂਹ ਪੈਣਾ, ਲੇਕਿਨ ਕਿੰਨੀ ਵਾਰੀ ਤੁਸੀਂ ਦੇਖਿਆ ਮੀਂਹ ਨਹੀਂ ਪਿਆ। ਇਹ ਉੱਥੋਂ ਤੱਕ ਸੋਚ ਸਕਦੇ ਆ ਜਿੱਥੋਂ ਤੱਕ ਇਹਨਾਂ ਨੂੰ ਕੁਛ ਚਿੰਨ੍ਹ ਮਿਲ ਜਾਣ, ਲੇਕਿਨ ਉਸ ਤੋਂ ਅੱਗੇ ਨਹੀਂ। ਜਿਹੜਾ ਵਰਾਉਣ ਵਾਲਾ ਉਹ ਜਾਣਦਾ ਮੈਂ ਕਦੋਂ ਵਰਾਉਣਾ ਹੈ ਤੇ ਕਦੋਂ। ਕਈ ਵਾਰੀ 100% ਵੀ ਨਹੀਂ ਪੈਂਦਾ ਤੇ ਕਈ ਵਾਰੀ 20% ਵੀ ਪੈ ਜਾਂਦਾ ਹੈ। ਸੋ ਦੱਸਣਾ ਚਾਹੁੰਦਾ, ਤੂੰ ਜਿੰਨਾ ਮਰਜ਼ੀ ਸਮਝ ਰੱਖ ਲੈ, ਜਿੰਨੀ ਮਰਜ਼ੀ ਤੇਰੀ ਬੁੱਧ ਅੱਗੇ ਚੱਲ ਜਾਵੇ, ਪਰ ਫਿਰ ਵੀ ਤੂੰ ਮੇਰਾ ਭੇਤ ਪਾ ਸਕਦਾ। ਇਹ ਤੇ ਜਿੱਤੇ ਮੈਂ ਜ਼ਾਹਰ ਕਰਾਂਗਾ ਉਹੀ ਇਸ ਭੇਤ ਨੂੰ ਸਮਝੂਗਾ, ਦੂਜਾ ਸਮਝ ਸਕਦਾ नहीं है। सो तुम्हारे अधर्म के कामों ने तुमको तुम्हारे परमेश्वर से अलग कर दिया और तुम्हारे पापों के कारण उसका मुंह तुमसे छिपा है कि वह तुम्हारी सुनता नहीं है। काहदे कारण छुपिया भला? साडे पापां दे कारण ओहदा मूँह साडे तो की होया पिया भला? पापी मनुख कदे भी पाप दे विच रहिंदियां होइयां उहनूं देख सकदा। अगर इस इंसान ने उन्हें देखना है तो इनू उहदे वर्गा धार्मिक बनना पवेगा। फिर उन्होंने एक समा आऊगा कि रूबरू खुदा नूं देखूगा जिन्हों कभी किसी ने देखा नहीं है। सो एक गल तो क्लीयर होगी, यसु मसीह कहता है भी तुसीं मेरे तो अलग हो के कुछ नहीं कर सकते, और वचन ही दसदा है कि असीं ऑलरेडी परमेश्वर तो की है भला अलग हैं। लेकिन यसु मसीह जिन्हां नाल गल कर रहा है वो यसु मसीह दे शिगिरद है, वो ऑलरेडी यसु मसीह उन्होंने अपने नाल मिला चुका। हुण उन्होंने दसदा भी तुसीं मेरे तो अलग हो के कुछ नहीं कर सकते। वचन नूं ध्यान रखना भी गल किहनां नाल हो रही है। सो देखते हैं इफसियों का खत उहदा 2 अध्याय 12 वर्ष विच एक तो देख लिया भी तुहाडे अधर्म के कामां दा करके ते प्लस तुहाडे पापां दा करके, है ना। तो दूसरा रेफरेंस की मिलता है इफसियों 2:12 दे विच, तुम लोग उस समय मसीह से अलग, तुम लोग उस समय मसीह से अलग और इसराइल की प्रजा के पद से अलग किए हुए और प्रतिज्ञा की वाचाओं के भागी ना थे और आशाहीन और जगत में ईश्वर रहत थे। साडे लिए भला परमेश्वर के विचार की है? असीं जिहड़े मंदिरां दीयां घंटियां घुंटियां बजाउंदे रहे, इधर उधर जाते रहे, बड़ा कुछ करते रहे, कभी मजार लभी तो उत्थे मत्था टेक लिया, ये भी रब ही है। कभी कुछ लभा उत्थे मत्था टेक लिया, कभी किसी ने किसी दरख्त नाल धागा धूगा बनिया उत्थे मत्था टेक लिया, तो समझ लिया की कर लिया भला इत्थे भी रब ही होना। फिर किसी ने कहता कण कण दे विच भगवान हुंदा, काहदे विच? फिर किसी ने गाना गाता पत्ते पत्ते विच हुंदा, ते पत्ते ते टुट जांदे दरख्त दे नालों, सुक सड़ जाते हैं, अग दे विच साड़े जाते हैं, तो फिर भगवान गया हरे हरे हुंदा तो फिर सुक किद्दां गया जी हरे हरे हुंदा ते? हाँ जी। सो ये बंदा जिहड़ा ना ये समझदा अपने आप नूं बड़ा गांदा है, पर इनू समझ है नहीं असल दे विच, तां करके इदां दी अज्ञानता दी गल्लां करदा। वजह तुम लोग उस समय मसीह से अलग
ਜਦੋਂ ਤੱਕ मसीह ने अपने प्रगट नहीं किया। ये किदा है भला, वो तो ऑलरेडी अलग है, इसराइल की प्रजा के पद से अलग, क्योंकि इसराइल को परमेश्वर ने बुलाया अपनी खास निज प्रजा करके। और सानू ये दसण की जरूरत नहीं, बहुत बार दस चुके हैं कि जे उन्हें उन्होंने निज प्रजा करके अनाउंस किया ना, तो सिद्ध हुंदा अज भी। परमेश्वर ने अगर इसराइल नूं अपनी निज प्रजा करके किया है ना, तो यदा मतलब ये नहीं 4000 साल पहला कहा सीगा ते अज नहीं वो गलबात बनती, जां 5000 साल पहला अब्राहम नूं बुलाया सी ते अज नहीं वो गल बनती। ਜਿਹੜੀ गल उन्हें 5000 साल पहला उन्हां दे बाप दादियां दे नाल कीती सी ना, अज भी उन्हां दे नाल उही गल है। साडे इंडिया वांगू निगा कहंदे 33 करोड़ देवी देवते, पुछे कदों आए सी, फिर दसिया नहीं जाता। 33 करोड़ दे विच आखिरी किहड़ा सीगा ते पहला किहड़ा सी वो भी नहीं दसिया जाता। फिर 33 करोड़ आए कल ही, उदों तो जनसंख्या थोड़ी सी, जो देश आजाद होया 35 करोड़ सी। 1947 ਦੇ ਵਿੱਚ 35 ਕਰੋੜ ਸੀਗੀ, ਤੇ ਮਤਲਬ 1947 ਹਿਸਾਬ ਨਾਲ ਇੱਕ ਨੂੰ ਇੱਕ ਆਉਣ ਡਿਆ। ਇੰਨੇ ਦੇਵਤਿਆਂ ਨੂੰ ਕੀ ਵਕਤ ਪਿਆ ਸੀ ਉੱਥੇ ਆਉਣ ਦਾ? ਦੇਵਤਾ ਤੇ ਇੱਕੋ ਹੀ ਬਹੁਤ ਹੁੰਦਾ ਜੇ ਕੰਮ ਦਾ ਹੋਵੇ ਤੇ ਇੱਥੇ 33 ਕਰੋੜ ਆਉਣ ਡਏ ਹਨਾ, ਤੇ ਗੱਲ ਫੇਰ ਹੀ ਬਣੀ। ਫਿਰ ਪੁੱਛੀਦਾ ਚਲੋ ਨਾਂ ਹੀ ਦੱਸ ਦਿਓ, 33 ਕਰੋੜ ਦੇ ਨਾਂ ਹੀ ਦੱਸ ਦਿਓ। ਫਿਰ ਨਵਾਂ ਦਾ ਨਹੀਂ ਪਤਾ, ਇਹ ਬਲੀਵ ਹੈਗਾ ਵੀ 33 ਕਰੋੜ ਸੀਗੇ। ਤੇ ਫਿਰ ਇਹਨਾਂ ਦੀ ਨਸਬੰਦੀ ਕਦੋਂ ਹੋ ਗਈ ਉਹਦਾ ਵੀ ਕੋਈ ਪਤਾ, ਇਹ ਕਦੋਂ ਬੰਦ ਹੋਏ ਹੋਣੇ, ਤੇ ਫਿਰ ਬੰਦ ਹੋਣ ਦੀ ਵਜ੍ਹਾ ਕੀ ਹੋਈ? ਪਹਿਲਾਂ ਫਟਾਫਟ ਉੱਪਰ ਹੇਠਾਂ ਆ ਗਏ, ਬਾਅਦ 'ਚ ਇੱਕਦਮ ਹੀ ਬੰਦ ਹੋ ਗਏ, ਤੇ ਵਜ੍ਹਾ ਤੇ ਕੋਈ ਨਾ ਕੋਈ ਦੱਸਣੀ ਪਊਗੀ ਨਾ ਲੋਕਾਂ ਨੂੰ। ਕੱਲਾ ਕਥਾ ਕਹਾਣੀਆਂ ਦੇ ਉੱਤੇ ਗੱਲ ਬਣਦੀ ਜੇ ਤੇ ਉਦੋਂ ਆਉਂਦੇ ਸੀ ਤੇ ਫਿਰ ਅੱਜ ਵੀ ਆਉਣੇ, ਤੇ ਜੇ ਅੱਜ ਨਹੀਂ ਆਉਂਦੇ ਤੇ ਫਿਰ ਉਦੋਂ ਵੀ ਆਏ। ਸਿੱਧੀ ਗੱਲ ਆ, ਕੋਈ ਧਰਮ ਤੇ ਅਟੈਕ ਥੋੜੀ ਆ, ਕੋਈ ਕਿਸੇ ਦੇ ਮਜ਼ਹਬ ਜਾਂ ਤਲੀਮ ਤੇ ਅਟੈਕ ਥੋੜੀ ਆ। ਇਹ ਤੇ ਸਿੱਧਾ ਸਵਾਲ ਆ। ਜੇ ਉਹਨਾਂ ਦੇ ਨਾਲ ਇਸਰਾਇਲ ਦੇ ਨਾਲ ਵਾਅਦਾ ਹੈ ਨਾ 5000 ਸਾਲ ਪਹਿਲਾਂ ਦਾ, ਤੇ ਉਹ ਵਾਅਦਾ ਕੀ ਹੈ ਭਲਾ? ਅੱਜ ਵੀ ਪੂਰਾ ਆ। ਉਹ ਇੱਧਰ ਉੱਧਰ ਹੋਇਆ ਨਹੀਂ ਆ। मूसा ਦੇ ਸਮੇਂ ਦੇ ਵਿੱਚ 3500 ਸਾਲ ਪਹਿਲਾਂ ਪਰਮੇਸ਼ਵਰ ਨੇ ਕਿਹਾ ਸੀ, ਤੁਸੀਂ ਮੇਰੀ ਕੀ ਹੋ ਭਲਾ? ਨਿਜ ਪ੍ਰਜਾ ਹੋ। ਜਿਹਨੂੰ ਪਰਮੇਸ਼ਵਰ ਨੇ ਨਿਜ ਪ੍ਰਜਾ ਕਿਹਾ ਸੀ, ਉਹਨੂੰ ਦੱਸਿਆ ਸੀ ਵੀ ਜੇ ਤੂੰ ਗਲਤ ਚੱਲਿਆ ਤੇ ਤੈਨੂੰ ਮੈਂ ਮਾਰੂੰਗਾ ਵੀ ਬਹੁਤ, ਤੈਨੂੰ ਸਜ਼ਾ ਵੀ ਬਹੁਤ ਦਊਂਗਾ। ਪਰ ਤੁਹਾਡੇ ਬਾਪ ਦਾਦਿਆਂ ਦੇ ਧਰਮ ਨੂੰ ਦੇਖਦਿਆਂ ਹੋਇਆਂ, ਉਹਨਾਂ ਦੇ ਚੰਗੇ ਕੰਮਾਂ ਨੂੰ ਦੇਖਦਿਆਂ, ਮੈਂ ਫਿਰ ਤੁਹਾਡੇ ਤੇ ਰਹਿਮ ਕਰੂੰਗਾ। ਕਦੋਂ? ਜਦੋਂ ਤੁਸੀਂ ਪਛਤਾਪ ਕਰਕੇ ਮੁੜੋਗੇ। ਸੋ ਉਹਨਾਂ ਨਾਲ ਉਹ ਸਭ ਕੁਝ ਹੁੰਦਿਆਂ ਅਸੀਂ ਦੇਖਿਆ, ਲੇਕਿਨ ਸੰਪੂਰਨ ਤੌਰ ਦੇ ਉੱਤੇ ਅਸੀਂ ਜਦੋਂ ਦੇਖਦੇ ਹਾਂ ਤੇ ਇਹ ਹੈ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਪਰਮਾਨੈਂਟ ਛੱਡਿਆ। ਜਿਹੜਾ ਵਾਅਦਾ ਉਹਨਾਂ ਦੇ ਨਾਲ ਕੀਤਾ, ਉਹੀ ਵਾਅਦੇ ਨੂੰ ਪਰਮੇਸ਼ਵਰ ਉਹਨਾਂ ਦੇ ਨਾਲ ਪੂਰਾ ਕਰਦਾ ਰਿਹਾ ਆ। मूसा ਦੇ ਸਮੇਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਪਰਮੇਸ਼ਵਰ ਨੇ ਵਿਵਸਥਾ ਦਿੱਤੀ, ਉਹਦੇ 'ਚ ਲਿਖਿਆ ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ਾ ਦਿਓਗੇ, ਕਰਜ਼ਾ ਲਓਗੇ ਨਹੀਂ। ਕੀ ਲਿਖਿਆ ਭਲਾ? ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ਾ ਦਿਓਗੇ। ਕਰਜ਼ਾ ਅੱਜ ਤੱਕ ਕੋਈ ਮਾਈ ਦਾ ਲਾਲ ਉੱਠੇ ਤੇ ਦੱਸੇ ਇਸਰਾਇਲ ਨੇ ਕਿਸੇ ਕੋਲ ਕਰਜ਼ਾ ਲਿਆ? ਔਰ ਸਾਰੇ ਇਹ ਦੱਸਣਗੇ ਵੀ ਇਸਰਾਇਲ ਨੇ ਸਾਰਿਆਂ ਨੂੰ ਕਰਜ਼ੇਦਾਰ ਬਣਾ ਕੇ ਰੱਖਿਆ। ਵਚਨ ਪੂਰਾ ਹੋਇਆ 3500 ਸਾਲ ਪਹਿਲਾਂ ਦਾ, ਅੱਜ ਵੀ ਪੂਰਾ ਆ। ਜੋ ਉਦੋਂ ਕਿਹਾ ਸੀ ਨਾ, ਉਹ ਅੱਜ ਵੀ ਪੂਰਾ ਨਜ਼ਰ ਆਉਂਦਾ ਆ। ਤੇਰੀ ਤਾਕਤ ਨੂੰ ਮੈਂ ਵਧਾਵਾਂਗਾ, ਉਹ ਅੱਜ ਵੀ ਨਜ਼ਰ। ਸਾਡਾ ਭਾਰਤ ਕਦੇ ਕਾਰਗਿਲ ਦਾ ਯੁੱਧ ਨਹੀਂ ਸੀ ਜਿੱਤ ਸਕਦਾ ਅਗਰ ਇਸਰਾਇਲ ਉਹਦੀ ਮਦਦ ਨਾ ਕਰਦਾ। ਬਹੁਤਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ। ਸੁਮੁਖ ਦੀ ਗੱਲ, ਸਾਰਾ ਵਿਸ਼ਾ ਕੀ ਹੈ? ਵਚਨ ਕਦੇ ਬਦਲਦਾ ਨਹੀਂ। ਜਿਹੜਾ ਉਦੋਂ ਸੀ ਉਹ ਅੱਜ ਵੀ ਪੂਰਾ ਆ। ਮੈਂ ਤੈਨੂੰ ਸਿਰ ਬਣਾਉਂਗਾ, ਪੂਛ ਨਹੀਂ। ਇਹ ਇਸਰਾਇਲ ਦੇ ਲਈ ਵਾਅਦਾ ਸੀ, ਸਾਡੇ ਲਈ ਨਹੀਂਗਾ। ਸਾਡੇ ਲਈ ਉਹ ਆਤਮਿਕ ਤੌਰ ਦੇ ਉੱਤੇ ਹੈ, ਲੇਕਿਨ ਉਹਨਾਂ ਲਈ ਜਿਸਮਾਨੀ ਤੌਰ ਦੇ ਉੱਤੇ ਹੈ। ਕਈ ਉਹਨੂੰ ਵੀ ਆਪਣੇ ਨਾਲ ਤੋਲਦੇ ਰਹਿੰਦੇ ਆ, ਇਸਰਾਇਲ ਦੇ ਨਾਲ ਕੀਤੀਆਂ ਗੱਲਾਂ ਨੂੰ ਉਹ ਨਵੇਂ ਜਨਮ 'ਚ ਪਾਉਂਦੇ ਰਹਿੰਦੇ ਆ। ਨਵੇਂ ਜਨਮ ਵਾਲਿਆਂ ਦੇ ਨਾਲ ਗੱਲ ਸਾਰੀ ਦੀ ਸਾਰੀ ਉੱਪਰ ਨਹੀਂ ਆ, ਲੇਕਿਨ ਇਸਰਾਇਲ ਦੇ ਨਾਲ ਕੀ ਹੈ ਭਲਾ? ਸਾਰੀ ਦੀ ਸਾਰੀ ਗੱਲ ਇਸ ਜਹਾਨ ਦੀ ਹੈ। ਤੇ ਜਿਹੜੀ ਇਸ ਜਹਾਨ ਦੀ ਜਦੋਂ ਪੂਰੀ ਹੁੰਦੀ ਹੈ ਤੇ ਫਿਰ ਉਸ ਜਹਾਨ ਦੀ ਪੂਰੀ 100% ਹੋਊਗੀ। ਸੋ ਉਸ ਜਹਾਨ ਦਾ ਵਾਅਦਾ ਨਵਾਂ ਜਨਮ ਪਾਏ ਹੋਇਆਂ ਦੇ ਨਾਲ। ਲੇਕਿਨ ਇਸਰਾਇਲ ਦੇ ਵਾਅਦੇ ਦਾ ਕੀ ਆ? ਕਹਿੰਦਾ ਤੂੰ ਜਿੱਥੇ ਜਿੱਥੇ ਜਾਵੇਂਗਾ ਤੇਰਾ ਬੋਲ ਬਾਲਾ ਹੋਊਗਾ, ਮੈਂ ਤੈਨੂੰ ਸਿਰ ਬਣਾਉਂਗਾ, ਪੂਛ ਲਿਖ ਕੇ ਦਿੱਤਾ। ਹਾਂਜੀ, ਲਿਖ ਕੇ ਦਿੱਤਾ। ਕਿੰਨੇ ਪਰਮੇਸ਼ਵਰ ਸੀ ਇਸਰਾਇਲ ਦੇ? ਕਿੰਨੇ ਸੀ ਜੀ?
ਇੱਕੋ ਹੀ। ਉਹ ਇੱਕ ਨੇ ਜੋ ਕੁਛ ਉਹਨਾਂ ਨੂੰ ਕਿਹਾ ਨਾ, ਸਾਰੇ ਦਾ ਸਾਰਾ ਪੂਰਾ ਹੁੰਦਾ। ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਜਿਹੜਾ ਉਹਦੀ ਇੱਕ ਗੱਲ ਨੂੰ ਵੀ ਇਨਕਾਰ ਸਕੇ। ਉੱਥੇ ਸਾਡੇ ਵਾਂਗੂ ਉਹਨੇ ਟਿਊਬਲ ਨਹੀਂ ਲਾਏ ਹੋਏ, ਬਾਅਦ ਟਿਊਬਲ ਦੇ ਵੀ ਵਿਚਾਰੇ ਦੇ ਬੋਰ ਥੱਲੇ ਪਹਿਲਾਂ 200 ਤੇ ਫਿਰ 250 ਤੇ ਫਿਰ 300 ਤੇ ਫਿਰ 350 ਦੇ ਉੱਤੇ। ਉੱਥੇ ਟਿਊਬਲ ਟਾਬਲ ਕੋਈ ਨਹੀਂ ਲਾਏ। ਸਮੇਂ ਸਿਰ ਬਾਰਿਸ਼ ਆਉਂਦੀ ਹੈ, ਸਮੇਂ ਸਿਰ ਫਸਲਾਂ ਹੁੰਦੀਆਂ। ਪੱਥਰ ਦੇ ਉੱਤੇ ਵੀ ਬੀਜ ਸੁੱਟਦੇ ਆ ਤੇ ਉੱਥੇ ਵੀ ਪੈਦਾ। ਕੀ ਕਿਹਾ ਸੀ ਭਲਾ ਉੱਥੇ ਲਿਜਾਣ ਤੋਂ ਪਹਿਲਾਂ? ਮੈਂ ਤੁਹਾਨੂੰ ਮਿਸਰ ਦੀ ਗੁਲਾਮੀ ਚੋਂ ਕੱਢ ਕੇ ਇੱਕ ਐਸੇ ਦੇਸ਼ ਦੇ ਵਿੱਚ ਲੈ ਕੇ ਜਾਵਾਂਗਾ ਜਿੱਥੇ ਦੁੱਧ ਤੇ ਸ਼ਹਿਦ ਦੀਆਂ ਕੀ ਬਹਿੰਦੀਆਂ ਭਲਾ? ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਬਹਿੰਦੀਆਂ। ਦੇਸ਼ ਵੀ ਉਹਨਾਂ ਦਾ ਨਹੀਂ, ਕਬਜ਼ਾ ਕਰਵਾਇਆ। ਤੇ ਫਿਰ ਨਾਲ ਕੀ ਵਾਅਦਾ ਕੀਤਾ? ਤੁਹਾਨੂੰ ਇੱਥੋਂ ਕੋਈ ਉਖਾੜ ਨਹੀਂ ਸਕੂਗਾ। ਤੁਸੀਂ ਗਲਤੀ ਕਰੋਗੇ ਮੈਂ ਤੁਹਾਨੂੰ ਸਜ਼ਾ ਦਊਂਗਾ, ਗੁਲਾਮ ਵੀ ਬਣਾ ਦੂੰਗਾ, ਪਰ ਤੁਹਾਨੂੰ ਉਖਾੜ ਨਹੀਂ ਸਕੂਗਾ। ਜਦੋਂ ਤੁਸੀਂ ਮੁੜੋਗੇ ਮੈਂ ਫਿਰ ਤੁਹਾਡੇ 'ਤੇ ਕਿਰਪਾ ਕਰੂੰਗਾ, ਤੁਹਾਡਾ ਦੇਸ਼ ਤੁਹਾਨੂੰ ਵਾਪਸ ਦਊਂਗਾ। 1903 ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਤੇ 1947 ਦੇ ਵਿੱਚ ਮਿਲ ਗਿਆ। 1948 ਦੇ ਵਿੱਚ 1948 ਦੇ ਵਿੱਚ ਮਿਲਿਆ ਤੇ ਅੱਜ ਤੱਕ ਮਿਲਿਆ ਹੋਇਆ ਨਾ। ਤੇ ਇੱਕ ਪਾਸੇ ਸਾਡਾ ਦੇਸ਼ ਤਰੱਕੀ ਕੀਤੀ ਤੇ ਇੱਕ ਪਾਸੇ ਉਹਨਾਂ ਨੇ ਤਰੱਕੀ ਕੀਤੀ। ਉਹਨਾਂ ਨੇ ਸਾਰਿਆਂ ਨੂੰ ਥੱਲੇ ਲੈ ਲਿਆ ਤੇ ਅਸੀਂ ਸਾਰਿਆਂ ਥੱਲੇ ਆ ਗਏ। ਅੱਜ ਸਾਡੇ ਮੋਦੀ ਸਾਹਿਬ ਇੰਨੇ ਪਵਿੱਤਰ ਮੰਨੇ ਜਾਂਦੇ ਆ ਕਿ ਉਹ ਸਭ ਕੁਝ ਹੀ ਵੇਚੀ ਜਾ ਰਹੇ ਆ। ਤੇ ਸਹੁੰ ਖਾਧੀ ਸੀ ਮੈਂ ਦੇਸ਼ ਨਹੀਂ ਵਿਕਣੇ ਦੂੰਗਾ, ਤੇ ਵੇਚਣ ਦੇ ਵਿੱਚ ਕਸਰ ਵੀ ਕੋਈ ਛੱਡੀ। ਸਾਡਾ ਵਿਸ਼ਾ ਮੋਦੀ ਵੀ ਨਿਗਾ ਨਾ ਰਾਜਨੀਤੀ ਹੈ ਸਮਝਾਉਣ ਦੇ ਲਈ। ਵਚਨ ਬਦਲਦਾ ਨਹੀਂ ਹੈ, ਵਚਨ ਆਪਣੇ ਆਪ 'ਚ ਪੂਰਾ ਆ। ਤੇ ਲਿਖਿਆ ਕੀ ਆ ਸਾਡੇ ਵਾਸਤੇ? ਇਹ ਵਚਨ ਆ ਜਿਹੜੇ ਅਸੀਂ ਗੈਰ ਮਸੀਹੀ ਲੋਕਾਂ ਤੋਂ ਮਸੀਹਤ ਦੇ ਵਿੱਚ ਆਏ ਹਾਂ, ਗੈਰ ਇਸਰਾਏਲੀਆਂ ਤੋਂ ਇਸਰਾਏਲੀਆਂ ਦੀ ਗਿਣਤੀ ਦੇ ਵਿੱਚ ਆਏ हैं। ਉਹਨਾਂ ਦੇ लिए वचन है, तुम लोग उस समय मसीह से अलग, इसराइल की प्रजा के पद से अलग किए हुए और प्रतिज्ञा की वाचाओं के भागी ना थे और आशाहीन और जगत में ईश्वर रहत थे। ਤੇ ਜਿਹਨੂੰ ਜੇ ਅਸੀਂ ਕਹੀਏ ਵਚਨ ਦੱਸਦਾ ਵੀ ਤੁਸੀਂ ਕੀ ਸੀ ਭਲਾ? ਪਰਮੇਸ਼ਵਰ ਤੋਂ ਬਿਨਾਂ ਪ੍ਰਜਾ ਸੀਗੇ ਤੁਸੀਂ। ਪਰਮੇਸ਼ਵਰ ਇਹਨਾਂ ਦੇ ਨਾਲ ਨਹੀਂ ਸੀ, ਜਿਹੜੇ ਸਾਡੇ ਬਾਪ ਦਾਦੇ ਸੀ ਇਹਨਾਂ ਦੇ ਨਾਲ ਕੋਈ ਪਰਮੇਸ਼ਵਰ ਹੈ ਹੀ ਨਹੀਂ ਸੀ। ਤੇ ਇਹਨਾਂ ਨੇ ਆਪਣੀ ਅਕਲ ਦੇ ਪਰਮੇਸ਼ਵਰ ਬਣਾ ਕੇ ਰੱਖੇ ਸੀਗੇ। ਪਰਮੇਸ਼ਵਰ ਇਹਨਾਂ ਦੇ ਨਾਲ ਬਿਲਕੁਲ ਵੀ ਨਹੀਂ ਸੀ। ਕਿਉਂ ਨਹੀਂ ਸੀ? ਕਿਉਂਕਿ ਇਹ ਆਪਣੇ ਪਾਪ ਨੂੰ ਮੰਨਣ ਦੇ ਵਾਸਤੇ ਤਿਆਰ ਨਹੀਂ ਸੀ। ਸੋ ਦੇਖਦੇ ਹਾਂ ਅੱਗੇ। ਅਗਰ ਇਹ ਈਸ਼ਵਰ ਰਹਿਤ ਸਨ ਤਾਂ ਕੀ ਇਹ ਈਸ਼ਵਰ ਨੂੰ ਨਹੀਂ ਮੰਨਦੇ ਸੀ? ਜਦੋਂ ਆਪਾਂ ਯਿਸੂ ਮਸੀਹ ਨੂੰ ਨਹੀਂ ਸੀ ਮੰਨਦੇ, ਆਪਾਂ ਕਿਸੇ ਨਾ ਕਿਸੇ ਨੂੰ ਮੰਨਦੇ ਸੀ ਕਿ ਨਹੀਂ? ਹਾਂਜੀ, ਕਿਹਨੂੰ ਮੰਨਦੇ ਸੀ ਦੱਸੋ? ਚਲੋ ਥੋੜ੍ਹੀ ਦੇਰ। 11ਵੀਂ ਹੋਰ 13ਵੀਂ ਵਾਲਾ ਕਿਹੜਾ ਜੀ? ਲੱਖਾਂ ਦੇ ਦਾਤਾ ਵਾਲਾ ਵੀ ਹੋਣਾ ਕੋਈ ਨਾ ਕੋਈ। ਹਾਂਜੀ, ਸੋ ਲੱਖਾਂ ਦਾ ਦਾਤਾ ਉਦੋਂ ਦਾ ਹੀ ਹੈ, ਕਰੋੜਾਂ ਦਾ ਨਹੀਂ ਬਣਿਆ ਅੱਜ ਤੱਕ। ਲੱਖਾਂ ਦਾ ਰਹਿ ਗਿਆ। ਉਹ 11ਵੀਂ ਵਾਲਾ ਜਿਹੜਾ ਸੀ ਉਹ 11ਵੀਂ ਵਾਲਾ ਹੀ ਰਿਹਾ, ਅੱਗੇ ਨਹੀਂ ਵਧਿਆ ਹੈ ਨਾ। ਉੱਥੇ ਸਟਾਪ ਜੇ ਲੱਗੇ ਹੋਏ, ਪਰ ਅੱਗੇ ਵਧਣਾ ਚਾਹੀਦਾ ਸੀ ਨਾ। ਜਿਹੜਾ ਲੱਖਾਂ ਦਾ ਸੀ ਉਹ ਕਰੋੜਾਂ ਦਾ ਹੋਣਾ ਚਾਹੀਦਾ, ਪਰ ਲੱਖਾਂ ਦਾ ਹੀ ਰਿਹਾ। ਉਹ ਲੱਖਾਂ ਦਾ ਇਸ ਕਰਕੇ ਰਿਹਾ ਵੀ ਹੈ ਨਹੀਂ ਸੀ, ਅਸੀਂ ਬਣਾਇਆ ਸੀ। ਵਚਨ ਕੀ ਦੱਸਦਾ? ਸਾਡਾ ਜੀਵਨ ਕਿੱਦਾਂ ਦਾ ਸੀਗਾ? ਈਸ਼ਵਰ ਰਹਿਤ, ਤੇ ਆਪਣੀ ਅਕਲ ਦਾ ਇੱਕ ਈਸ਼ਵਰ ਬਣਾ ਕੇ ਰੱਖਿਆ ਹੋਇਆ ਸੀ। ਆਪਣੇ ਦਿਲ ਨੂੰ ਤਸੱਲੀ ਦੇਣ ਦੇ ਵਾਸਤੇ ਮੰਨਦੇ ਸੀ ਕਿ ਰੱਬ ਹੈ, ਲੇਕਿਨ ਕੌਣ ਆ ਇਹਦਾ ਗਿਆਨ ਨਹੀਂ ਸੀ। ਇਸ ਕਰਕੇ ਅਗਿਆਨਤਾ ਦੇ ਵਿੱਚ ਜੋ ਬਾਪ ਦਾਦੇ ਕਰਦੇ ਆ ਰਹੇ ਸੀਗੇ, ਉਹੋ ਹੀ ਅਗਿਆਨਤਾ ਦੇ ਵਿੱਚ ਅਸੀਂ ਵੀ ਕਰੀ ਜਾਂਦੇ ਸੀ। ਇੰਨੀ ਬੁੱਧ ਨਹੀਂ ਸੀ ਵੀ ਦੇਖੀਏ ਬਾਪ ਦਾਦੇ ਗਲਤੀ ਤਾਂ ਨਹੀਂ ਕਰਦੇ ਰਹੇ, ਲੇਕਿਨ ਇੰਨਾ ਸਮਾਂ ਸਾਡੇ ਕੋਲ ਸੋਚਣ ਦਾ ਨਹੀਂ ਸੀ। ਅਸੀਂ ਇਹ ਸੋਚ ਕੇ ਤਸੱਲੀ ਕਰ ਲਈ ਇਹਨਾਂ ਦਾ ਤਜਰਬਾ ਹੋਣਾ ਠੀਕ ਹੀ ਹੋਣਾ, ਤੇ ਅਸੀਂ ਵੀ ਉਹ ਕੁਛ ਕਰਦੇ ਰਹੇ। ਕਿ ਬੱਚੇ ਕੀ ਦੱਸਦਾ? ਤੁਸੀਂ ਈਸ਼ਵਰ ਰਹਿਤ ਸੀਗੇ। ਤੇ ਫਿਰ ਜੇ ਈਸ਼ਵਰ ਰਹਿਤ ਸੀ ਤਾਂ ਕੀ ਇਹ ਮੰਨਦੇ ਸੀਗੇ ਈਸ਼ਵਰ ਨੂੰ ਕਿ ਨਹੀਂ ਮੰਨਦੇ ਸੀ? ਮੰਨਦੇ ਸੀ। ਗਲਾਤੀਓਂ ਦਾ ਖੱਤ ਉਹਦਾ 4 ਅਧਿਆਇ ਉਹਦੀ 8 ਵਰਚ ਲਿਖਿਆ, भला तब तो तुम परमेश्वर को न जानकर उनके दास थे जो स्वभाव से परमेश्वर नहीं थे। दास ਸੀਗੇ ਕਿਸੇ ਨਾ ਕਿਸੇ ਦੇ, ਪਰ ਉਹ ਕੀ ਸੀਗੇ ਭਲਾ? ਉਹ ਪਰਮੇਸ਼ਰ, ਜਿਨ੍ਹਾਂ ਨੂੰ ਪਰਮੇਸ਼ਰ ਮੰਨ ਕੇ ਪੂਜਾ ਕਰਦੇ ਸੀ ਨਾ, ਇਹ ਪਰਮੇਸ਼ਰ ਹੋਊਗਾ। ਅਸਲ ਦੇ ਵਿੱਚ ਕੀ ਸੀਗਾ ਭਲਾ? ਉਹ ਪਰਮੇਸ਼ਰ ਹੈ ਹੀ ਨਹੀਂ। ਕਿਉਂ ਨਹੀਂ ਸੀ? ਕਿਉਂਕਿ ਪਰਮੇਸ਼ਰ ਤੋਂ ਬਹੁਵਚਨ ਥੋੜ੍ਹੀ ਆ, ਪਰਮੇਸ਼ਰ ਤਾਂ ਇੱਕੋ ਹੀ ਆ। ਪੂਰੇ ਕੁੱਲ ਜਹਾਨ ਦਾ ਪਰਮੇਸ਼ਰ ਕਿੰਨੇ ਆ ਭਲਾ?
लेकिन फिर भी इन्हें पक्षपात इन्ना किया, 33 करोड़ साडे देश च भेजे, बाकियां च नहीं भेजा किसी नूं। जां तो उत्थे पापी ज़्यादा सीगे तां करके इन्ने देवतिਆਂ ਨੂੰ ਆਉਣ ਦੀ ਜ਼ਰੂਰਤ ਪਈ। ਹਾਂਜੀ, ਤੇ ਜਾਂ ਫਿਰ ਧਰਮੀ ਇੰਨੇ ਸੀਗੇ ਕਿ ਉਹਨਾਂ ਦਾ ਮਨ ਕਰਦਾ ਸੀ ਉਹਨਾਂ ਕੋਲ ਚੱਲੀਏ। ਦੋਨਾਂ 'ਚ ਇੱਕ ਤੇ ਗੱਲ ਹੋਊਗੀ। ਤੇ ਆ ਜਿਹੜੇ ਬਾਕੀ ਵਿਚਾਰੇ ਸੀਗੇ ਇੱਧਰ ਉੱਧਰ ਬੈਠੇ, ਇਹਨਾਂ ਦਾ ਕੀ ਬਣੂਗਾ? ਇਹਨਾਂ ਲਈ ਵੀ ਤਾਂ ਕੋਈ ਚਾਹੀਦਾ ਸੀ ਨਾ, ਤੇ ਇਹਨਾਂ ਦਾ ਕੋਈ ਵੀ ਨਹੀਂ ਸੀ। ਅਮਰੀਕਾ ਦੇ ਵਿੱਚ ਕੋਈ ਦੇਵਤਾ ਪੈਦਾ ਨਹੀਂ ਹੋਇਆ, ਕੈਨੇਡਾ ਦੇ ਵਿੱਚ ਕੋਈ ਦੇਵਤਾ ਪੈਦਾ ਨਹੀਂ ਹੋਇਆ, ਆਸਟ੍ਰੇਲੀਆ ਵਿੱਚ ਕੋਈ ਦੇਵਤਾ ਪੈਦਾ ਨਹੀਂ, ਨਿਊਜ਼ੀਲੈਂਡ ਦੇ ਵਿੱਚ ਕੋਈ ਦੇਵਤਾ ਪੈਦਾ ਨਹੀਂ, ਇੰਗਲੈਂਡ ਦੇ ਵਿੱਚ ਕੋਈ ਦੇਵਤਾ ਪੈਦਾ ਨਹੀਂ, ਯੂਰਪ ਦੇ ਵਿੱਚ ਕੋਈ ਦੇਵਤਾ ਪੈਦਾ ਨਹੀਂ ਹੋਇਆ। ਇਹ ਸਾਰੇ ਦੇਵਤਿਆਂ ਨੂੰ ਇੰਡੀਆ ਲੱਭਾ। ਆਹੋ ਇਹ ਵੀ ਗੱਲ ਸਹੀ ਹੈ। ਜਾਂ ਤੇ ਦੇਵਤਾ ਹੀ ਪੰਜਾਬੀ ਸੀਗਾ, ਹਾਂਜੀ, ਦੇਵਤਾ ਹਿੰਦੀ ਜਾਣਨ ਵਾਲਾ ਹੋਣਾ ਜਾਂ ਤੇ, ਹੈ ਨਾ। ਸੋ ਸਮਝਣਾ ਹੈ ਗੱਲ ਵੀ ਪਰਮੇਸ਼ਰ ਤੋਂ ਕੀ ਸੀ ਭਲਾ ਅਲੱਗ ਸੀਗੇ। ਸੋ ਵਿਸ਼ਾ ਸਮਝਣ ਦਾ ਆ ਕਿ ਇੱਕ ਦੇਸ਼ ਜਿੱਥੇ ਇੰਨੇ ਆਏ, ਉਹ ਤੇ ਸਵਰਗ ਹੋ ਜਾਣਾ ਚਾਹੀਦਾ, ਹੈ ਨਾ। ਕੀ ਹੋਣਾ ਚਾਹੀਦਾ ਭਲਾ? ਜੇ ਇਸ ਧਰਤੀ ਉੱਤੇ 33 ਕਰੋੜ ਦੇਵੀ ਦੇਵਤਾ ਆ ਜਾਣ, ਉਹ ਧਰਤੀ ਤੇ ਸਵਰਗ ਬਣ ਜਾਣੀ ਚਾਹੀਦੀ ਹੈ। ਲੇਕਿਨ ਅਗਰ ਤੁਲਨਾ ਕੀਤੀ ਜਾਵੇ ਤੇ ਸਭ ਤੋਂ ਇਸ ਟਾਈਮ ਜਿਹੜੀ ਗਿਰਾਵਟ ਔਰ ਕਰਪਟ ਦੇ ਵਿੱਚ ਜਿਹਦਾ ਨੰਬਰ ਆ ਰਿਹਾ ਉਹ ਕੌਣ ਹੈ ਭਲਾ? 33 ਕਰੋੜ ਦੇਵੀ ਦੇਵਤਿਆਂ ਦੀ ਧਰਤੀ ਉੱਤੇ ਇੰਨਾ ਗੁਨਾਹ, ਇੰਨਾ ਗੁਨਾਹ ਕਿ 3-3 ਸਾਲ ਦੀਆਂ ਬੱਚੀਆਂ ਦਾ ਰੇਪ ਹੋ ਰਿਹਾ। ਔਰ ਕਰਨ ਵਾਲੇ ਕੌਣ ਆ? ਜਿਹੜੇ ਕਹਿੰਦੇ ਅਸੀਂ ਸਨਾਤਨੀ ਆ। ਕੌਣ? ਅਸੀਂ ਸਨਾਤਨ ਧਰਮ ਤੋਂ ਆ, ਸਾਡਾ ਧਰਮ ਸਭ ਤੋਂ ਪੁਰਾਣਾ ਆ। ਜਿਨ੍ਹਾਂ ਦੇ ਮੁਖੀਏ ਨੇ ਇੱਥੋਂ ਤੱਕ ਗੱਲ ਕਹਿ ਦਿੱਤੀ ਕਿ ਔਰਤ ਜਿਹੜੀ ਨਾ, ਇਹਦੇ ਨਾਲ ਬੰਦਾ ਸ਼ਾਦੀ ਨਹੀਂ ਕਰਦਾ। ਇਹ ਐਵੇਂ ਬਕਵਾਸ ਦੀਆਂ ਗੱਲਾਂ। ਇਹ ਭਾਗਵਤ ਦਾ ਬਿਆਨ RSS ਮੁਖੀ ਦਾ 4 ਦਿਨ ਪਹਿਲਾਂ ਦਾ। ਕੀ ਕਹਿੰਦਾ? ਕਹਿੰਦਾ ਔਰਤ ਦੇ ਨਾਲ ਕੋਈ ਸ਼ਾਦੀ ਨਹੀਂ ਹੁੰਦੀ, ਬੰਦੇ ਦੀ ਕੰਟਰੈਕਟ ਹੁੰਦਾ ਆ। ਔਰਤ ਮਰਦ ਨੂੰ ਉਹਦੀਆਂ ਖੁਆਇਸ਼ਾਂ ਪੂਰੀ ਕਰਦੀ ਹੈ, ਬਦਲੇ 'ਚ ਉਹਨੂੰ ਰੋਟੀ ਖਾਣ ਲਈ ਦਿੰਦਾ। ਇਹ ਉਹ ਸਨਾਤਨ ਧਰਮ ਦੇ ਮੁਖੀ ਦਾ ਬਿਆਨ। ਇਹਨੂੰ ਪੁੱਛਣ ਵਾਲਾ, ਤੇਰੀ ਵੀ ਇੱਕ ਮਾਂ ਹੋਣੀ ਜਿਹਨੇ ਤੇਰੇ ਵਰਗੇ ਬੇਗੈਰਤ ਨੂੰ ਜਨਮ ਦਿੱਤਾ, ਉਹਦੇ ਬਾਰੇ ਤੇਰਾ ਕੀ ਵਿਚਾਰ ਹੈ? ਤੂੰ ਤੇ ਸ਼ਾਦੀ ਨਹੀਂ ਕਰਾਈ, ਤੈਨੂੰ ਤਾਂ ਨਹੀਂ ਪਤਾ ਕੀ ਹੈ, ਪਰ ਤੇਰੀ ਮਾਂ ਤੇ ਇੱਕ ਹੈਗੀ ਨਾ ਜਿਹਨੇ ਤੈਨੂੰ ਜਨਮ ਦਿੱਤਾ। ਸੋ ਇਹੋ ਜਿਹਾ ਅਗਰ ਸਨਾਤਨ ਆ ਤੇ ਫਿਰ ਸਾਨੂੰ ਇਹੋ ਜਿਹੇ ਸਨਾਤਨ ਦੇ ਨਾਲ ਕੋਈ ਲੈਣਾ ਦੇਣਾ? ਜਿਹਦੇ ਵਿੱਚ ਇੰਨੀ ਗੰਦਗੀ ਆ, ਫਿਰ ਸਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ। ਕਹਿੰਦਾ ਔਰਤ ਜਿਹੜੀ ਹੈ ਪੈਰ ਦੀ ਜੁੱਤੀ ਆ, ਤੇ ਜੁੱਤੀ ਨੂੰ ਸਿਰ ਤੇ ਰੱਖਿਆ ਜਾਂਦਾ। ਤੇਰੀ ਮਾਂ ਵੀ ਫਿਰ ਜੁੱਤੀ ਸੀਗੀ, ਤੇਰੀ ਧੀ ਵੀ ਫਿਰ ਜੁੱਤੀ ਹੈ। ਸੋ ਬਿਆਨ ਦੇਣ ਲੱਗਿਆ ਹੀ ਕੁਛ ਸ਼ਰਮ ਕਰੋ। ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਧਾਰਮਿਕ ਹਾਂ, ਸਾਡਾ ਧਰਮ ਸਭ ਤੋਂ ਸਰਵਸ਼੍ਰੇਸ਼ਟ ਆ, ਤੇ ਸਰਵਸ਼੍ਰੇਸ਼ਟ ਧਰਮ ਦੀਆਂ ਫਿਰ ਗੱਲਾਂ ਵੀ ਤਾਂ ਸਰਵਸ਼੍ਰੇਸ਼ਟ ਹੋਣੀਆਂ ਚਾਹੀਦੀਆਂ ਨਾ। ਤੇ ਫਿਰ ਕਿਉਂ ਨਹੀਂ ਹੈ? इसे लिए नहीं है। भला तब तो तुम परमेश्वर को ना जानकर उनके दास थे जो स्वभाव से परमेश्वर थे ही नहीं। पूजा ही ਉਹਦੀ ਕਰਦੇ ਆ ਜਿਹੜਾ ਕਰਾਉਂਦਾ ਹੀ ਗੁਨਾਹ ਆ, ਤੇ ਫਿਰ ਧਰਮ ਦਾ ਕੰਮ ਕਿੱਥੋਂ ਨਜ਼ਰ ਆਵੇ? ਫਿਰ ਤੇ ਕੋਈ ਮਤਲਬ ਹੀ ਨਹੀਂ। ਸੋ ਪਿਆਰੇ ਅਜੀਜ਼ੋ ਵੱਧਦੇ ਆ ਅੱਗੇ। ਫਿਰ ਕੀ ਮਸਲਾ ਆ? ਇਹ ਖੁਦਾ ਨੂੰ ਮੰਨਦੇ ਸਨ, ਪਰ ਖੁਦਾ ਤੋਂ ਅਲੱਗ ਹੋਣ ਕਰਕੇ ਅਸਲ ਵਿੱਚ ਇਹਨਾਂ ਨੂੰ ਖੁਦਾ ਦੀ ਪਹਿਚਾਣ ਹੀ ਨਹੀਂ ਸੀ, ਅਤੇ ਜਿਸ ਨੂੰ ਖੁਦਾ ਸਮਝ ਕੇ ਪੂਜਦੇ ਸਨ ਉਹ ਖੁਦਾ ਹੈ ਹੀ ਨਹੀਂ। ਜੇ ਖੁਦਾ ਹੁੰਦਾ ਤੇ ਫਿਰ ਉਹਦਾ ਭੈ ਹੁੰਦਾ ਨਾ। ਜੇ ਖੁਦਾ ਹੁੰਦਾ ਤੇ ਉਹਦਾ ਕੀ ਹੋਣਾ ਚਾਹੀਦਾ ਸੀ? ਫਿਰ ਡਰ ਹੁੰਦਾ। ਤੇ ਡਰ ਨਹੀਂ ਹੈ ਤਾਈਓ ਤੇ ਐਡਾ ਗੁਨਾਹ ਹੋ ਰਿਹਾ ਨਾ। ਜੇ ਡਰ ਹੋਵੇ ਤੇ ਇਨਸਾਨ ਦੇ ਉੱਤੇ ਜ਼ੁਲਮ ਕਰ ਸਕਦਾ? ਇੱਕੋ ਹੀ ਰੱਬ ਦੇ ਬਣਾਏ ਹੋਏ ਬੰਦੇ ਨੂੰ 4 ਵਰਨ ਦੇ ਵਿੱਚ ਵੰਡ ਕੇ ਤੇ ਉਹਨੂੰ ਇੱਕ ਬੰਦੇ ਨੂੰ ਸਿਰਫ ਔਰ ਸਿਰਫ ਜਾਨਵਰ ਤੋਂ ਵੀ ਬਦਤਰ ਰੱਖਣਾ, ਇਹ ਕਿਹੜਾ ਪਰਮੇਸ਼ਰ? ਇਹੋ ਜਿਹੇ ਪਰਮੇਸ਼ਰ ਨੂੰ ਗੋਲੀ ਮਾਰ ਦੇਣੀ ਚਾਹੀਦੀ ਚੁਰਾਹੇ 'ਚ ਖੜਾ ਕਰਕੇ, ਜਿਹੜਾ ਇਹੋ ਜਿਹਾ ਸੰਵਿਧਾਨ ਦੇ ਦੇਵੇ, ਹੈ ਨਾ। ਮੇਰੇ 4 ਪੁੱਤਰ ਹੋਣ, ਇੱਕ ਪੁੱਤਰ ਨੂੰ ਮੈਂ ਐਡਾ ਗਿਰਿਆ ਹੋਇਆ ਕਿੱਦਾਂ ਦੱਸ ਸਕਦਾ? ਤੇ ਕੀ ਕਹਿੰਦੇ? ਕੁੱਤਾ ਤਲਾਬ ਤੋਂ ਪਾਣੀ ਪੀ ਲਵੇ, ਸ਼ੂਦਰ ਨਹੀਂ ਪੀ ਸਕਦਾ। ਕੁੱਤਾ ਭਾਵੇਂ ਪੋਟੀ ਕਰ ਜਾਵੇ ਮੰਦਰ ਦੇ ਵਿੱਚ, ਸ਼ੂਦਰ ਦਾ ਪੈਰ ਰੱਖਿਆ ਜਾਵੇ ਤੇ ਉਹਨੂੰ ਕੱਚੀ ਲੱਸੀ ਦੇ ਨਾਲ ਧੋ ਦਿਓ। ਤੇ ਮੈਂ ਸ਼ੂਦਰਾਂ ਨੂੰ ਪੁੱਛਦਾ, ਤੁਸੀਂ ਮੰਦਰ ਜਾਂਦੇ ਕਾਹਦੇ ਨਹੀਂ ਹੋ? ਜਿੱਥੇ ਤੁਹਾਡੇ ਨਾਲ ਇੰਨੀ ਨਫ਼ਰਤ ਕੀਤੀ ਜਾਂਦੀ ਆ, ਇਹੋ ਜਿਹੇ ਮੰਦਰ ਦੇ ਤੇ ਲਾਗਿਓਂ ਦੀ ਲੰਘਣਾ ਚਾਹੀਦਾ। ਤੁਸੀਂ ਕਰਨ ਕੀ ਜਾਂਦੇ ਉੱਥੇ? ਕਿਉਂ ਜਾਂਦੇ ਹੋ?
ਕਹਿੰਦੇ ਬਰਾਤ ਨਹੀਂ ਲੈ ਕੇ ਜਾ ਸਕਦੇ ਠਾਕਰ ਦੇ ਘਰ ਦੇ ਸਾਹਮਣੇ ਹੁੰਦੀ, ਉੱਥੇ ਵਾਜੇ ਬੰਦ ਕਰਨੇ ਪੈਂਦੇ, ਨੱਚਣਾ ਗਾਉਣਾ ਬੰਦ ਕਰਨਾ ਪੈਂਦਾ। ਮੈਂ ਕਿਹਾ ਇਹੋ ਜਿਹੇ ਠਾਕਰ ਪੰਜਾਬ 'ਚ ਭੇਜੋ, ਫਿਰ ਇਹਨੂੰ ਪਤਾ ਲੱਗ ਜੂ ਵੀ ਠਾਕਰ ਹੁੰਦੇ ਕੀ ਆ। ਜਦੋਂ ਵਾਲਮੀਕੀ ਪਏ ਨਾ ਅੱਗੇ, ਤੇ ਫਿਰ ਸਾਰੀ ਠਾਕਰੀ ਨਿਕਲ ਜਾਣੀ ਮਿੰਟ ਦੇ ਵਿੱਚ। ਇਨਸਾਨ ਦੇ ਉੱਤੇ ਜ਼ੁਲਮ ਕਰਦਾ ਕਿਉਂ? ਈਸ਼ਵਰ ਰਹਿਤ ਆ। ਜਿਹੜਾ ਈਸ਼ਵਰ ਦਾ ਭਗਤ ਆ ਉਹ ਕਦੇ ਕਿਸੇ ਦੂਸਰੇ ਉੱਤੇ ਜ਼ੁਲਮ ਕਰ ਸਕਦਾ, ਉਹ ਖੁਦ ਤੇ ਮਰ ਸਕਦਾ ਆ ਪਰ ਕਿਸੇ ਨੂੰ ਮਾਰ ਸਕਦਾ। ਇਸ ਲਈ ਯਿਸੂ ਮਸੀਹ ਸਲੀਬ ਦੇ ਉੱਤੇ ਲਟਕਿਆ ਹੋਇਆ ਕਹਿੰਦਾ ਹੈ, ਬਾਪ ਇਹਨਾਂ ਨੂੰ ਮਾਫ਼ ਕਰ ਕਿਉਂਕਿ ਇਹ ਜਾਣਦੇ ਨਹੀਂ ਕੀ ਕਰਦੇ ਪਏ। ਤੇ ਕਦੀ ਮਸੀਹਤ ਦੇ ਲਈ ਕਿਸੇ ਨੂੰ ਲੜਦਿਆਂ ਦੇਖਿਆ? ਹੁਣ ਤੇ ਖੈਰ ਮੂਰਖੋਂ ਕਈ ਉੱਠ ਪਏ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਗਿਆ ਕਿ ਬਾਈਬਲ ਦਾ ਅਸਲ ਮਕਸਦ ਕੀ ਹੈ। ਵਚਨ 'ਚ ਲਿਖ ਕੇ ਦਿੱਤਾ ਉਹਨੇ, ਤੂੰ ਝਗੜਾ ਨਾ ਕਰੀ, ਤੈਨੂੰ ਇਹ ਵਿਸ਼ਵਾਸ ਹੋਣਾ ਚਾਹੀਦਾ ਤੇਰਾ ਇੱਕ ਪਰਮੇਸ਼ਵਰ ਆ ਜਿਹਨੇ ਇੱਕ ਸਮਾਂ ਠਹਿਰਾਇਆ ਕੱਲੇ ਕੱਲੇ ਦਾ ਇਨਸਾਫ ਕਰੂਗਾ। ਮੈਂ ਤੇਰੀ ਲੜਾਈ ਖੁਦ ਲੜੂੰਗਾ, ਤੈਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ। ਸੋ ਇਹ ਕੀ ਹਾਲਤ ਸੀਗੀ ਭਲਾ? ਜਿਹਨੂੰ ਰੱਬ ਕਰਕੇ ਮੰਨਦੇ ਸੀਗੇ ਉਹ ਅਸਲ ਦੇ ਵਿੱਚ ਰੱਬ ਨਹੀਂ ਸੀ। ਰੱਬ ਦੇ ਵਿੱਚ ਧਾਰਮਿਕਤਾ ਵੱਸਦੀ ਆ, ਤੇ ਜੇ ਇਹ ਸੱਚੇ ਰੱਬ ਨੂੰ ਮੰਨਦੇ ਹੁੰਦੇ ਤੇ ਫਿਰ ਇਹਨਾਂ ਦੇ ਵਿੱਚ ਉਹ ਧਾਰਮਿਕਤਾ ਦਾ ਜਿਹੜਾ ਗੁਣ ਆ ਉਹ ਨਜ਼ਰ ਆਉਣਾ ਚਾਹੀਦਾ ਸੀ, ਪਰ ਆਇਆ ਨਹੀਂ। ਇਹਦਾ ਮਤਲਬ ਕੀ ਹੈ ਭਲਾ? ਕਿਤੇ ਨਾ ਕਿਤੇ ਕੁਛ ਗੜਬੜਿਆ ਤੇ ਅਲੱਗ ਹੀ ਸੀਗੇ। ਕੀ ਕਾਰਨ ਸੀ ਕਿ ਇਹ ਇਸ ਨੂੰ ਖੁਦਾ ਸਮਝ ਬੈਠੇ ਜਿਹੜਾ ਅਸਲ ਦੇ ਵਿੱਚ ਖੁਦਾ ਹੈ ਹੀ ਨਹੀਂ? ਕਾਰਨ ਤੇ ਕੋਈ ਨਾ ਕੋਈ ਹੋਊਗਾ ਨਾ, ਅਲੱਗ ਆ। ਤੇ ਕੀ ਕਾਰਨ ਆ ਵੀ ਜਿਹੜਾ ਖੁਦਾ ਹੀ ਨਹੀਂ ਸੀ ਉਹਨੂੰ ਖੁਦਾ ਸਮਝ ਬੈਠੇ ਆ? ਇਫਸੀਓਂ 4:18 ਵਿੱਚ ਲਿਖਿਆ, ਕਿਉਂਕਿ ਉਨਕੀ ਬੁੱਧੀ ਅੰਧੇਰੀ ਹੋ ਗਈ। ਕਿਹਨੇ ਕੀਤੀ ਭਲਾ? पाप ने। पाप के कारण बुद्ध अंधेरी हो गई और उस अज्ञानता के कारण जो उनमें है और उनके मन की कठोरता के कारण वह परमेश्वर के जीवन से अलग किए हुए थे। जीवन किहदे विच भला? हमेशा ना परमेश्वर दे विच। और इन्हां दे मन की कठोरता का करके, बुद्ध हनेरी होने का करके, अज्ञानता का करके। अज्ञानता ही तो हैगी ना। एक बेचारा बीड़ियां सिगटां पीण वाला, नशे करन वाला, एक मूर्ति दे उत्ते चढ़ के उहदे ते पैर रख के छैनियां थोड़ियां नाल ठोक ठोक के, रगड़ रगड़ के, कढ़ के ਉਹਦੇ ਵਿੱਚ ਇੱਕ ਮੂਰਤ ਕੱਢਦਾ ਹੈ। ਉਸੇ ਮੂਰਤ ਨੂੰ ਅਸੀਂ ਕੱਚੀ ਲੱਸੀ ਨਾਲ ਧਵਾ ਕੇ ਬਾਅਦ 'ਚ ਉਹਨੂੰ ਕਹਿੰਦੇ ਤੂੰ ਮੇਰਾ ਰੱਬ ਹੈ। ਹਾਂਜੀ, ਉਹ ਜਿਹੜਾ ਚੜਿਆ ਹੋਇਆ ਸੀ ਤੁਹਾਡੇ ਰੱਬ ਤੇ ਉਹ ਕੌਣ ਸੀ? ਉਹ ਤਾਂ ਫਿਰ ਉਹਦਾ ਰੱਬ ਹੈ। ਇੱਕ ਰੱਬ ਨੂੰ ਜਿਹੜਾ ਤਿਆਰ ਕਰਨ ਵਾਲਾ, ਫਿਰ ਉਹ ਕੀ ਹੋਇਆ ਭਲਾ? ਉਹ ਤੇ ਤੁਹਾਡੇ ਰੱਬ ਦਾ ਫਿਰ ਰੱਬ ਹੋਇਆ ਨਾ। ਤੇ ਉਹਨੂੰ ਕਿਉਂ ਨਹੀਂ ਤੁਸੀਂ ਮੰਨ ਲਿਆ? ਫਿਰ ਅਸੀਂ ਤੇ ਰੱਬ ਨੂੰ ਤਾਂ ਮੰਨਦੇ ਕਿਉਂਕਿ ਸਾਨੂੰ ਬਣਾਉਣ ਵਾਲਾ ਹੈ, ਤੇ ਮੂਰਤ ਨੂੰ ਬਣਾਉਣ ਵਾਲਾ ਤੇ ਇੱਕ ਕਾਰੀਗਰ ਆ। ਤੇ ਫਿਰ ਮੂਰਤ ਦਾ ਰੱਬ ਕੌਣ ਹੋਇਆ? ਮੂਰਤ ਦਾ ਰੱਬ ਤੇ ਫਿਰ ਕਾਰੀਗਰ ਹੋਇਆ ਨਾ। ਤੇ ਅਸੀਂ ਕਿੰਨਾ ਕੁ ਕੰਮ ਕੀਤਾ? ਅਸੀਂ ਦੁੱਧ ਦੇ ਨਾਲ ਨਵਾ ਦਿੱਤੀ ਤੇ ਅਸੀਂ ਸੋਚਿਆ ਪਵਿੱਤਰ ਹੋ ਗਈ। ਹੁਣ ਕੀ ਹੈ? ਤੂੰ ਮੇਰਾ ਕੀ ਹੈ? ਉਹੀ ਮੂਰਤ ਸਾਡੇ ਘਰ 'ਚੋਂ ਦੀ ਚੋਰ ਚੋਰੀ ਕਰਕੇ ਲੈ ਜਾਂਦੇ, ਰੱਬ ਵਿਚਾਰਾ ਦੇਖਣ ਡਿਆ। ਹਾਂਜੀ, ਰੱਬ ਕੀ ਕਰਦਾ ਭਲਾ? ਦੇਖਣ ਡਿਆ। 33 ਕਰੋੜ ਦੇਵੀ ਦੇਵਤਿਆਂ ਦੇ ਦੇਸ਼ ਦੇ ਵਿੱਚ ਇਹ ਹਾਲ ਆ। ਦੁਬਈ ਦੇ ਵਿੱਚ ਜਾਓ, ਜਿਉਂਦੀਆਂ ਜਾਗਦੀਆਂ ਮਿਸਾਲਾਂ ਆ। ਸੋਨੇ ਦੀਆਂ ਦੁਕਾਨਾਂ ਜਿਨ੍ਹਾਂ ਵਿੱਚ ਟੰਨਾਂ ਦਾ ਟਨ ਸੋਨਾ ਪਿਆ ਆ, ਕੋਈ ਸਿਕਿਉਰਿਟੀ ਨਹੀਂ ਮਿਲੂਗੀ। ਉਹ ਰਹਿ ਕੇ ਆਏ ਆ। ਸਊਦੀਆ 'ਚ ਜਾਓ, ਤੁਹਾਨੂੰ ਕੋਈ ਸਿਕਿਉਰਿਟੀ, ਜ਼ਰੂਰਤ ਕੀ ਆ ਕੋਈ ਕਿਸੇ ਚੀਜ਼ ਨੂੰ ਹੱਥ ਵੀ ਲਾ ਜਾਵੇ। ਉੱਥੇ ਤੇ 33 ਕਰੋੜ ਨੇਗੇ। ਸਾਡੇ ਭਲਾ ਰਾਤ ਨੂੰ ਤਾਲਾ ਖੁੱਲ੍ਹਿਆ ਛੱਡ ਕੇ ਜਾਓ, ਦੇਵਤਾ ਜੀ ਤੁਸੀਂ ਬਸ ਰਾਖੀ ਕਰਨੀ, ਅਸੀਂ ਚੱਲੇ ਹਾਂ। ਸਵੇਰੇ ਨਾ ਦੇਵਤਾ ਲੱਭਣਾ ਨਾ ਸੋਨਾ ਲੱਭਣਾ। ਉਹ ਦੇਵਤਾ ਨੇ ਚੁੱਕ ਕੇ ਲਿਜਾ ਕੇ ਅੱਗੇ 10 ਰੁਪਏ ਦਾ ਵੇਚ ਦੇਣਾ ਕਿ ਨਾਲ ਫੜੋ ਜੀ, ਇਹ ਵੀ ਤੁਹਾਡੇ ਕੰਮ ਆਊਗਾ। ਅਗਲੇ ਖਰੀਦ ਵੀ ਲੈਣਾ ਤੇ ਖਰੀਦੇ ਹੋਏ ਦੀ ਬਾਅਦ ਪੂਜਾ ਵੀ ਕਰਨੀ ਹੈ। ਅਗਲਾ ਰੇਹੜੀ 'ਚ ਵੇਚਦਾ ਫਿਰਦਾ। 10 ਰੁਪਏ ਦਾ ਰਾਮਚੰਦਰ, 20 ਰੁਪਏ ਦਾ ਕ੍ਰਿਸ਼ਨ, 30 ਰੁਪਏ ਦਾ ਯਸੂ, 40 ਰੁਪਏ ਦਾ ਬਾਬਾ ਨਾਨਕ। ਤੇ ਅਸੀਂ ਫਟਾਫਟ ਰੱਬ ਦੀ ਕੀਮਤ ਪਾ ਕੇ ਤੇ ਕੀ ਕਰਦੇ ਭਲਾ? ਤੇ ਬਾਅਦ ਲਿਆ ਕੇ ਰੱਖਦੇ, ਘਰੇ ਦੱਸਦੇ 40 'ਚ ਖਰੀਦਿਆ ਜੀ। ਤੇ ਫਿਰ ਉਹਦੇ ਅੱਗੇ ਨਮਸਤੋਗੇ, ਬਾਬਾ ਜੀ ਕਿਰਪਾ ਕਰੋ। ਜਿਹੜਾ ਤੂੰ 40 'ਚ ਖਰੀਦ ਕੇ ਲਿਆਂਦਾ, ਤੂੰ ਤੇ ਉਹਦਾ ਖਰੀਦਦਾਰ, ਤੇਰੀ ਕਿਰਪਾ ਕਿੱਥੋਂ? ਤੇਰੇ ਉੱਤੇ ਕਿਰਪਾ ਕਿੱਥੋਂ ਹੋਗੀ? ਇਹ 'ਚ ਲਿਖਿਆ ਤੁਸੀਂ ਮੁੱਲ ਖਰੀਦਿਆ ਯਿਸੂ ਮਸੀਹ ਦੇ ਲਹੂ ਦੇ ਨਾਲ। ਕਾਹਦੇ ਨਾਲ ਭਲਾ? ਉਹਨੇ ਸਾਨੂੰ ਖਰੀਦਿਆ, ਅਸੀਂ ਉਹਨੂੰ ਖਰੀਦਣ ਦੇ ਯੋਗ। ਅਸੀਂ ਤਾਂ ਉਹਨੂੰ ਖਰੀਦ ਕੇ ਲਾ ਕੇ ਨੇ, ਜਾ ਬਾਬਾ ਜੀ ਕਿਰਪਾ ਕਰੋ। ਆ ਮੇਰੀ ਸਾਲੀ ਦੇ ਬੱਚੇ ਚਲੇ ਗਏ ਕੈਨੇਡਾ ਦੇ, ਵਿਚਾਰੇ ਜੰਪਾਲ ਸੀਗੇ, ਤੇ ਮੇਰੇ ਫੁੱਫੜ ਸਹੁਰਾ ਸਾਹਮਣੇ ਰਹਿੰਦਾ ਉਹਨਾਂ ਦੇ ਘਰ। ਤੇ ਉਹਨਾਂ ਦਾ ਕਿਤੇ ਲੜਕੀ ਸੀਗੀ, ਤੇ ਉਹ ਬਾਬਾ ਇੱਕ ਹੈਗਾ ਘੋੜੇ ਚੜਿਆ ਹੁੰਦਾ,
फोटो पता नहीं किहड़ा बाबा का नाम पता नहीं की है, शायद लखां दाता ही उन्होंने कहते होने, जिहड़ा घोड़े ते हुंदा जी। हाँ, वो घोड़े चढ़िया है बाबे की फोटो लेके खड़ी होकर कहती जा बाबा जी मैनू ना सनी ला दो, जी स्कूटरी होंगी बाबे दे खड़ी हो की प्रार्थना करती पई है, या बाबा जी कहता मैनू कहती मैनू सनी ला दे। तो वो मेरी साली का मुंडा शरारती सीगा, वो कहता तेरा दिमाग खराब आ, कहती की होया, कहता बाबे को तो आप घोड़ा तेनू सनी कित्थों ला दूँ। हाँ जी, जे वो सनी लैन जोगा आप ना रहिंदा भी वो तो आप की वो को आप घोड़ा तेनू सनी कित्थों लै देवे। सो एक बच्चे नू समझ हैगी है भी घोड़े वाला तुहानू सनी लैके दे सकदा, ते असी अपने आप नू बड़े अकलमंद समझ, सानू नहीं पता भी 40 रुपए का खरीदया होया देवता साडे लई कुछ भी अहमियत रखदा। इसलिए बच्चे देखिया एक समा आऊगा तुसी इन्हां मूर्तां नू जिन्हां नू रब बना के पूजिया तुसी इन्हां नू चक चक के घरां तो बाहर मारूंगे ते कहोगे तुसी साडी कोई राखी कर सकदे नहीं। हुण पता लगा जिहड़ा असली सी वो प्रगट हो गया। पर बुद्ध की आ हनेरी आ, क्योंकि उनकी बुद्धि की होगी हनेरी। बुद्ध हनेरी होने का करके इन्हां नू ईश्वर समझ दे विच आउंदा नहीं है, इसलिए परमेश्वर तो अलग ही सीगे। पर यसु मसीह कहना कह रहा है ਜਿਹੜੇ ਹੁਣ जुड़ गए ਆ ਉਹਨਾਂ ਨੂੰ ਕਹਿੰਦਾ ਤੁਸੀਂ ਮੇਰੇ ਤੋਂ ਅਲੱਗ ਹੋ ਕੇ ਕੁਝ ਨਹੀਂ ਕਰ ਸਕਦੇ। ਤੇ ਉਹਦੇ ਬਾਰੇ ਅਸੀਂ ਥੋੜਾ ਜਿਹਾ ਹੋਰ ਸਿੱਖਦੇ ਹਾਂ, ਉਸ ਤੋਂ ਬਾਅਦ ਦੁਆ ਕਰਦੇ ਹਾਂ। ਬੁੱਧ ਅੰਨੀ ਹੋਣ ਅਤੇ ਅਗਿਆਨਤਾ ਜਿਹੜੀ ਉਹਨਾਂ ਵਿੱਚ ਸੀ, ਉਸ ਅਗਿਆਨਤਾ ਨੇ ਉਹਨਾਂ ਦੇ ਮਨਾਂ ਨੂੰ ਕਠੋਰ ਕਰ ਦਿੱਤਾ, ਜਿਸ ਕਾਰਨ ਉਹ ਖੁਦਾ ਤੋਂ ਕੀ ਹੈ ਭਲਾ, ਖੁਦਾ ਤੋਂ ਅਲੱਗ ਹੈ। ਇਸੇ ਲਈ ਵਚਨ ਇਸ ਤਰ੍ਹਾਂ ਆਖਦਾ ਹੈ ਕਿ तिमोथियस का खत 4:7 लिखा, पर अशुद्ध और बूढ़ी किसी कहानियों से अलग रह और भक्ति के लिए अपना साधन कर। ते पीछे की दसदे हुंदे साडे पुरख जिहड़े हुंदे सीगे, सानू स्टोरियां सुणाउंदे हुंदे सी, कहानियां ही। वो एक इदां सी, वो इदां आया, वो आ कीता, उन्हें फलाना कीता, ढमकाना कीता, वो बेटा डुब गया सी, उन्हें 12 साल बाद तार दिता। भी 12 साल बाद तारन की की जरूरत सी, डुबिया रहन दिंदा। तो जे 12 साल बाद कड्ढना सी, फिर डुबने का नहीं दिता है ना। तो 12 साल की करते रहे विच, बेड़े दे सीगे तो चंगा सी, उत्थे तो काम धंधा करना पैंदा, हुण विच रहन दिंदा समा है ना। 12 साल कढ़ के की खून खोलिया। इदां दी कहानियां तो असीं बिलीव करना, ओहो साडा बाबे वर्गा बाबा नहीं 12 साल डुबिया है बेड़ा बाहर कढ़ लिया हुंदा। क्यों जी, आह हाल सी ना, यही सानूं सुणाउंदे हुंदे सी। ते असीं की असीं अखां मूंह के यकीन कर लैंदे, आहो निकल ही आया हुण। हाँ जी, निकल ही आया होना। सो सवाल तो सवाल है ना, सवाल तो सवाल करी जाते हैं लोग, और असी यकीन करी जाने ठीक ही होना, इदा ही होना। पर की लिखा वचन दे विच, पर अशुद्ध और बूढ़ी किसी कहानियों से अलग रहा। कहता इहो जिहियां कथा कहानियां दे उत्ते कदे यकीन ना कर, जिन्नी देर तक तेरा अपना ईमान उस गल दे उत्ते पूरी गवाही ना देवे, उन्नी देर तक ते कहना भगती दे लई अपना साधन कर। क्योंकि भगती करेगा तो तेनों असली परमेश्वर की पहचान होगी, तेनों पता लगूगा सृष्टि करता परमेश्वर है कौन है। उन्नी देर पहचान तेनों हो सकती नहीं है। ये किन्ने बनाया जी, हाँ जी किन्ने बनाया, ये परमेश्वर के नाल जुड़े हुए ने बनाया कि परमेश्वर तो अलग हुए ने बनाया। परमेश्वर तो अलग हुए ने, पाप के गुलाम ने की बनाता भला, परमेश्वर ने तो वध उकाब बनाया, वड्डा पंछी की बनाया भला, ਵੱਧ ਤੋਂ ਵੱਧ ਉਕਾਬ ਬਣਾਇਆ। ਜੇ ਪੂਰੇ ਪਰ ਖਿਲਾਰ ਦੇ ਅਸੀਂ ਮੰਨ ਸਕਦੇ 8 ਫੁੱਟ ਦਾ 10 ਫੁੱਟ ਦਾ ਹੋ ਜਾਂਦਾ ਹੋਊਗਾ। ਤੇ ਇਹਨੇ ਕਿੱਡਾ ਬਣਾਤਾ ਭਲਾ, ਜਿਹ 'ਚ 750 ਸਵਾਰੀ ਪੈਂਦੀ, 750 ਸਵਾਰੀ ਦਾ ਸਮਾਨ, ਫਿਰ ਉਹਦੇ ਵਿੱਚ ਤੇਲ, ਫਿਰ ਉਹਨਾਂ ਦੇ ਖਾਣੇ ਪੀਣੇ ਦਾ ਸਮਾਨ, ਫਿਰ ਉਹਦਾ ਆਪਣਾ ਭਾਰ, ਫਿਰ ਉਹ ਪੰਖ ਵੀ ਨਹੀਂ ਮਾਰਦਾ ਹੈ। ਉਹਦੇ ਸਿਸਟਮ ਹੀ ਇੱਦਾਂ ਦਾ ਉਹਨੇ ਫਿੱਟ ਕੀਤਾ। ਇਹ ਕੀ ਕਰਦਾ, ਛੂੰ ਕਰਕੇ ਮਿੰਟਾਂ ਦੇ ਵਿੱਚ ਹੀ 15-16 ਹਜ਼ਾਰ ਕਿਲੋਮੀਟਰ ਜਾ ਕੇ ਸਾਨੂੰ ਇੰਡੀਆ ਮਾਰਦਾ। ਕਿਹਨੇ ਬਣਾਇਆ, हाँ जी, ये अलग होए हुए बंदे ने, बिगड़े हुए बंदे नहीं बनाया है इन्नी उच्ची उड़ने वाला है ना। आ किन्ने बनाई भला ट्रेन, ये भी अलग होए बंदे ने बनाई है। तो इस ट्रेन का रस्ता किन्ने बनाया, जदों तक टकरी गए उदों तक सोच सकते कोई इदां दी थां दे उत्ते भी ट्रेन इदां बल छल खा के घूम के जा सकती है। हाँ जी, कोई सोच सकता, कोई सोच सकता किन्ने बनाई भला, ये अलग होए नहीं बनाई है। आ किन्ने बनाती भला, देखो किन्नी विंगी टेढ़ी हुई पई है ना, फिर भी चलन दी किन्ने बनाई, ये अलग होए हुए इंसान दी ही काढ़ है ना। आ देखो आ ट्रेन है, कभी सोचा ट्रेन इदां दी भी आऊगी, इनू की कहते बुलेट ट्रेन। हाँ जी,
ਇਹ 450 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਚੱਲਦੀਆਂ, ਤੇ ਜਦੋਂ ਟ੍ਰੇਨ ਦੀ ਪਟੜੀ ਤੇ ਚੱਲਦੀਆਂ ਨਾ 6-6 ਇੰਚ ਉੱਤੇ ਹੀ ਹੁੰਦੀਆਂ, ਤੇ ਚੁੰਬਕੀ ਇਹ ਸ਼ਕਤੀ ਹੈ ਜਿਹਨੇ ਫੜਿਆ ਹੁੰਦਾ। ਤੇ ਹੁਣ ਤੇ ਮੇਰੇ ਖਿਆਲ 650 ਦੀ ਸਪੀਡ ਤੱਕ ਉਹਨਾਂ ਨੇ ਬਣਾ ਛੱਡੀ ਹੈ। ਕਿਹਨੇ ਬਣਾਈ ਭਲਾ? ਵਿਗੜੇ ਹੋਏ ਬੰਦੇ ਨੇ, ਅਲੱਗ ਹੋਏ ਹੋਏ ਬੰਦੇ ਨੇ ਬਣਾਈ ਆ। ਆਹ ਦੇਖੋ ਤਾਂ ਇਹ ਵੀ ਟ੍ਰੇਨ ਹੀ ਹੈ। ਕਿਹਨੇ ਬਣਾਈ? ਇਹ ਜਿਹੜਾ ਅਲੱਗ ਹੋਇਆ ਨਾ ਉਹਨੇ ਬਣਾਈ, ਜਿਹੜਾ ਸਿੱਧ ਕਰਨਾ ਚਾਹੁੰਦਾ ਰੱਬ ਰੂਬ ਹੈ ਨੀ ਗਾ, ਸਭ ਕੁਝ ਬੰਦਾ ਹੀ ਹੈ, ਹਨਾ। ਇਹਨੇ ਬਣਾ ਦਿੱਤਾ ਹੈ ਸਾਰਾ ਕੁਝ, ਅਲੱਗ ਹੀ ਸੀ ਨਾ। ਇਹਦੇ ਨਾਲ ਹੁਣ ਤੁਸੀਂ ਜਾ ਕੇ ਮਸੀਹ ਦੀ ਉਹ ਗੱਲ ਕਰੋ ਵੀ ਯਿਸੂ ਮਸੀਹ ਨੇ ਕਿਹਾ ਤੁਸੀਂ ਮੇਰੇ ਤੋਂ ਅਲੱਗ ਹੋ ਕੇ ਕੁਛ ਨਹੀਂ ਕਰ ਸਕਦੇ, ਉਹ ਕਹਿਣਗੇ ਅਸੀਂ ਤਾਂ ਟ੍ਰੇਨ ਵੀ ਬਣਾਤੀ। ਉਹ ਦੇਖੋ ਕਿੱਦਾਂ ਦੀਆਂ ਬਣਾ ਦਿੱਤੀਆਂ। ਅਸੀਂ ਪਲੇਨ ਬਣਾ ਦਿੱਤੇ। ਪਲੇਨ ਦੀ ਗੱਲ ਛੱਡੋ, ਇਸ ਗ੍ਰਹਿ ਤੇ ਰਹਿਣ ਵਾਲਾ ਬੰਦਾ ਉਸ ਗ੍ਰਹਿ ਦੇ ਉੱਤੇ ਪਹੁੰਚ ਗਿਆ। ਆਹ ਖੜੇ ਹੋ। ਹਾਂਜੀ ਹਾਂਜੀ, ਇਹ ਅਮਰੀਕਾ ਦਾ ਉਹ ਸ਼ਖਸ ਜਿਹੜਾ ਪਹਿਲੀ ਵਾਰੀ ਉੱਥੇ ਜਾ ਕੇ ਉਤਰਿਆ, ਨੀਲ ਆਰਮਸਟਰਾਂਗ ਸੀ, ਕੀ ਨਾਂ ਸੀ ਇਹਦਾ ਪੂਰਾ ਜੀ? ਹਾਂਜੀ, ਇਹ ਅਮਰੀਕਾ ਦਾ ਬੰਦੇ ਉੱਥੇ ਪਹੁੰਚ ਗਏ। ਕਿੱਥੇ ਭਲਾ? ਚੰਦ ਦੇ ਉੱਤੇ ਜਾ ਕੇ ਪੈਰ ਰੱਖਿਆ, ਤੇ ਉੱਥੇ ਜਾ ਕੇ ਆਪਣਾ ਕੀ ਕੀਤਾ ਭਲਾ? ਝੰਡਾ ਗੱਡਿਆ। ਇਹ ਸੀ ਉਹ ਬੰਦਾ। ਕਦੀ ਸੋਚ ਸਕਦਾ ਸੀ ਬੰਦਾ ਹਾਂਜੀ ਵੀ ਦੂਜੇ ਗ੍ਰਹਿ 'ਤੇ ਵੀ ਅਸੀਂ ਚੱਲ ਜਾਵਾਂਗੇ, ਉੱਥੇ ਦੀ ਕੀ ਆਬੋ ਹਵਾ ਹੋਊਗੀ, ਕੀ ਵਾਤਾਵਰਨ ਹੋਊਗਾ? ਲੇਕਿਨ ਇਹਨਾਂ ਨੇ ਉਹ ਵੀ ਕਰ ਦਿੱਤਾ। ਹੁਣ ਇਸ ਬੰਦੇ ਨੂੰ ਤੁਸੀਂ ਦੱਸੋ ਵੀ ਯਿਸੂ ਮਸੀਹ ਕਹਿੰਦਾ ਮੇਰੇ ਤੋਂ ਅਲੱਗ ਹੋ ਕੇ ਤੁਸੀਂ ਕੁਛ ਨਹੀਂ ਕਰ ਸਕਦੇ, ਇਹ ਕੀ ਕਹੂਗਾ? ਅਸੀਂ ਤਾਂ ਚੰਦ 'ਤੇ ਪਹੁੰਚ ਗਏ ਮਹਾਰਾਜ, ਤੁਸੀਂ ਕਹਿੰਦੇ ਤੁਸੀਂ ਕੁਛ ਕਰ ਸਕਦੇ ਕੁਛ? ਇਹ ਬਲੀਵ ਕਰਨਗੇ ਇਹਨਾਂ ਚੀਜ਼ਾਂ ਦੇ ਉੱਤੇ ਭਲਾ? ਇਹ ਬਲੀਵ ਨਹੀਂ ਕਰਨਗੇ, ਹੈ ਨਾ। ਅਤੇ ਅਗਲੇ ਨੇ ਆਪਣੇ ਝੰਡਾ ਲਾਏ। ਹੁਣ ਤੁਸੀਂ ਆਪ ਵਿਚਾਰ ਕਰੋ ਕਿ ਜਿਸ ਇਨਸਾਨ ਨੇ ਇੰਨਾ ਕੁਛ ਕਰ ਲਿਆ, ਉਸ ਨੂੰ ਤੁਸੀਂ ਜਦੋਂ ਇਹ ਵਚਨ ਪੜ੍ਹ ਕੇ ਸੁਣਾਓਗੇ ਪ੍ਰਭੂ ਤੋਂ ਅਲੱਗ ਹੋ ਕੇ ਤੁਸੀਂ ਕੁਛ ਨਹੀਂ ਕਰ ਸਕਦੇ, ਤਾਂ ਉਹ ਤੁਹਾਨੂੰ ਕੀ ਜਵਾਬ ਦੇਊਗਾ? ਸ਼ਰਮਿੰਦਾ ਇਹ ਨਹੀਂ ਹੋਣਾ ਪਊਗਾ ਨਾ। ਅਤੇ ਫਿਰ ਸਾਨੂੰ ਉਸ ਵਚਨ ਨੂੰ ਸਮਝਣਾ ਪਊਗਾ ਕਿ ਯਿਸੂ ਮਸੀਹ ਦੇ ਉਸ ਵਚਨ ਦੇ ਪਿਛਲਾ ਭੇਤ ਕੀ ਹੈ। ਹੁਣ ਸਾਨੂੰ ਸਮਝਣਾ ਪਵੇਗਾ ਕਿ ਆਖਰ ਇਸ ਗੱਲ ਪਿੱਛੇ ਪ੍ਰਭੂ ਦੀ ਮਨਸ਼ਾ ਕੀ ਹੈ, ਜਿਹੜੀ ਗੱਲ ਉਹਨੇ ਕਹੀ ਹੈ। ਜਿੱਦਾਂ ਅਸੀਂ ਪੜ੍ਹਦੇ ਹਾਂ ਉਹਦਾ ਮਤਲਬ ਉਹ ਨਹੀਂ ਹੈ। ਔਰ ਦੂਸਰਾ, ਉਹ ਕਹਿਣਾ ਦੇ ਲਈ ਕਹੀ ਗਈ ਹੈ, ਅਤੇ ਕਿਉਂ ਕਹੀ ਗਈ ਹੈ। ਕਿਹੜਾ ਉਹ ਕੁਛ ਹੈ ਜਿਹੜਾ ਇਨਸਾਨ ਕਰ ਸਕਦਾ ਨਹੀਂ ਹੈ, ਕਿਉਂਕਿ ਇਹਨੇ ਤਾਂ ਬਹੁਤ ਕੁਛ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਤਾਂ ਇਹ ਕਿ ਅਸੀਂ ਖੁਦਾ ਦੀਆਂ ਗੱਲਾਂ ਨੂੰ ਸਮਝ ਸਕੀਏ। ਖੁਦਾ ਨੇ ਸਾਨੂੰ ਜਿਹੜੇ ਉਸ ਤੋਂ ਅਲੱਗ ਜਾਂ ਦੂਰ ਸਾਂ, ਸਾਨੂੰ ਆਪਣੇ ਨੇੜੇ ਲਿਆਂਦਾ। ਕੌਣ ਸਮਝੂਗਾ ਭਲਾ ਉਹਦੀ ਗੱਲ? ਜਿਹਨੂੰ ਉਹਨੇ ਆਪ ਆਪਣੇ ਨੇੜੇ ਲਿਆਂਦਾ ਹੈ। ਅਸੀਂ ਨੇੜੇ ਜਾ ਨਹੀਂ ਸੀ ਸਕਦੇ, ਕਿਉਂਕਿ ਪਾਪ ਦੇ ਗੁਲਾਮ ਸੀਗੇ। ਇਹ ਵੀ ਇੰਤਜ਼ਾਮ ਉਹਨੇ ਕੀਤਾ ਕਿ ਇਸ ਪਾਪੀ ਇਨਸਾਨ ਨੂੰ ਆਪਣੇ ਕੋਲ ਲੈ ਕੇ ਕਿਵੇਂ ਆਵੇ। ਉਹਦੇ ਲਈ ਸਭ ਤੋਂ ਜ਼ਰੂਰੀ ਸੀ ਪਹਿਲਾਂ ਇਹਦੇ ਪਾਪ ਜਿਹੜੇ ਹਟਾਏ ਜਾਣ, ਇਹਨੂੰ ਪਾਪ ਤੋਂ ਪਹਿਲਾਂ ਮੁਕਤ ਕਰਾਇਆ ਜਾਵੇ, ਤਾਂ ਕਿ ਪਰਮੇਸ਼ਵਰ ਦੇ ਨੇੜੇ ਆ ਸਕੇ। ਕੋਈ ਵੀ ਪਾਪ ਲੈ ਕੇ ਪਰਮੇਸ਼ਵਰ ਦੇ ਲਾਗੇ ਨਹੀਂ ਫੜ ਸਕਦਾ। ਇਸ ਲਈ ਇਹ ਵਚਨ ਪੜ੍ਹਿਆ ਆ, ਤੁਹਾਡੇ ਪਾਪਾਂ ਨੇ ਤੁਹਾਡੇ ਤੇ ਤੁਹਾਡੇ ਪਰਮੇਸ਼ਵਰ 'ਚ ਕੀ ਪਾਈ ਹੈ ਭਲਾ? ਜੁਦਾਈ ਪਾਈ ਹੈ। ਅਤੇ ਪਰਮੇਸ਼ਵਰ ਨੇ ਇਹ ਇੰਤਜ਼ਾਮ ਕੀਤਾ, ਇਨਸਾਨ ਕਰ ਸਕਦਾ नहीं सी। इफ्सियों 2:13 अब तो मसीह यीशु में तुम जो पहले दूर थे मसीह के लहू के द्वारा निकट हो गए हो। किद्दां होए भला? जे वो कुर्बान ना हुंदा ते इंसान कदे भी पाप की गुलामी तो छुटकारा पा ही सकता नहीं सी। ये परमेश्वर के नेड़े जा ही नहीं सी सकता। ये अलग सी ते इहने अलग ही रहना सी। कदे उहदे नज़दीक जा ही नहीं सी सकता। उसने सानू जिहड़े उस तो अलग सा सिर्फ नेड़े ही नहीं लिआंदा बल्कि उस दीवार नूं भी ढा दिता जिसका जिक्र असीं यशाया 59:2 दे विच पढ़िया। तुहाडे पापा ने तुहाडे परमेश्वर दे विच जुदाई पाई, दीवार खड़ी की। उस दीवार नूं की कीता भला? यसु मसीह के वसीले दे नाल परमेश्वर ने उस दीवार नूं भी ढा दिता। अगे देखते हैं, आओ असीं देखते हैं कि वचन इस बारे सानू की आखदा है। इफसियों 2:14 च लिखिया, क्योंकि वही हमारा मेल है जिसने दोनों को एक कर लिया और अलग करने वाली दीवार को जो बीच में थी ढा दिया। किहने ढाया भला? यसु मसीह ने। किहने ढवाया? परमेश्वर ने यसु मसीह दे वसीले दे नाल। और वो दीवार की सी? पाप, जिहदी वजह करके इंसान परमेश्वर दे लागे नहीं सी जा सकता। ये दशा हरेक दी सी, भावें वो क्रिश्चियन परिवार च पैदा होया होवे, भावें मुसलमानां च पैदा होवे, भावें हिंदुआं च पैदा होवे, ते भावें वो सिखां दे च पैदा होवे, पाप दे विच जन्मिया है। किदां जन्मिया भला? ਉਹਦੀ पैदाइश ਜਿਹੜੀ ਆ ਉਹ ਪਾਪ ਦੇ ਵਿੱਚ ਹੋਈ, क्योंकि आदम ਦੇ पाप ਦਾ असर ਜਿਹੜਾ ਆ ਇਹਦੇ ਲਹੂ ਦੇ ਵਿੱਚ ਆ। ਇਸ ਲਈ ਦੌਦ ਲਿਖਦਾ ਆ, ਮੈਨੂੰ ਮੇਰੀ ਮਾਂ ਨੇ ਗੁਨਾਹ ਦੇ ਵਿੱਚ ਹੀ ਜਨਮ ਦਿੱਤਾ। ਮੈਂ ਆਪਣੀ ਮਾਂ ਦੀ ਕੁੱਖ ਦੇ ਵਿੱਚ ਜਦੋਂ ਸਾਜਿਆ ਗਿਆ, ਉਹ ਮੇਰੀ ਮਾਂ ਵੀ ਗੁਨਾਹ ਦੇ ਵਿੱਚ ਹੀ ਸੀ। ਜਿਸ ਬਾਪ ਤੋਂ ਮੈਂ ਪੈਦਾ ਹੋਇਆ ਉਹ ਬਾਪ ਵੀ ਗੁਨਾਹ ਦੇ ਵਿੱਚ ਹੀ ਸੀ, ਤੇ ਮੈਂ ਗੁਨਾਹ ਦੇ ਵਿੱਚ ਹੀ ਪੈਦਾ ਹੋਣ ਦੇ ਕਰਕੇ ਗੁਨਾਹ ਦਾ ਕੀ ਆ ਭਲਾ?
ਗੁਲਾਮ ਆ। ਇਸੇ ਕਰਕੇ ਤੇ ਉਹਦੇ ਕੋਲੋਂ ਵੀ ਗੁਨਾਹ ਹੋਇਆ ਨਾ। ਦੌਦ ਵਰਗੇ ਨੇਕ ਇਨਸਾਨ ਦੇ ਕੋਲੋਂ ਵੀ ਬਹੁਤ ਸਾਰੇ ਗੁਨਾਹ ਹੋਏ, ਲੇਕਿਨ ਉਹਦੀ ਖੂਬੀ ਇਹ ਸੀ ਕਿ ਜਲਦੀ ਹੀ ਇਕਰਾਰ ਕਰਕੇ ਤੇ ਗੋਡੇ ਟੇਕ ਦਿੰਦਾ ਸੀ। ਸੋ ਅਸੀਂ ਦੇਖਦੇ ਹਾਂ ਕਿ ਉਸ ਦੀਵਾਰ ਨੂੰ ਵੀ ਢਾਹ ਦਿੱਤਾ। ਉਹ ਦੀਵਾਰ ਜਿਹੜੀ ਪਰਮੇਸ਼ਵਰ ਤੇ ਇਨਸਾਨ ਦੇ ਵਿੱਚ ਸੀਗੀ, ਤਾਂ ਕਿ ਇਹਨੂੰ ਕੀ ਕਰੇ ਭਲਾ, ਜਿਹੜਾ ਅਲੱਗ ਸੀ ਸਭ ਤੋਂ ਪਹਿਲਾਂ ਕੀ ਕਰੇ, ਆਪਣੇ ਨਾਲ ਮੇਲ ਕਰਾ ਲਵੇ। ਮੇਲ ਕਰਾਉਣ ਦੇ ਲਈ ਉਹਨੂੰ ਕੁਰਬਾਨ ਹੋਣਾ ਪਿਆ। ਤੇ ਹੁਣ ਦੱਸੋ ਵੀ ਸਾਡੇ ਬਾਕੀ ਦੇਵੀ ਦੇਵਤਿਆਂ ਵਿੱਚ ਉਹ ਕਿਹੜਾ ਸੀਗਾ ਜਿਹਨੇ ਸਾਨੂੰ ਪਾਪ ਤੋਂ ਮੁਕਤੀ ਦਿਲਾਉਣ ਦੇ ਲਈ ਕੋਈ ਐਸਾ ਕੰਮ ਕੀਤਾ ਹੋਵੇ? ਹਾਂਜੀ, ਉਹ ਤਾਂ ਕਹਿੰਦੇ ਹੀ ਪਾਪ ਵਧਿਆ ਤੇ ਅਵਤਾਰ ਆਇਆ, ਉਹ ਕਹਿੰਦਾ ਪਾਪੀਆਂ ਦਾ ਨਾਸ਼ ਕਰਨਾ। ਅਵਤਾਰ ਆਇਆ, ਉਹਨੇ ਪਾਪੀਆਂ ਦਾ ਨਾਸ਼ ਕਰ ਦਿੱਤਾ ਤੇ ਸਾਨੂੰ ਪਤਾ ਲੱਗਾ ਉਹਨੇ ਧਰਮ ਦੀ ਸਥਾਪਨਾ ਕੀਤੀ। ਤੇ ਜੇ ਪਾਪ ਦਾ ਨਾਸ਼ ਕਰ ਦਿੱਤਾ ਸੀ ਤੇ ਪਾਪੀਆਂ ਦਾ ਵੀ ਨਾਸ਼ ਕਰ ਦਿੱਤਾ ਸੀਗਾ, ਧਰਮ ਦੀ ਸਥਾਪਨਾ ਹੋ ਗਈ ਸੀ, ਤੇ ਅੱਜ ਪਾਪ ਕਿਉਂ? ਇਹਦਾ ਮਤਲਬ ਕਥਾ ਕਹਾਣੀ ਹੈ, ਗੱਲ 'ਚ ਦਮ ਨਹੀਂ ਹੈ। ਵਜ੍ਹਾ ਕੁਛ ਹੋ ਰਿਹਾ ਜਿਹਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਕਿਸੇ ਨੇ ਬੜਾ ਵਧੀਆ ਗੱਲ ਫੇਸਬੁੱਕ 'ਤੇ ਪਾਇਆ ਸੀ, ਕਹਿੰਦੇ ਵੀ ਇੱਕ ਗੱਲ ਸਮਝ ਨਹੀਂ ਆਈ ਵੀ ਸੁਖਬੀਰ ਵੀ ਬਾਂਦਰ ਸੀ, ਬਾਲੀ ਵੀ ਬਾਂਦਰ ਸੀ ਤੇ ਹਨੂਮਾਨ ਮਹਾਰਾਜ ਵੀ ਬਾਂਦਰ ਸੀ। ਕਹਿੰਦੇ ਇਹਨਾਂ ਦੀਆਂ ਜਿਹੜੀਆਂ ਤੀਵੀਆਂ ਸੀ ਉਹ ਬਾਂਦਰੀਆਂ ਨਹੀਂ ਸੀ। ਜਿਹੜੀ ਫੀਮੇਲ ਸੀ ਨਾ ਉਹ ਨਹੀਂ ਸੀ ਬਾਂਦਰੀਆਂ, ਉਹ ਜਨਾਨੀਆਂ ਸੀ। ਇਹ ਕਿੱਦਾਂ ਪੋਸੀਬਲ ਹੋ ਸਕਦਾ? ਹੁਣ ਲੋਕੀ ਪੜ੍ਹ ਲਿਖ ਗਏ ਨਾ, ਇਸੇ ਕਰਕੇ ਪਹਿਲਾਂ ਇਹਨਾਂ ਨੂੰ ਗਿਆਨ ਸੁਣਨ ਨਹੀਂ ਸੀ ਦਿੱਤਾ ਜਾਂਦਾ। ਜੇ ਕੋਈ ਗਲਤੀ ਨਾਲ ਗਿਆਨ ਸੁਣ ਲੈਂਦਾ ਸੀ ਨਾ, ਉਹਦੇ ਕੰਨਾਂ ਦੇ ਵਿੱਚ ਸਿੱਕਾ ਪਿਘਲਾ ਕੇ ਪਾ ਦਿੱਤਾ ਜਾਂਦਾ ਸੀ, ਤੈਨੂੰ ਹੱਕ ਨਹੀਂ। ਇਸੇ ਲਈ ਪੜ੍ਹਾਈਆਂ ਲਿਖਾਈਆਂ ਤੋਂ ਦੂਰ ਰੱਖਿਆ ਗਿਆ ਵੀ ਇਹਨਾਂ ਦੀ ਅਕਲ ਖੁੱਲ੍ਹ ਜਾਊਗੀ ਤੇ ਸਵਾਲ ਕਰਨ ਜੋਗੇ ਹੋਣਗੇ ਵੀ ਇਹ ਕਿੱਦਾਂ ਪੋਸੀਬਲ ਆ। ਪਰ ਹੁਣ ਇਨਸਾਨ ਪੜ੍ਹ ਲਿਖ ਗਿਆ, ਹੁਣ ਉਹ ਅਗਲਾ ਸਵਾਲ ਕਰਦਾ ਤੇ ਹੁਣ ਜਵਾਬ ਦੇਣਾ ਕੀ ਹੈ ਭਲਾ? ਇਸ ਲਈ ਹੁਣ ਕਹਿੰਦੇ ਇਹਨਾਂ ਨੂੰ ਕੁੱਟੋ, ਇਹਨਾਂ ਦੇ ਅਧਿਕਾਰ ਖੋਲੋ, ਐਸੇ ਐਸੇ ਕਾਨੂੰਨ ਲੈ ਆਓ ਵੀ ਇਹ ਦੁਬਾਰਾ ਫਿਰ ਉੱਥੇ ਲਿਆ ਕੇ ਇਹਨਾਂ ਨੂੰ ਖੜੇ ਕਰ ਦਈਏ ਤਾਂ ਕਿ ਇਹ ਸਵਾਲ ਕਰਨ ਜੋਗੇ ਰਹਿਣੇ ਨਾ। ਕਿਉਂਕਿ ਜੇ ਸਵਾਲ ਕਰਨਗੇ ਤਾਂ ਸਵਾਲਾਂ ਦੇ ਜਵਾਬ ਦੇਣੇ ਬੜੇ ਔਖੇ ਆ। ਕੀ ਆ ਭਲਾ? ਬੜੇ ਔਖੇ ਆ। ਕਹਿੰਦੇ ਹਨੂਮਾਨ ਜੀ ਸੀਤਾ ਜੀ ਦੀ ਲੈ ਕੇ ਮੁੰਦਰੀ ਉੜੇ ਜਾ ਰਹੇ ਸੀਗੇ ਤੇ ਇੱਕ ਪਤਾ ਨਹੀਂ ਮਛਲੀ ਨੇ ਕਿ ਮਗਰਮੱਛ ਨੇ ਉਹਨਾਂ ਨੂੰ ਨਿਗਲ ਲਿਆ ਤੇ ਹਨੂਮਾਨ ਮਹਾਰਾਜ ਜੀ ਜਿਹੜੇ ਸੀਗੇ ਉਹ ਮੱਛਰ ਬਣ ਕੇ ਤੇ ਉਹਦੇ ਕੰਨ ਦੇ ਵਿੱਚੋਂ ਦੀ ਨਿਕਲ ਗਏ। ਕੀ ਬਣ ਕੇ ਭਲਾ? ਹਨੂਮਾਨ ਜੀ ਮੱਛਰ ਬਣ ਕੇ ਕੰਨ ਦੇ ਵਿੱਚੋਂ ਦੀ ਨਿਕਲ ਗਏ। ਸੀਤਾ ਦੀ ਮੁੰਦੀ ਉਹਦੇ ਕੋਲ ਹੀ ਹੈ ਮੱਛਰ ਦੇ। ਯਾਰ ਮੱਛਰ ਮੁੰਦੀ ਕਿੱਦਾਂ ਲੈ ਗਿਆ? ਹਾਂਜੀ, ਇਹ ਭੇਤ ਜ਼ਾਹਰ ਨਾ ਹੋ ਜਾਣ, ਇਹ ਸੱਚਾਈਆਂ ਸਾਹਮਣੇ ਨਾ ਨਿਕਲ ਕੇ ਆਉਣ, ਇਸ ਲਈ ਲੋਕਾਂ ਨੂੰ ਗਿਆਨ ਤੋਂ ਦੂਰ ਰੱਖਿਆ ਜਾਂਦਾ ਸੀ ਵੀ ਇਹਨਾਂ ਨੂੰ ਪਤਾ ਨਾ ਲੱਗੇ। ਵਜ੍ਹਾ ਕੀ ਸੀ ਭਲਾ? ਪਤਾ ਨਾ ਲੱਗੇ। ਹੁਣ ਬੰਦੇ ਸਵਾਲ ਕਰਦੇ, ਅਗਲੇ ਕਹਿੰਦੇ ਦੱਸੋ ਜੀ। ਤਾਈਓ ਤੇ ਧਰਮ ਪਰਿਵਰਤਨ ਜ਼ੋਰਾਂ ਤੇ ਹੋ ਰਿਹਾ ਨੇ। ਕਹਿੰਦੇ ਲਾਲਚ ਦੇ ਕੇ। ਲਾਲਚ ਦੇ ਕੇ ਕਾਹਦਾ? ਉਹਦੀ ਬੁੱਧ ਖੁੱਲ ਗਈ, ਉਹਨੂੰ ਸਮਝ ਆਉਣ ਡਈ ਇਹ ਗੱਲ, ਉਹਨੂੰ ਪਤਾ ਲੱਗਣ ਡਿਆ ਮੈਂ ਜਿਹਨੂੰ ਈਸ਼ਵਰ ਮੰਨ ਕੇ ਮੰਨਦਾ ਸੀ ਉਹ ਤੇ ਅਸਲ ਵਿੱਚ ਈਸ਼ਵਰ ਹੈ ਨਹੀਂ ਸੀ, ਉਹ ਤਾਂ ਕਥਾ ਕਹਾਣੀ ਸੀਗੀ। ਈਸ਼ਵਰ ਦਾ ਤੇ ਮੈਨੂੰ ਪਤਾ ਹੀ ਹੁਣ ਲੱਗਾ ਕਿ ਸ੍ਰਿਸ਼ਟੀਕਰਤਾ ਦੀ ਯੋਜਨਾ ਹੀ ਕੁਝ ਹੋ ਰਿਹਾ। ਹੁਣ ਉਹਨੂੰ ਪਤਾ ਲੱਗਾ, ਇਸ ਕਰਕੇ ਹੁਣ ਉਹ ਉਹਨਾਂ ਝੂਠਿਆਂ ਦੇ ਕੋਲ ਰਹਿ ਸਕਦਾ। ਹੁਣ ਉਹਦੀ ਬੁੱਧ ਜਿਹੜੀ ਆ ਉਹ ਪੂਰੀ ਤਰ੍ਹਾਂ ਖੁੱਲ੍ਹ ਗਈ ਹੈ। ਕਹਿੰਦੇ ਜੀ ਪੂਛ ਨੂੰ ਅੱਗ ਲਾਤੀ ਤੇ ਉਹਨੇ ਲੰਕਾ ਸਾੜ ਦਿੱਤੀ ਤੇ ਸਵਾਹ ਕਰ ਦਿੱਤੀ। ਹਾਂਜੀ, ਲੰਕਾ ਕੀ ਕਰਤੀ ਭਲਾ? ਅੱਜ ਤੱਕ ਕੋਈ ਮਾਈ ਦਾ ਲਾਲ ਆ ਕੇ ਸਿੱਧ ਕਰੇ, ਸਾਬਤ ਕਰੇ ਕਦੇ ਸੋਨਾ ਸਵਾਹ ਹੁੰਦਾ? ਹਾਂ ਭਾਜੀ, ਸਵਾਹ ਕਿੱਦਾਂ ਹੋ ਗਈ? ਕਹਿੰਦੇ ਜੀ ਸਵਾਹ ਕਰਨ ਤੋਂ ਬਾਅਦ ਫਿਰ ਉਹ ਚਲੇ ਗਏ ਤੇ ਜਾ ਕੇ ਉਹਨਾਂ ਨੇ ਪਾਣੀ ਦੇ ਵਿੱਚ ਆਪਣੀ ਪੂਛ ਨੂੰ ਪਾ ਕੇ ਤੇ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਪਾਣੀ ਦਾ ਦੂਸ਼ਿਤ ਨਾ ਹੋ ਜਾਵੇ ਤੇ ਉਹਦੇ ਵਿਚਲੇ ਜੀਵ ਜੰਤੂ ਨਾ ਮਰ ਜਾਣ। ਸਾਰੇ ਦੇਵਤਾ ਜਿਹੜੇ ਸੀਗੇ ਹਨੂਮਾਨ ਜੀ ਦੇ ਅੱਗੇ ਆ ਕੇ ਖੜੇ ਹੋ ਕੇ ਕਹਿੰਦੇ ਜੀ ਮਹਾਰਾਜ ਕਿਰਪਾ ਕਰੋ, ਇਹ ਪਾਪ ਨਾ ਕਰਿਓ, ਤੁਸੀਂ ਇੰਨਾ ਕੁਛ ਜੀਵ ਜੰਤੂ ਹੈਗੇ ਸਾਰੇ ਦੇ ਸਾਰੇ ਬਰਬਾਦ ਹੋਏ ਨੇ, ਤੁਸੀਂ ਕੋਈ ਹੋਰ ਉਪਾਅ ਕਰੋ। ਫਿਰ ਆਖਰਕਾਰ ਕਹਿੰਦੇ ਜੀ ਹਨੂਮਾਨ ਜੀ ਨੇ ਆਪਣੀ ਜਿਹੜੀ ਪੂਛ ਸੀ ਨਾ ਉਹ ਆਪਣੀ ਜੀਭ 'ਚ ਪਾ ਲਈ। ਪਹਿਲਾਂ ਇੱਦਾਂ ਦਾ ਉਹਨਾਂ ਦਾ ਚਿਹਰਾ ਨਹੀਂ ਸੀ ਜਿੱਦਾਂ ਦਾ ਅੱਜ ਅਸੀਂ ਦੇਖਦੇ ਹਾਂ, ਤੇ ਉਹ ਫਿਰ ਉਹਨਾਂ ਦੇ ਬੁੱਲ ਵਗੈਰਾ ਜਿਹੜੇ ਸੜ ਗਏ ਸੀ, ਤਾਂ ਕਰਕੇ ਉਹਨਾਂ ਦੀ ਜਿਹੜੀ ਸ਼ਕਲੋ ਸੂਰਤ ਸੀ ਉਹ ਇੱਦਾਂ ਦੀ ਨਜ਼ਰ ਆਉਂਦੀ ਸੀ। ਪੂਛ ਉਹਨਾਂ ਨੇ ਪਾ ਲਈ ਮੂੰਹ ਦੇ ਵਿੱਚ ਤੇ ਬੁੱਲ ਗਏ ਸੜ।
ਕੀ ਹੋ ਗਏ ਭਲਾ? ਬੁੱਲ ਗਏ ਸੜ। ਧਰਤੀ ਤੋਂ 10 ਲੱਖ ਵੱਡਾ ਸੂਰਜ ਜਦੋਂ ਮੂੰਹ ਚ ਪਾਇਆ ਉਦੋਂ ਬੁੱਲ ਨਹੀਂ ਸੜੇ। ਧਰਤੀ ਤੋਂ 10 ਲੱਖ ਗੁਣਾ ਵੱਡੇ ਸੂਰਜ ਨੂੰ ਜਦੋਂ ਮੂੰਹ ਚ ਪਾਇਆ ਨਾ ਉਦੋਂ ਉਹਨਾਂ ਦਾ ਮੂੰਹ ਸੜਿਆ। ਜਦੋਂ 10 ਲੱਖ ਵੱਡੇ ਗ੍ਰਹਿ ਨੂੰ ਮੂੰਹ ਚ ਪਾਇਆ, ਹਨੂਮਾਨ ਜੀ ਆਪ ਕਿੱਥੇ ਖੜੇ ਸੀ? ਕਿਉਂਕਿ ਸੂਰਜ ਨੂੰ ਮੂੰਹ ਚ ਪਾਉਣ ਦੇ ਲਈ ਪਹਿਲਾਂ ਤਾਂ ਉਹਨਾਂ ਨੂੰ ਆਪਣਾ ਆਕਾਰ ਜਿਹੜਾ ਆ ਉਹ 10 ਲੱਖ ਧਰਤੀਆਂ ਤੋਂ ਵੱਡਾ ਕਰਨਾ ਪਊਗਾ ਨਾ। ਤੇ ਜਦੋਂ ਐਡਾ ਵੱਡਾ ਆਕਾਰ ਕਰੂਗਾ ਫੇਰ ਹੀ ਸੂਰਜ ਨੂੰ ਮੂੰਹ ਚ ਪਾਊਗਾ, ਉਦੋਂ ਮੂੰਹ ਨਹੀਂ ਸੜਿਆ। ਤੇ ਜਦੋਂ ਆਪਣੀ ਛੋਟੀ ਜਿਹੀ ਪੂਛ ਪਾ ਲਈ ਤਾਂ ਉਦੋਂ ਮੂੰਹ, ਕਹਿੰਦੇ ਹਜਮ ਨਹੀਂ ਹੁੰਦੀਆਂ ਜੀ ਕਥਾ ਕਹਾਣੀਆਂ। ਇਸ ਲਈ ਧਰਮ ਬਦਲ ਰਹੇ ਆ। ਕਥਾ ਕਹਾਣੀ ਖਤਮ ਨਹੀਂ ਹੁੰਦੀ ਪਈ, ਜਾਂ ਤੇ ਸਿੱਧ ਕਰੋ ਤੇ ਜਾਂ ਫਿਰ ਮੰਨ ਲਓ ਕਿ ਕਥਾ ਕਹਾਣੀ। ਤੇ ਜਦੋਂ ਸੱਚ ਕੋਈ ਬੋਲਦਾ ਹੈ ਤੇ ਦੁੱਖ ਤੇ ਲੱਗਦਾ ਨਾ। ਜਿੱਥੇ ਏਡੀਆਂ ਲੰਬੀਆਂ ਆਸਾਂ ਚੱਲਦੀਆਂ ਆਈਆਂ ਹੋਣ ਤੇ ਉੱਥੇ ਫਿਰ ਦੁੱਖ ਤੇ ਲੱਗਣਾ ਬਣਦਾ ਆ। ਪਰ ਹੁਣ ਜਿਹਨਾਂ ਤੇ ਪ੍ਰਗਟ ਹੋ ਗਿਆ ਉਹ ਹੁਣ ਇਹਨਾਂ ਝੂਠੇ ਈਸ਼ਵਰਾਂ ਦੀ ਇਬਾਦਤ ਕਰਨ ਤੇ ਫਿਰ ਕਰਨ ਕਿੱਦਾਂ, ਜਿਨ੍ਹਾਂ ਦੀਆਂ ਕਹਾਣੀਆਂ ਹੀ ਆ ਸਿਰਫ। ਸਿੱਧ ਕੁਛ ਵੀ ਹੁੰਦਾ? ਸਿੱਧ ਕੁਛ ਨਹੀਂ ਹੁੰਦਾ। ਜਾਂ ਤੇ ਫਿਰ ਸਿੱਧ ਹੋਵੇ ਨਾ ਫਿਰ ਤਾਂ ਅਸੀਂ ਕਰੀਏ। ਅਸੀਂ ਮਿਸਾਲ ਦਿੱਤੀ ਹੈ ਇਸਰਾਇਲ ਦੀ, ਜੋ ਕੁਛ ਕਿਹਾ ਗਿਆ ਅੱਜ ਵੀ ਸਿੱਧ ਹੁੰਦਾ ਆ। ਤੇ ਫਿਰ ਇੱਥੇ ਸਿੱਧ ਕਿਉਂ ਨਹੀਂ ਹੁੰਦਾ? ਉਹਨਾਂ ਦਾ ਤਾਂ ਇੱਕੋ ਹੀ ਸੀ, ਸਿੱਧ ਹੁੰਦਾ ਸਾਰਾ ਕੁਛ। ਇਹਨਾਂ ਦਾ ਫਿਰ ਸਿੱਧ ਵੀ ਹੋਣਾ ਚਾਹੀਦਾ ਸੀ, ਪਰ ਸਿੱਧ ਹੁੰਦਾ, ਸਿੱਧ ਨਹੀਂ ਹੋ ਰਿਹਾ। ਇਸ ਕਰਕੇ ਕਥਾ ਕਹਾਣੀਆਂ, ਜਿਹਨੂੰ ਈਸ਼ਵਰ ਸਮਝਦੇ ਸੀ ਈਸ਼ਵਰ ਹੈ। ਤੇ ਹੁਣ ਪ੍ਰਭੂ ਨੇ ਜਿਨ੍ਹਾਂ ਨਾਲ ਮੇਲ ਕੀਤਾ ਉਹਨਾਂ ਨੂੰ ਕਹਿ ਰਿਹਾ ਕਿ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਇਹ ਜਿਹੜਾ ਸ਼ਬਦ ਆਇਆ ਕਿ ਕੁਝ ਨਹੀਂ ਕਰ ਸਕਦੇ, ਇਹ ਕੀ ਆ? मत्ती दी अंजील 16 अध्याय 26 आयत, यदि मनुष्य सारे जगत को प्राप्त करे और अपने प्राण की हानि उठाए तो उसे क्या लाभ होगा, या मनुष्य अपने प्राण के बदले में क्या देगा। ये आओ गल असी सोचते ही सारा कुछ कर रहे हैं, इसलिए वचन गलत है कि यसु मसीह कहता तुसीं मेरे तो वखरे हो के कुछ नहीं कर सकते। लेकिन वही वचन की कह रहा है, इंसान सारे जगत नूं भी कमा लवे, सब कुछ ਉਹਦੇ ਕੋਲ ਹੋਵੇ ਤੇ ਜਦੋਂ ਜਮਦੂਤ ਆਵੇ ਨਾ ਜਾਨ ਕੱਢਣ ਲਈ, ਤਾਂ ਉਹ ਕਵੇ ਸਭ ਕੁਝ ਲੈ ਲਾ ਤੇ ਮੇਰੀ ਜਾਨ ਬਖਸ਼ ਦੇ। ਸਭ ਕੁਝ ਦੇ ਕੇ ਵੀ ਜਮਦੂਤ ਨੂੰ ਖਰੀਦ ਸਕਦਾ। ਜਦੋਂ ਉਹਨੇ ਜਾਨ ਕੱਢਣ ਆਉਣੀ, ਰਾਜੇ ਮਹਾਰਾਜਿਆਂ ਦੇ ਵੀ ਗੋਡੇ। ਔਰ ਸਿਕੰਦਰ ਮਹਾਨ ਵੀ ਕਹਿੰਦਾ ਜਦੋਂ ਮੈਂ ਮਰਿਆ ਨਾ ਤੇ ਮੇਰੇ ਹੱਥ ਬਾਹਰ ਕੱਢੀ ਰੱਖਿਓ। ਹਾਂਜੀ, ਜਿੰਨੇ ਵੀ ਵੈਦ ਹਕੀਮ ਆ ਸਾਰੇ ਮੇਰੇ ਨਾਲ ਤੋਰਿਓ ਤੇ ਮੇਰੀ ਦੌਲਤ ਸਾਰੀ ਕੀ ਆ ਮੇਰੇ ਅੱਗੇ ਅੱਗੇ ਵਿਛਾ ਦਿਓ, ਤਾਂ ਕਿ ਦੁਨੀਆ ਨੂੰ ਪਤਾ ਲੱਗ ਜਾਵੇ ਦੁਨੀਆ ਉੱਤੇ ਰਾਜ ਕਰਨ ਵਾਲਾ ਸਿਕੰਦਰ ਮਹਾਨ ਜਿੱਦਾਂ ਆਇਆ ਸੀ ਨਾ ਉੱਦਾਂ ਹੀ ਵਾਪਸ ਚਲਾ ਗਿਆ ਆ। ਮਨੁੱਖ ਨੂੰ ਕੀ ਲਾਭ ਸਾਰੇ ਸੰਸਾਰ ਨੂੰ ਕਮਾਵੇ ਤੇ ਆਪਣੀ ਜਾਨ ਦਾ। ਇਹ ਹੁਣ ਸੰਸਾਰ ਜਿਹੜਾ ਨਾ ਸੰਸਾਰ ਨੂੰ ਕਮਾ ਕੇ ਦਾਵਾ ਕਰਨ ਡਿਆ ਵੀ ਆਹ ਵਚਨ ਜਿਹੜਾ ਕੀ ਹੈ ਭਲਾ ਝੂਠਾ, ਲੇਕਿਨ ਵਚਨ ਦੱਸਦਾ ਆ ਵਚਨ ਆਪਣੀ ਥਾਂ ਤੇ ਸੱਚਾ ਸੀ, ਸੱਚਾ ਹੈ ਔਰ ਸੱਚਾ ਰਹੇਗਾ। ਇਸ ਦਾ ਮਤਲਬ ਹੈ ਕਿ ਮਨੁੱਖ ਇਸ ਸੰਸਾਰ ਵਿੱਚ ਖੁਦਾ ਤੋਂ ਅਲੱਗ ਰਹਿ ਕੇ ਵੀ ਬਹੁਤ ਕੁਝ ਕਰ ਸਕਦਾ। ਇਸੇ ਲਈ ਤਾਂ ਲਿਖਿਆ ਹੈ ਕਿ ਮਨੁੱਖ ਅਗਰ ਸਾਰੇ ਜਗਤ ਨੂੰ ਕਮਾਵੇ, ਇਹਦਾ ਮਤਲਬ ਜਗਤ ਨੂੰ ਮਨੁੱਖ ਕੀ ਕਰ ਸਕਦਾ ਭਲਾ? ਜਗਤ ਨੂੰ ਕਮਾ ਸਕਦਾ ਆ, ਆਪਣੇ ਐਸ਼ੋ ਆਰਾਮ ਦੀਆਂ ਸਾਰੀਆਂ ਸੁਵਿਧਾਵਾਂ ਪ੍ਰਾਪਤ ਕਰ ਸਕਦਾ, ਖੋਜਾਂ ਵੱਡੀਆਂ ਵੱਡੀਆਂ ਕਰ ਸਕਦਾ, ਚੰਦ ਤੇ ਵੀ ਜਾ ਸਕਦਾ ਆ, ਦੂਜੇ ਗ੍ਰਹਿਾਂ ਤੇ ਵੀ ਜਾ ਸਕਦਾ, ਇਹਨਾਂ ਦਾ ਗਿਆਨ ਵੀ ਪ੍ਰਾਪਤ ਕਰ ਸਕਦਾ ਆ। ਲੇਕਿਨ ਆਪਣੀ ਜਾਨ ਨੂੰ ਬਚਾ ਸਕਦਾ, ਆਪਣੀ ਮੁਕਤੀ ਦੇ ਲਈ ਕੁਛ ਵੀ ਕਰ ਸਕਦਾ। ਇਹ ਆ ਉਹ ਗੱਲ ਜਿਹੜੀ ਪ੍ਰਭੂ ਯਿਸੂ ਮਸੀਹ ਕਹਿਣਾ ਚਾਹੁੰਦੇ, ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਕੁਛ ਵੀ ਕਰ ਸਕਦੇ। ਉਹ ਕੁਛ ਦੇ ਵਿੱਚ ਜਿਹੜਾ ਭੇਤ ਆ ਨਾ ਉਹ ਇਹ ਇਸ ਦਾ ਮਤਲਬ ਕਿ ਇਹ ਮਨੁੱਖ ਸੰਸਾਰ ਵਿੱਚ ਖੁਦਾ ਤੋਂ ਅਲੱਗ ਰਹਿ ਕੇ ਬਹੁਤ ਕੁਛ ਕਰ ਸਕਦਾ। ਇਸੇ ਲਈ ਤਾਂ ਲਿਖਿਆ ਹੈ ਕਿ ਮਨੁੱਖ ਸਾਰੇ ਜਗਤ ਨੂੰ ਕਮਾਵੇ, ਇਹਦਾ ਮਤਲਬ ਕਮਾ ਸਕਦਾ। ਸੋ ਖੁਦਾ ਤੋਂ ਅਲੱਗ ਹੋ ਕੇ ਸੰਸਾਰ ਨੂੰ ਕਮਾਇਆ ਜਾ ਸਕਦਾ ਹੈ, ਪਰ ਇੱਕ ਕੰਮ ਹੈ ਜਿਹੜਾ ਇਸ ਤੋਂ ਅਲੱਗ ਹੋ ਕੇ ਇਨਸਾਨ ਨਹੀਂ ਕਰ ਸਕਦਾ, ਔਰ ਉਹ ਇਹ ਕੰਮ ਆ ਕਿ ਇਨਸਾਨ ਖੁਦਾ ਤੋਂ ਅਲੱਗ ਹੋ ਕੇ ਸਭ ਕੁਝ ਕਮਾ ਸਕਦਾ ਪਰ ਆਪਣੀ ਜਾਨ ਨੂੰ ਬਚਾ ਸਕਦਾ, ਆਪਣੀ ਜਾਨ ਨੂੰ ਨਹੀਂ ਬਚਾ ਸਕਦਾ। ਲੋਕਾਂ 12:18 ਦੇ ਤੱਕ ਦੇਖਦੇ ਆ ਕਿ ਇੱਕ ਇਨਸਾਨ ਨੇ ਲਿਖਿਆ ਬਹੁਤ ਕੁਛ ਕਮਾਇਆ ਔਰ ਇੰਨਾ ਕੁ ਕਮਾ ਲਿਆ ਕਿ ਉਹਦੇ ਕੋਲ ਰੱਖਣ ਲਈ ਜਗ੍ਹਾ ਨਹੀਂ। ਫਿਰ ਉਹਨੇ ਕੀ ਫੈਸਲਾ ਕੀਤਾ, ਕਹਿੰਦਾ ਮੈਂ ਵੱਡੇ ਵੱਡੇ ਗੋਦਾਮ ਬਣਾਵਾਂਗਾ ਤੇ ਉਹਨਾਂ ਦੇ ਵਿੱਚ ਇਹ ਸਾਰੀ ਆਪਣੀ ਉਪਜ ਨੂੰ ਕੀ ਕਰ ਲਵਾਂਗਾ, ਜਮ੍ਹਾਂ ਕਰ ਲਵਾਂਗਾ, ਤੇ ਜਦੋਂ ਮੈਂ ਇਹ ਸਭ ਕੁਝ ਕਰ ਚੁੱਕਾ ਹੋਵਾਂਗਾ ਫਿਰ ਮੈਂ ਆਪਣੇ ਬਿਸਤਰੇ 'ਤੇ ਆਰਾਮ ਦੇ ਨਾਲ ਬੈਠ ਕੇ ਕਹਾਂਗਾ, ਐ ਮੇਰੀ ਜਾਨ ਹੁਣ ਖਾ ਪੀ ਤੇ ਮੌਜ ਕਰ, ਕਿਉਂਕਿ ਹੁਣ ਤੇਰੇ ਕੋਲ ਬਹੁਤ ਸਾਲਾਂ ਦਾ ਹੈਗਾ ਹੈ, ਤੈਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ। ਜਿਵੇਂ ਹੀ ਲਿਖਿਆ ਵੀ ਉਹ ਆਪਣੇ ਮਨ ਦੇ ਵਿੱਚ ਇਹ ਵਿਚਾਰ ਕਰ ਰਿਹਾ ਸੀ, ਮੌਤ ਦੇ ਫਰਿਸ਼ਤੇ ਨੇ ਆ ਕੇ ਘੰਟੀ ਵਜਾਈ, ਕਹਿੰਦਾ ਹੁਣੇ ਤੇਰੀ ਜਾਨ ਤੇਰੇ ਵਿੱਚੋਂ ਕਰ ਲਾ ਇਕੱਠੇ। ਹੁਣ ਉਹਨੂੰ ਕਵੇ ਨਾ ਸਭ ਕੁਝ ਹੀ ਲੈ ਜਾ ਭਰਾਵਾ ਤੇ ਜਾਨ ਛੱਡ ਦੇ ਤੇ ਤਾਂ ਵੀ ਬਚਾ ਸਕਦਾ
ਬਚਾ ਸਕਦਾ ਨਹੀਂ ਹੈ। ਸੋ ਆਪਣੀ ਜਾਨ ਦੇ ਬਦਲੇ ਵਿੱਚ ਲਿਖਿਆ ਇਨਸਾਨ ਕੀ ਦਊਗਾ? ਬੋਲੋ ਜੀ, ਜਾਨ ਲੈਣ ਆਇਆ ਹੋਵੇ ਤੇ ਕੀ ਦਓਗੇ? ਹਾਂਜੀ, ਕੀ ਦਓਗੇ ਭਲਾ? ਜਾਨ ਦੇ ਬਦਲੇ 'ਚ ਤੇ ਜਾਨ ਹੀ ਦੇਣੀ ਪੈਣੀ ਹੈ। ਇਸ ਲਈ ਯਿਸੂ ਮਸੀਹ ਕਹਿੰਦਾ ਤੁਸੀਂ ਮੇਥੋਂ ਵੱਖਰੇ ਹੋ ਕੇ ਕੁਛ ਕਰ ਸਕਦੇ। ਇਹ ਇਸ ਦੁਨੀਆ ਵਿੱਚ ਸਿਰਫ ਧਨ ਦੌਲਤ ਹੀ ਇਕੱਠੀ ਨਹੀਂ ਕਰਦਾ, ਬਲਕਿ ਇਹ ਵੀ ਮਾਣ ਹੈ ਕਿ ਮੈਂ ਸਾਧਨਾ ਦੇ ਦੁਆਰਾ ਖੁਦਾ ਦੇ ਨਾਲ ਰਿਸ਼ਤਾ ਵੀ ਬਣਾ ਸਕਦਾ। ਕੀ ਕਰ ਸਕਦਾ ਭਲਾ? ਅਸੀਂ ਦੇਖਦੇ ਨਾ, ਰਾਵਣ ਨੇ ਤਪੱਸਿਆ ਕੀਤੀ, ਉਹਨੇ ਵਰਦਾਨ ਪਾ ਲਿਆ। ਇਹ ਤਪੱਸਿਆਵਾਂ ਵੀ ਉਦੋਂ ਹੀ ਹੁੰਦੀਆਂ ਸੀ। ਹੁਣ ਤਪੱਸਵੀ ਕਿੱਥੇ ਚਲੇ ਗਏ? ਤਪੱਸਿਆ ਕਰਨ ਤੇ ਹੁਣ ਰੋਕ ਲੱਗ ਗਈ। ਅੱਜ ਵਰਦਾਨ ਕਿਉਂ ਨਹੀਂ ਮਿਲਦੇ ਪਏ? ਹਾਂਜੀ, ਬਾਕੀ ਦੇਸ਼ਾਂ ਦੇ ਲੋਕਾਂ ਨੂੰ ਵਰਦਾਨ ਕਿਉਂ ਨਹੀਂ ਮਿਲ ਗਏ? ਉਹ ਵੀ ਇੰਡੀਆ ਵਾਲਿਆਂ ਨੂੰ ਮਿਲਣੇ ਸੀ। ਇੰਨੇ ਨੇਕ ਹੈ ਬੰਦੇ ਇਹ, ਕਿਉਂ ਜੀ? ਗੋਰਿਆਂ ਨੂੰ ਕੱਢਣ ਲਈ 300 ਸਾਲ ਪਹਿਲਾਂ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਦੇ ਰਹੇ, ਬਾਅਦ 'ਚ ਉਹਨਾਂ ਦੇ ਦੇਸ਼ਾਂ 'ਚ ਆਉਣ ਲਈ ਕੀ ਕੁਛ ਕਰਨ ਰਹੇ? ਬੋਲੋ ਜੀ, ਭਾਈ ਜੀ ਵੀ ਆਈ ਹੈ। ਕੀ ਕਰਨ ਆਏ ਸੀਗੇ? ਉਦੋਂ ਕਹਿੰਦੇ ਅੰਗਰੇਜ਼ੋ ਦੇਸ਼ ਛੋੜੋ, ਅੰਗਰੇਜ਼ੋ ਦੇਸ਼ ਛੋੜੋ, ਅੰਗਰੇਜ਼ੋ ਦੇਸ਼ ਛੋੜੋ। ਤੇ ਫਿਰ ਉਹਨਾਂ ਦੇਸ਼ ਛੋੜ ਕੇ ਲੈਣਾ ਹੈ? ਉਹਨਾਂ ਦੀਆਂ ਬਣਾਈਆਂ ਹੋਏ ਰੇਲ ਪਟਰੀਆਂ ਉੱਤੇ ਚੱਲਣ ਡਏ ਆ, ਉਹਨਾਂ ਦੇ ਬਣਾਏ ਹੋਏ ਪਲੇਨਾਂ ਵਿੱਚ ਝੂਟੇ ਲੈਣ ਡਏ ਆ, ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਨ। ਨਹੀਂ, ਕਹਿੰਦੇ ਦੇਸ਼ੀ ਲਾਓ ਵਿਦੇਸ਼ੀ ਭਗਾਓ। ਤੇ ਮੇਰੇ ਨਾਲ ਮੈਨੂੰ ਵੀ ਲਾ ਗਏ ਜਲੂਸ ਦੇ ਵਿੱਚ, ਕਹਿੰਦੇ ਜੀ ਅੱਜ ਪ੍ਰਦਰਸ਼ਨ ਕਰਨਾ ਆ ਵੀ ਦੇਸੀ ਚੀਜ਼ਾਂ ਇਸਤੇਮਾਲ ਕਰਨੀਆਂ ਤੇ ਵਿਦੇਸ਼ੀ। ਸਾਰਿਆਂ ਨੇ ਇੰਪੋਰਟਡ ਕੱਪੜੇ ਪਾਏ, ਸਾਰਿਆਂ ਦੇ ਸਿਸ ਦੀਆਂ ਝੜਕੜੀਆਂ ਲੱਗੀਆਂ ਹੋਈਆਂ, ਸਾਰੇ ਸਮਾਏਦਾਰ ਕਿਸੇ ਦੇ ਘਰ ਦੇ ਵਿੱਚ ਹਾਂਗਕਾਂਗ ਦੇ ਫੁਹਾਰੇ ਲੱਗੇ, ਕਿਸੇ ਤੇ ਕੀ ਨਾਰੇ ਲਾਉਂਦੇ ਭਲਾ? ਦੇਸੀ ਲਿਆਓ ਤੇ ਵਿਦੇਸ਼ੀ ਭਗਾਓ। ਕਿੱਡਾ ਮੂਰਖ ਹੈ ਇਨਸਾਨ। ਲੇਕਿਨ ਫਿਰ ਵੀ ਸਮਝਣ ਦੇ ਲਈ ਤਿਆਰ। ਜਿਹਨਾਂ ਦਾ ਇੱਕ ਸੀਗਾ ਉਹਨਾਂ ਵੱਲ ਤੁਸੀਂ ਭੱਜਣ ਡਏ ਆ। ਜਿਹਨਾਂ ਦਾ ਇੱਕ ਸੀ ਉਹ ਸੁਪਰ ਪਾਵਰ ਬਣ ਕੇ ਬੈਠਾ ਆ। ਜਿਹਨਾਂ ਦਾ ਇੱਕ ਸੀਗਾ ਉਹਨਾਂ ਦੇ ਨਾਲ ਦੋਸਤ ਕਹਾ ਕੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬੜਾ ਖੁਸ਼ ਹੈ। ट्रंप मोदी का दोस्त, ओबामा मोदी का दोस्त, ਹੁਣ ਬਾਈਡਨ ਵੀ ਬਣ ਗਿਆ ਮੋਦੀ ਦਾ ਦੋਸਤ। ਇਹ ਤਰਸਨ ਨਾ ਤੁਹਾਡਾ ਦੋਸਤ ਬਣਨ ਦੇ ਵਾਸਤੇ, ਕਿਉਂਕਿ 33 ਕਰੋੜ ਦੇਵੀ ਦੇਵਤਿਆਂ ਵਾਲੇ ਆ ਤੁਸੀਂ, ਤੇ ਉਹਨਾਂ ਦਾ ਤਾਂ ਇੱਕ ਵੀ ਹੈ ਨਹੀਂ ਵਿਚਾਰਿਆਂ ਦਾ, ਤੇ ਸੁਪਰ ਪਾਵਰ ਬਣ ਕੇ ਰਾਜ ਕਰਨ ਡਏ ਆ। ਤੇ ਇਹਨਾਂ ਦੇ ਕੋਲੋਂ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ, ਫਿਰ ਵੀ ਕੁਛ ਨਾ ਕੁਛ ਮਿਲ ਜਾਵੇ। ਕਿਉਂ? ਕਿਤੇ ਨਾ ਕਿਤੇ ਕੁਛ ਗੜਬੜ ਆ। ਇਹ ਇਸ ਦੁਨੀਆ ਵਿੱਚ ਸਿਰਫ ਧਨ ਦੌਲਤ ਹੀ ਇਕੱਠੀ ਨਹੀਂ ਕਰਦਾ, ਬਲਕਿ ਇਸ ਨੂੰ ਇਹ ਵੀ ਮਾਣਿਆ कि मैं साधना के द्वारा खुदा ना की कर लूँगा, भला मेल कर लूँगा। पर वचन के दादा इन विधियों में अपनी इच्छा के अनुसार गढ़ी हुई भक्ति की रीति और दीनता और शारीरिक योग्य वास के भाव से ज्ञान का नाम तो है। ये लगता जी भगती करता ना इंसान, इनू लगता आ भी ये भगती आ, तो दिखण दे विच भगती लगती भी है। पर की वचन दसदा है, परंतु शारीरिक लालसाओं को रोकने में इनसे कुछ भी लाभ होता। ये पाप तो रोक नहीं सकता, फिर भी एडी साधना करन तो, एडी साधना करके भी पाप करन तो रोक सकता? तो फिर तेरी साधना कादी? पर इनू की घमंड है, मैं साधना के द्वारा रब दे नाल की कर लूँगा, भला रिश्ता बना लूँगा। तिमोथी 4:8 लिखा, क्योंकि देह की साधना से लाभ कम है। ये साधना कर देना की है भला लाभ? ਅਸੀਂ ਸੋਚਦੇ ਹਾਂ ਸਾਡੇ ਉਹ ਪਿਛਲੇ ਜਿਹੜੇ ਰਿਸ਼ੀ ਮੁਨੀ ਹੁੰਦੇ ਸੀ ਉਲਟੇ ਲਟਕ ਜਾਂਦੇ ਹੁੰਦੇ ਰੱਬ ਨੂੰ ਪਾਉਣ ਦੇ ਵਾਸਤੇ। ਤੂੰ ਸਿੱਧਾ ਹੋ ਕੇ ਪਾ ਲਾ। ਰੱਬ ਕਿਹੜਾ ਥੱਲੇ ਪਤਾਲ ਦੇ ਵਿੱਚ, ਉਹ ਤਾਂ ਹੈ, ਤੇ ਤੈਨੂੰ ਉਲਟਾ ਲਟਕਣ ਦੀ ਕੀ ਜ਼ਰੂਰਤ ਪਈ ਹੈ? ਪਰ ਇਹਨਾਂ ਨੂੰ ਕੀ ਹੁੰਦਾ ਵੀ ਕੋਈ ਕਹਿੰਦੇ ਉਹ ਲਟਕਿਆ ਰਿਹਾ ਜੀ, ਤਾਂ ਉਹਨੂੰ ਕੋਈ ਦੂਜਾ ਗਿਆ ਕਹਿੰਦਾ ਤੂੰ ਖਾਲੀ ਖੂਹ 'ਚ ਲਟਕਿਆ, ਕਹਿੰਦਾ ਇਹ ਰੱਬ ਨੂੰ ਪਾਉਣਾ। ਉਹ ਕਹਿੰਦਾ ਅੱਛਾ ਖੂਹ 'ਚ ਲਟਕਣਾ ਰੱਬ ਮਿਲ ਜਾਂਦਾ? ਉਹ ਕਹਿੰਦੇ ਆਹੋ। ਉਹਨੇ ਸਿੱਧੀ ਛਾਲ ਮਾਰਤੀ, ਉਹਨੂੰ ਰੱਬ ਮਿਲ ਗਿਆ, ਉਹ ਫਿਰ ਲਟਕਿਆ ਹੀ ਹੈ। ਉਹਨੂੰ ਪ੍ਰਾਪਤੀ ਹੋ ਗਈ, ਉਹ ਫਿਰ लटकिया रह गया। सो की लिखा, क्योंकि देह की साधना से लाभ कम है, पर भक्ति सब बातों के लिए लाभदायक है, क्योंकि इसी समय के लिए और आने वाले जीवन की प्रतिज्ञा किहदे नाल भला? इहदे नाल। इस करके असीं हुण अगे नहीं वधांगे, क्योंकि वचन तो ये बड़ा लंबा, अगली बार देखांगे। मनुख नूं की लाभ जो सारे संसार नूं कमावे पर अपनी जान दा की करे? मेरी ही बस्ती बाबा खेल तो ਸਾਡੇ ਜ਼ਮਾਨੇ ਵਿੱਚ ਜਦੋਂ 20 ਸਾਲ ਪਹਿਲਾਂ ਅਸੀਂ ਅਮਰੀਕਾ 'ਚ ਆਏ ਸੀ, ਉਹਨਾਂ ਹੀ ਦਿਨਾਂ ਦੇ ਵਿੱਚ ਸਾਡੇ ਹੀ ਇਲਾਕੇ ਦਾ ਇੱਕ ਮੁੰਡਾ ਆਇਆ, 8.5 ਲੱਖ ਰੁਪਇਆ ਕਰਜ਼ਾ ਚੁੱਕ ਕੇ। ਉਹਨੇ ਕਦੀ ਸੁਪਨੇ 'ਚ ਨਹੀਂ ਸੋਚਿਆ। ਉਹਨਾਂ ਦੀ ਇੱਕ ਜਗ੍ਹਾ ਲਈ ਸੀ, ਉਹਦਾ ਅੱਤਵਾਦ ਦਾ ਜ਼ਮਾਨਾ ਸੀ, ਅਤੇ ਉਹ ਰੇਟ ਵੱਧ ਗਏ ਸੀ ਉਦੋਂ, ਅਤੇ ਉਹਨਾਂ ਦੇ ਵਿੱਚ ਉਹ ਵਿਕ ਗਈ ਉਹਨਾਂ ਦੀ ਜ਼ਮੀਨ। 8.5 ਲੱਖ ਰੁਪਇਆ ਦੇ ਕੇ ਅਤੇ JFK ਏਅਰਪੋਰਟ 'ਤੇ ਉਤਰਦਾ,
ਉਹਨੇ ਕਦੇ ਸੁਪਨੇ ਨਹੀਂ ਸੋਚਿਆ ਸੀ ਆਊਗਾ। ਏਅਰਪੋਰਟ 'ਤੇ ਉਤਰਦੇ ਨੂੰ ਇੰਨੀ ਕੁ ਖੁਸ਼ੀ ਹੋਈ ਵੀ ਮੈਂ ਉਸ ਅਮਰੀਕਾ 'ਚ ਪਹੁੰਚ ਗਿਆ ਜਿਹੜੇ ਸੁਪਨੇ ਲੈਂਦੇ ਉੱਥੇ ਹੀ ਪਾਗਲ ਹੋ ਗਿਆ। ਏਅਰਪੋਰਟ ਦੇ ਉਤਰਦਾ ਹੀ ਏਅਰਪੋਰਟ ਤੋਂ ਹੀ ਉਹ ਅਰੈਸਟ ਕਰਕੇ ਲੈ ਕੇ ਗਏ। ਜਾ ਕੇ ਉਹਨਾਂ ਨੇ ਮੈਡੀਕਲ ਉਹਦਾ ਕਰਾਇਆ, ਪਤਾ ਲੱਗਾ ਜੀ ਇਹ ਦਿਮਾਗੀ ਤੌਰ 'ਤੇ ਠੀਕ ਨਹੀਂ ਗਾ। 3 ਮਹੀਨੇ ਇੱਥੇ ਰਿਹਾ, 3 ਮਹੀਨੇ ਤੋਂ ਬਾਅਦ ਉਹਨਾਂ ਨੇ ਚੱਕ ਕੇ ਤੇ ਇੰਡੀਆ ਵਾਪਸ ਭੇਜ ਦਿੱਤਾ। ਕਿ ਇਨਸਾਨ ਜੋ ਕੁਝ ਸੋਚਦਾ ਆ, ਜੋ ਕੁਝ ਸਮਝਦਾ ਆ, ਅਗਰ ਪਰਮੇਸ਼ਵਰ ਨਾ ਚਾਹਵੇ ਤੇ ਕੀ ਕੁਛ ਵੀ ਕਰ ਸਕਦਾ? ਹਾਂਜੀ, ਕੁਛ ਵੀ ਕਰ ਸਕਦਾ। ਸਾਡੇ ਨਾਲ ਇੱਥੇ ਕੰਸਟਰਕਸ਼ਨ ਦਾ ਕੰਮ ਕਰਦਾ ਸੀ ਉਹਨਾਂ ਦਿਨਾਂ 'ਚ ਮੁੰਡਾ, ਇੱਥੇ ਉਹਨੇ ਗੇੜਾ ਗੁੜਾ ਕਰਕੇ ਕਾਗਜ਼ ਲੈ ਲਏ ਤੇ ਬਾਅਦ 'ਚ ਇੰਡੀਆ ਵਿਆਹ ਕਰਨ ਚਲੇ ਗਿਆ। ਇੰਡੀਆ ਤੋਂ ਵਿਆਹ ਕਰਾ ਕੇ ਵਾਪਸ ਆਇਆ ਤੇ ਏਅਰਪੋਰਟ 'ਤੇ ਜਦੋਂ ਇੱਥੇ ਆਇਆ JFK 'ਤੇ ਉਹਨਾਂ ਨੇ ਪੁੱਛਿਆ ਵੀ ਹਾਂਜੀ ਆ ਗਿਆ ਵਿਆਹ ਕਰਾ ਕੇ। ਉੱਦਾਂ ਉਹਨੇ ਹਵਾ 'ਚ ਤੀਰ ਮਾਰਿਆ ਤਾਂ ਕਹਿੰਦਾ ਨਹੀਂ ਨਹੀਂ ਇੱਦਾਂ ਦੀ ਕਹਿੰਦਾ ਕੋਈ ਗੱਲ ਨਹੀਂ। ਅਤੇ ਉਹਨੇ ਤਲਾਸ਼ੀ ਲਈ ਤਾਂ ਉਹਦਾ ਪਰਸ ਕੱਢਿਆ ਤੇ ਪਰਸ ਦੇ ਵਿੱਚ ਉਹਦੀ ਘਰਵਾਲੀ ਦੇ ਨਾਲ ਫੋਟੋ। ਇੱਥੋਂ ਵਾਲੇ ਲੈ ਕੇ ਗਏ। ਪਾਸਟਰ ਮੁਖਤਿਆਰ ਨੇ ਬੜੀ ਕੋਸ਼ਿਸ਼ ਕੀਤੀ ਸੀ ਉਦੋਂ, ਅਤੇ ਉਹ ਵੀ 3 ਮਹੀਨੇ ਬਾਅਦ ਉਹ ਕਹਿੰਦੇ ਜੀ ਜਿੱਥੇ ਵਿਆਹ ਕਰਾ ਕੇ ਆਇਆ ਤੇਰਾ ਫਰਜ਼ ਬਣਦਾ ਉਸੇ ਜਨਾਨੀ ਨਾਲ ਜਾ ਕੇ ਰਿਹਾ, ਅਮਰੀਕਾ 'ਚ ਤੇਰਾ ਕੋਈ ਕੰਮ ਨਹੀਂ। ਇੱਥੇ ਬੜੀ ਵਧੀਆ ਕੰਪਨੀ ਮੈਂ ਬੜਾ ਕੰਮਕਾਰ ਸੀਗਾ, ਬੜਾ ਮਟੀਰੀਅਲ ਮਟੂਰੀਅਲ ਲਿਆ, ਸਭ ਕੁਛ ਇੱਥੇ ਹੀ ਰਹਿ ਗਿਆ। ਮਨੁੱਖ ਨੂੰ ਕੀ ਲਾਭ ਜੋ ਸਾਰੇ ਸੰਸਾਰ ਨੂੰ ਕਮਾਵੇ ਪਰ ਆਪਣੀ ਜਾਨ ਦਾ ਕੀ ਕਰੇ? ਨੁਕਸਾਨ ਕਰੇ। ਇਸ ਲਈ ਯਿਸੂ ਮਸੀਹ ਕਹਿੰਦਾ ਤੁਸੀਂ ਮੇਰੇ ਤੋਂ ਵੱਖਰੇ ਹੋ ਕੇ ਕੁਛ ਵੀ ਕਰ ਸਕਦੇ, ਤੁਸੀਂ ਮੇਰੇ ਨਾਲ ਬਣੇ ਰਹੋ, ਹਰੇ ਭਰੇ ਰਹੋਗੇ। ਮੇਰੇ ਨਾਲ ਬਣੇ ਰਹੋ, ਫਲਦਾਰ ਰਹੋਗੇ। ਮੇਰੇ ਨਾਲ ਜੁੜੇ ਰਹੋਗੇ, ਤੁਹਾਡੀ ਸਮੇਂ ਸਿਰ ਹਰੇਕ ਜ਼ਰੂਰਤ ਨੂੰ ਮੈਂ ਪੂਰਾ ਕਰਨ ਦੀ ਕੁਦਰਤ ਰੱਖਦਾ ਹਾਂ। ਜੇ ਤੁਸੀਂ ਮੇਰੇ ਤੋਂ ਵੱਖਰੇ ਹੋਏ, ਸਮਝ ਲਓ ਵੀ ਜਿਵੇਂ ਇੱਕ ਦਰਖਤ ਨਾਲੋਂ ਟਾਹਣੀ ਟੁੱਟ ਜਾਂਦੀ ਅਤੇ ਉਹਦਾ ਵਜੂਦ ਖਤਮ, ਉਸੇ ਤਰ੍ਹਾਂ ਜਿਹੜਾ ਰੱਬ ਦੇ ਰਾਹ 'ਤੇ ਚੱਲ ਪਿਆ ਅਤੇ ਰੱਬ ਦੇ ਨਾਲ ਜੁੜ ਗਿਆ, ਅਗਰ ਉਹ ਉਹਦੇ ਨਾਲੋਂ ਟੁੱਟ ਗਿਆ ਤਾਂ ਉਹਦੀ ਹਾਲਤ ਵੀ ਬਿਲਕੁਲ ਕਿੱਦਾਂ ਦੀ ਹੈ ਭਲਾ? ਇਸ ਲਈ ਅਸੀਂ ਜਿਹੜੇ ਮਸੀਹ ਦੇ ਵਿੱਚ ਆ ਗਏ ਹਾਂ, ਸਾਡੇ ਲਈ ਇਹ ਸਬਕ ਆ ਕਿ ਅਸੀਂ ਹੁਣ ਕੀ ਕਰੀਏ ਭਲਾ? ਉਹਦੇ ਨਾਲ ਕੀ ਕਰੀਏ? ਅਤੇ ਦੁਆ ਕੀ ਹੋਣੀ ਚਾਹੀਦੀ ਹੈ? ਤੂੰ ਜਿੱਥੇ ਰੱਖੇ, ਜਿਹੜੇ ਵੀ ਹਾਲ ਦੇ ਵਿੱਚ ਰੱਖੇ, ਸਾਨੂੰ ਮਨਜ਼ੂਰ ਹੈ। ਕੀ ਹੈ ਭਲਾ ਸਾਨੂੰ? ਭਾਈ ਰਾਜ ਜੀ ਮੇਰੇ ਕੋਲ ਆਏ, ਕਹਿੰਦੇ 3 ਦਿਨ ਕਹਿੰਦੇ ਬਾਰਿਸ਼ ਦੱਸਦੇ। ਮੈਂ ਕਿਹਾ ਸ਼ੁਕਰ ਆ ਰੱਬ ਦਾ, 3 ਦਿਨ ਤਾਂ ਬੰਦਗੀਆਂ ਹੋਣਗੀਆਂ। ਕੀ ਭਲਾ ਇਹੀ ਕਿਹਾ ਜੀ ਕਿ ਮੈਂ ਹੋ ਗਿਆ ਸੀ। ਮੈਂ ਚਲੋ 3 ਦਿਨ ਤਾਂ ਫਿਰ ਬੰਦਗੀ ਪੱਕੀ। ਅਤੇ ਦੂਜਾ ਕੀ ਕਰੂਗਾ ਭਲਾ? ਤੁਸੀਂ ਦੱਸੋ, ਮੇਰੀਆਂ ਇੱਥੇ ਫੈਕਟਰੀਆਂ ਚੱਲਦੀਆਂ, ਮੈਂ ਕਹਿਣ ਵੀ ਚੰਗਾ ਹੋਇਆ। ਹਾਂਜੀ, ਤੁਹਾਡੇ ਨਾਲ ਹੀ ਦਿਹਾੜੀ ਜਾਣਾ, ਤੁਹਾਡੇ ਜਿੰਨੇ ਕਮਾਉਣਾ, ਅਤੇ ਮੈਂ ਕੱਲ੍ਹ ਹੀ ਕਹਿਣਾ ਚੰਗਾ ਹੋਇਆ। ਇਸ ਲਈ ਕਿਉਂਕਿ ਵਚਨ ਦੱਸਦਾ, ਅੱਛਾ ਹੁਆ ਜੋ ਮੁਝ ਪਰ ਮੁਸੀਬਤ ਆਈ ਤਾਂ ਕਿ ਮੈਂ ਤੇਰੀ ਵਿਧੀਆਂ ਕੋ ਜਾਣ ਸਕੂੰ। ਹਾਲੇਲੂਇਆ। ਅਤੇ ਜਦੋਂ ਰੱਬ ਮੇਰੇ ਨਾਲ ਆ ਅਤੇ ਫਿਰ ਮੈਨੂੰ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਜ਼ਰੂਰਤ, ਕਿਉਂਕਿ ਉਹਨੇ ਇਸੇ ਵਚਨ ਵਿੱਚ ਲਿਖ ਕੇ ਦਿੱਤਾ, ਜਿਹੜਾ ਮੇਰੇ ਨਾਲ ਬਣਿਆ ਰਹੇਗਾ ਉਹਨੂੰ ਕਦੇ ਕਿਸੇ ਚੀਜ਼ ਦੀ ਥੁੜ ਆਵੇਗੀ। ਉਹ ਤਾਂ ਭਾਵੇਂ ਏਲੀਜਾ ਵਾਂਗੂ ਕਾਂ ਨੂੰ ਕਵੇ ਚੱਲ ਵੀ ਮੇਰਾ ਦਾਸ ਫਲਾਣੀ ਥਾਂ 'ਤੇ ਬੈਠਾ ਅਤੇ ਰੋਟੀ ਪਹੁੰਚਾ ਕੇ ਆ, ਅਤੇ ਕਾਂ ਵੀ ਉਹਦੇ ਲਈ ਰੋਟੀ ਲੈ ਕੇ ਆਉਣਗੇ ਜਿਹੜੇ ਖੋਂਦੇ ਆ। ਪਰ ਸ਼ਰਤ ਕੀ ਹੈ ਭਲਾ? ਉਹਦੇ ਆਖੇ ਲੱਗੋ, ਉਹਦੇ ਵਿੱਚ ਬਣੇ ਰਹੋ, ਉਹਦੇ ਕਹਿਣੇ ਅਨੁਸਾਰ ਚੱਲੋ, ਉਹ ਤੁਹਾਡੀ ਫਿਕਰ ਕਰੂਗਾ। ਲੇਕਿਨ ਜਦੋਂ ਅਸੀਂ ਆਪਣੇ ਕਹਿਣੇ ਦੇ ਵਿੱਚ ਚੱਲਾਂਗੇ ਤਾਂ ਫਿਰ ਉਹ ਸਾਡੀ ਫਿਕਰ ਸਾਡੇ ਉੱਤੇ ਛੱਡੂਗਾ। ਇਸ ਲਈ ਕਰਕੇ ਕਹਿੰਦਾ ਮੇਰੇ ਤੋਂ ਅਲੱਗ ਹੋ ਕੇ ਤੁਸੀਂ ਸੰਸਾਰ ਦੇ ਵਿੱਚ ਤਾਂ ਸਭ ਕੁਝ ਕਮਾ ਲਓਗੇ, ਪਰ ਉਹ ਚੀਜ਼ ਜਿਹੜੀ ਸਭ ਤੋਂ ਬਹੁਮੁੱਲੇ ਆ ਉਹ ਤੁਸੀਂ ਗਵਾ ਬੈਠੋਗੇ। ਉਹਨੂੰ ਸਾਰਾ ਜਗਤ ਵੀ ਅਗਰ ਮੇਰੇ ਹਵਾਲੇ ਕਰ ਦਿਓ ਤਾਂ ਤਾਂ ਵੀ ਤੁਸੀਂ ਉਹਨੂੰ ਖਰੀਦ ਸਕਦੇ ਨਹੀਂ ਆ। ਇਸ ਕਰਕੇ ਜਾਨ ਜਿਹੜੀ ਆ ਉਹ ਖੁਦਾ ਦੇ ਹੱਥ ਵਿੱਚ ਆ, ਅਤੇ ਮੁਕਤੀ ਉਹ ਹੀ ਕਰ ਸਕਦਾ ਆ। ਅਤੇ ਜੇ ਅਸੀਂ ਚਾਹੁੰਦੇ ਹਾਂ ਸਾਨੂੰ ਮੁਕਤੀ ਮਿਲੇ, ਅਤੇ ਫਿਰ ਉਸ ਡਾਲੀ ਵਾਂਗੂ ਅਸੀਂ ਉਸ ਦਰਖਤ ਦੇ ਨਾਲ ਬਣੇ ਰਹੀਏ ਤਾਂ ਕਿ ਅਸੀਂ ਹਮੇਸ਼ਾ ਫਲਦਾਰ ਰਹੀਏ। ਭਾਈ ਬਲਦੇਵ ਨਾਲ ਮਿਲ ਕੇ ਪ੍ਰਾਰਥਨਾ ਕਰਦੇ ਹਾਂ। ਸਰਵਸ਼ਕਤੀਮਾਨ ਆਦਰਯੋਗ ਪਰਮੇਸ਼ਰ, ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਹਾਂ। ਤੇਰੇ ਦਾਸ ਦੇ ਵਸੀਲੇ ਦੇ ਵਸੀਲੇ ਪਿਤਾ ਪਰਮੇਸ਼ਰ, ਤੇਰੇ ਉਸ ਸੰਦੇਸ਼ ਨੂੰ ਸੁਣਿਆ ਪਿਤਾ ਪਰਮੇਸ਼ਰ, ਬੜਾ ਈਮਾਨ ਰੱਖ ਕੇ ਪਿਤਾ ਪਰਮੇਸ਼ਰ ਸਾਡੀ ਜ਼ਿੰਦਗੀ 'ਚ 100 ਗੁਣਾ ਬਰਕਤ ਆਏ ਪ੍ਰਭੂ।
ਆਪਣੇ ਦਾਸ ਨੂੰ ਅਗਦਾ ਸ਼ੁਲਮ ਬਣਾ ਕੇ ਇਸਤੇਮਾਲ ਕਰ ਕੇ ਅਸੀਂ ਤੇਰੇ ਨਾਲ ਜੁੜ ਕੇ ਪਿਤਾ ਉਹ ਕੰਮਾਂ ਨੂੰ ਪੂਰਾ ਕਰ ਸਕੀਏ ਹਾਲੇਲੂਇਆ। ਆਤਮਿਕ ਜ਼ਿੰਦਗੀ ਚ ਵਸ ਸਕੀਏ ਪਿਤਾ ਪਰਮੇਸ਼ਵਰ ਇਹ ਤੋਂ ਅਲੱਗ ਹੋ ਕੇ ਕੋਈ ਕੰਮ ਨਹੀਂ ਸੀ ਕਰ ਸਕਦੇ। ਧੰਨਵਾਦ। ਇਸ ਲਈ ਸਾਨੂੰ ਬਲ ਔਰ ਸ਼ਕਤੀ ਦੇਣਾ ਔਰ ਸਾਡੀ ਰਾਖੀ ਕਰਨਾ ਕਿ ਪ੍ਰਭੂ ਅਸੀਂ ਤੇਰੇ ਵਿੱਚ ਵਾਧੇ ਰਹੀਏ ਪ੍ਰਭੂ, ਔਰ ਸਾਡੇ ਈਮਾਨ ਨੂੰ ਮਜ਼ਬੂਤ ਕਰਨਾ। ਆਪਣੇ ਦਾਸ ਨੂੰ ਅਗਦਾ ਸ਼ੁਲਮ ਬਣਾ ਕੇ ਇਸਤੇਮਾਲ ਕਰ ਜਿੰਨੇ ਜਨ ਆਏ ਨੇ ਪ੍ਰਭੂ ਇਹਨਾਂ ਜ਼ਿੰਦਗੀਆਂ ਦੇ ਉੱਤੇ ਤੇਰਾ ਈਮਾਨ ਹੋਰ ਬਣ ਜਾਏ ਪ੍ਰਭੂ, ਔਰ ਡਰਦੇ ਔਰ ਕੰਮ ਤੇ ਤੇਰੀ ਹਜ਼ੂਰੀ ਚ ਬੈਠੇ ਰਹਿਣ ਪ੍ਰਭੂ, ਔਰ ਤੇਰੇ ਹੀ ਖੌਫ ਵਿੱਚ ਵਧਦੇ ਜਾਣ ਪ੍ਰਭੂ। ਜਿਨੇ ਫੇਸਬੁੱਕ ਦੇ ਵਸੀਲੇ ਤੇ YouTube ਦੇ ਸੁਣ ਪ੍ਰਭੂ ਉਹਨਾਂ ਚੋਂ ਬਹੁਤ ਤੇ ਈਮਾਨ ਦੇ ਵਿੱਚ ਵੱਧ ਜਾਣ ਪ੍ਰਭੂ ਯਿਸੂ। ਈਮਾਨ ਤੇਰੇ ਵੱਲੋਂ ਦਿੱਤਾ ਜਾਂਦਾ ਪ੍ਰਭੂ, ਇਸ ਲਈ ਤੇਰਾ ਸ਼ੁਕਰ ਤੇ ਤੇਰਾ ਧੰਨਵਾਦ ਕਰਦੇ। ਆਉਣੇ ਵਾਲੇ ਸਮੇਂ ਭਲੇ ਯੀਸ਼ੂ ਤੇਰਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਵਤਨ ਸਿਉ ਨਹੀਂ ਸਾਡਾ ਯਾਰੋ, ਵਤਨ ਸਿਉ ਨਹੀਂ ਸਾਡਾ ਯਾਰੋ, ਅਸਲ ਠਿਕਾਣਾ ਏ ਇਸੇ ਮਨ ਨਾ ਲਾਇਓ ਪਾਇਓ ਜੇ ਸਵਰਗੀ ਜਾਣਾ ਏ, ਇਥੇ ਮਨ ਨਾ ਲਾਇਓ ਪਾਇਓ ਜੇ ਸਵਰਗੀ ਜਾਣਾ ਏ। ਵਤਨ ਸਿਉ ਨਹੀਂ ਸਾਡਾ ਯਾਰੋ, ਵਤਨ ਸਿਉ ਨਹੀਂ ਸਾਡਾ ਯਾਰੋ, ਅਸਲ ਠਿਕਾਣਾ ਏ ਇਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ, ਇਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ। ਇਹ ਘਰ ਸਾਡਾ ਪੈ ਜਾਣਾ ਤੇ ਉਹ ਘਰ ਸਾਡਾ ਪੱਕਾ, ਇਹ ਘਰ ਸਾਡਾ ਪੈ ਜਾਣਾ ਤੇ ਉਹ ਘਰ ਸਾਡਾ ਪੱਕਾ। ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਅੱਖ ਉਸ ਘਰ ਤੇ ਰੱਖਾਂ, ਦੁਨੀਆ ਤੋਂ ਮੈਂ ਨਜ਼ਰ ਹਟਾ ਕੇ ਅੱਖ ਉਸ ਘਰ ਤੇ ਰੱਖਾਂ। ਮੰਜ਼ਿਲ ਸਾਡੀ ਜੰਨਤ ਹੈ ਤੇ ਮੰਜ਼ਿਲ ਸਾਡੀ ਜੰਨਤ ਹੈ ਤੇ ਯਿਸੂ ਨਿਸ਼ਾਨਾ ਏ, ਇਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ, ਇਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ। ਦੁਨੀਆ ਵਿੱਚ ਅਸੀਂ ਹਾਂ ਪਰਦੇਸੀ, ਇਹ ਹੈ ਦੇਸ ਪਰਾਇਆ, ਦੁਨੀਆ ਵਿੱਚ ਅਸੀਂ ਹਾਂ ਪਰਦੇਸੀ, ਇਹ ਹੈ ਦੇਸ ਪਰਾਇਆ। ਜੋ ਜਗ ਤੇਰਾ ਨਹੀਂ ਉਸ ਜਗ ਵਿੱਚ ਐਵੇਂ ਮਨ ਕਿਉਂ ਲਾਇਆ, ਜੋ ਜਗ ਤੇਰਾ ਨਹੀਂ ਉਸ ਜਗ ਵਿੱਚ ਐਵੇਂ ਮਨ ਕਿਉਂ ਲਾਇਆ। ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਕੁਝ ਲੈ ਕੇ ਆਇਆ ਬੰਦਿਆ, ਨਾ ਹੀ ਲੈ ਜਾਣਾ ਏ, ਇਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ, ਇਥੇ ਮਨ ਨਾ ਲਾਇਓ ਪਾਇਓ ਅਸੀਂ ਸਵਰਗੀ ਜਾਣਾ ਏ, ਅਸੀਂ ਸਵਰਗੀ ਜਾਣਾ ਏ, ਅਸੀਂ ਸਵਰਗੀ ਜਾਣਾ ਏ, ਅਸੀਂ ਸਵਰਗੀ ਜਾਣਾ ਏ। ਕਰੇ ਖੁਦਾਵੰਦ ਖੁਦਾ ਤੇਰੇ ਵਚਨ ਦਾ ਜੋ ਬੀਜ ਬੀਜਿਆ ਗਿਆ ਆਉਣ ਵਾਲੇ ਸਮੇਂ 'ਚ 100 ਗੁਣਾ ਫਲ ਲਿਆਵੇ ਖੁਦਾਵੰਦ, ਔਰ ਸੱਚਮੁੱਚ ਜੋ ਲੋਕ ਤੇਰੇ ਵਿੱਚ ਬਣੇ ਰਹਿਣਗੇ ਖੁਦਾਵੰਦ, ਉਹਨਾਂ ਦੀ ਜ਼ਿੰਦਗੀ ਦਾ ਜੁਮਾ ਤੁਸੀਂ ਲੈਂਦੇ ਹੋ ਖੁਦਾਵੰਦ। ਇਸ ਲਈ ਜਿਨ੍ਹਾਂ ਨੇ ਵੀ ਤੇਰੇ ਵਚਨ ਨੂੰ ਸੁਣਿਆ ਔਰ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਜੋੜਿਆ ਖੁਦਾਵੰਦ, ਉਹ ਕਦੇ ਵੀ ਤੁਹਾਡੇ ਤੋਂ ਅਲੱਗ ਨਾ ਹੋ ਸਕਣ। ਇੱਕ ਜਿਸਮਾਨੀ ਮੌਤ ਤੋਂ ਸਿਵਾਏ ਹੋਰ ਕੋਈ ਚੀਜ਼ ਤੁਹਾਡੇ ਤੋਂ ਉਹਨਾਂ ਨੂੰ ਅਲੱਗ ਨਾ ਕਰ ਸਕੇ ਖੁਦਾਵੰਦ, ਔਰ ਉਸ ਮੌਤ ਦੇ ਆਖਰੀ ਪਲ ਤੱਕ ਤੇਰੇ ਲੋਕ ਤੇਰੇ ਵਿੱਚ ਵਫਾਦਾਰੀ ਦੇ ਨਾਲ ਰਹਿਣ ਖੁਦਾਵੰਦ, ਤਾਂ ਕਿ ਇਸ ਜੀਵਨ ਤੋਂ ਬਾਅਦ
ਜੋ ਜੀਵਨ ਤੁਸੀਂ ਦੇਣ ਜਾ ਰਹੇ ਹੋ ਖੁਦਾਵੰਦ, ਉਸ ਜੀਵਨ ਦੇ ਅਧਿਕਾਰੀ ਹੋ ਸਕਣ ਜਿਹੜਾ ਤੁਹਾਡੇ ਪੁੱਤਰ ਮਸੀਹ ਯਿਸੂ ਦੇ ਵਿੱਚ ਹੈ। ਖੁਦਾਵੰਦ ਇੱਕ ਇੱਕ ਜ਼ਿੰਦਗੀ ਦੇ ਲਈ ਤੇਰੇ ਵੱਡੇ ਰਹਿਮ ਨੂੰ ਮੰਗ ਲੈਂਦੇ ਆ। ਸਾਡੀ ਪ੍ਰਾਰਥਨਾ ਨੂੰ ਸੁਣੋ, ਕਬੂਲ ਕਰੋ ਮਸੀਹ ਯਿਸੂ ਦੇ ਨਾਮ ਦੇ ਵਿੱਚ। ਹੁਣ ਸਾਡੇ ਖੁਦਾਵੰਦ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ। ਆਮੀਨ। ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਕੀ ਜੀ। ਚਾਹ ਕਰ